ਸੰਗਤ ਟੈਲੀਵਿਜ਼ਨ ਦੇ ਸਮੂਹ ਦਰਸ਼ਕਾਂ ਨੂੰ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਜਿੱਥੇ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ, ਨਾਲ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਭਾਵੇਂ ਕੁਛ ਹਫ਼ਤਿਆਂ ਤੋਂ ਆਪ ਜੀ ਇਸ ਸਮੇਂ ਜੋ ਖਾਸ ਕਰਕੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਜੋ ਕਿਸਾਨਾਂ ਦੇ ਮੋਰਚੇ ਲੱਗੇ ਹੋਏ ਨੇ, ਇਸ ਸਮੇਂ ਦੇ ਦੌਰਾਨ ਹਰ ਹਫ਼ਤੇ ਜੋ ਵੀ ਉੱਥੇ ਅਪਡੇਟ ਹੋਇਆ ਕਰਦੀ ਸੀ ਉਹ ਆਪ ਜੀ ਹਰ ਹਫ਼ਤੇ ਦੇਖਦੇ ਸੀ। ਲੇਕਿਨ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਜੋ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਖਾਸ ਕਰਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਾਰ ਸੇਵਾ ਹੋ ਰਹੀ ਹੈ, ਉਸ ਦਾ ਅਪਡੇਟ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਅੱਜ ਹਾਜ਼ਰ ਹੋਏ ਹਾਂ। ਕਿਉਂਕਿ ਆਪ ਸਮੂਹ ਸਿੱਖ ਸੰਗਤਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦੇ ਹੋਏ ਜਿਨ੍ਹਾਂ ਨੇ ਆਪਣਾ ਦਸਵੰਧ ਪਾਇਆ ਹੈ, ਇਹ ਅਸੀਂ ਆਪਣਾ ਇਹ ਫਰਜ਼ ਸਮਝਦੇ ਸੀ ਕਿ ਜਿਨ੍ਹਾਂ ਸੰਗਤਾਂ ਨੇ ਵੀ ਆਪਣਾ ਦਸਵੰਧ ਇਸ ਮਹਾਨ ਕਾਰ ਸੇਵਾ ਵਿੱਚ ਪਾਇਆ, ਉਹਨਾਂ ਨੂੰ ਅਸੀਂ ਦਿਖਾ ਸਕੀਏ ਕਿ ਜਿਹੜੀ ਉਹ ਇਮਾਰਤ ਤਿਆਰ ਹੋ ਰਹੀ ਸੀ, ਜਾਣੀ ਕਿ ਜਿਹੜਾ ਉਹ ਦੀਵਾਨ ਹਾਲ ਤਿਆਰ ਹੋ ਰਿਹਾ ਸੀ, ਉਸ ਦੀ ਤਿਆਰੀ ਕਿੱਥੇ ਤੱਕ ਪਹੁੰਚੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੁਨੀਆ ਭਰ ਦੇ ਵਿੱਚ ਆਪਾਂ ਗੁਰਪੁਰਬ ਜਾਣੀ ਕਿ 18, 19, 20 ਤਰੀਕ ਨੂੰ ਮਨਾਉਣ ਨੂੰ ਜਾ ਰਹੇ ਹਾਂ, ਜਾਣੀ ਕਿ ਅਗਲੇ ਹਫ਼ਤੇ, ਅਗਲੇ ਬੁੱਧਵਾਰ। ਸੋ ਇਸ ਕਰਕੇ ਅਸੀਂ ਜ਼ਰੂਰੀ ਸਮਝਿਆ ਕਿ ਅਸੀਂ ਆਪਣੀਆਂ ਸੰਗਤਾਂ ਨੂੰ ਇੱਕ ਵਾਰੀ ਉਸ ਦਰਬਾਰ ਹਾਲ ਦੇ ਦਰਸ਼ਨ ਜ਼ਰੂਰ ਕਰਵਾ ਸਕੀਏ ਕਿ ਕਿੱਥੇ ਤੱਕ ਇਹ ਸੇਵਾ ਪਹੁੰਚੀ ਹੈ ਔਰ ਆਪ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕਿੰਨੀ ਸੇਵਾ ਮਹਾਰਾਜ ਜੀ ਨੇ ਕਰਵਾਈ ਹੈ। ਭਾਵੇਂ ਇਸ ਸਮੇਂ ਬੜੀ ਆਪਾਂ ਇੱਕ ਮੁਸ਼ਕਲ ਘੜੀ ਦੇ ਵਿੱਚ ਪਏ ਹੋਏ ਹਾਂ, ਕਿਉਂਕਿ ਕੋਵਿਡ ਦਾ ਦੌਰ ਭਾਵੇਂ ਦੂਸਰੇ ਦੇਸ਼ਾਂ ਦੇ ਵਿੱਚ ਕੁਝ ਘੱਟ ਹੈ, ਲੇਕਿਨ ਇੰਗਲੈਂਡ ਦੀ ਜੇ ਗੱਲ ਕਰੀਏ ਤੇ ਹਜੇ ਵੀ ਕੋਵਿਡ ਦੀ ਜਿਹੜੀ ਬਿਮਾਰੀ ਹੈ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਆਪ ਜੀ ਹਰ ਰੋਜ਼ ਅੰਕੜੇ ਸੁਣਦੇ ਹੋ ਕਿ ਕਿੰਨੇ ਕੁ ਜੀਵ ਇਸ ਸੰਸਾਰ ਤੋਂ ਚਲੇ ਗਏ ਨੇ ਔਰ ਕਿੰਨੇ ਕੁ ਹਸਪਤਾਲਾਂ ਦੇ ਵਿੱਚ ਪਏ ਹੋਏ ਨੇ। ਸੋ ਆਪਾਂ ਸਾਰਿਆਂ ਨੇ ਉਹਨਾਂ ਵਾਸਤੇ ਵੀ ਅਰਦਾਸਾਂ ਕਰਨੀਆਂ ਨੇ ਜਿੱਥੇ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ, ਤੇ ਨਾਲ ਜਿਹੜੇ ਸਾਡੇ ਵੀਰ ਬਜ਼ੁਰਗ ਮਾਤਾਵਾਂ ਭੈਣਾਂ ਜਿਹੜੇ ਕਿ ਉਹ ਕਿਸਾਨਾਂ ਦਾ ਜੋ ਮੋਰਚਾ ਖਾਸ ਕਰਕੇ ਦਿੱਲੀ ਦੇ ਵਿੱਚ ਲਾਇਆ ਹੋਇਆ ਹੈ, ਉਹਨਾਂ ਵਾਸਤੇ ਵੀ ਆਪਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੀਆਂ ਨੇ ਕਿ ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਫਤਿਹ ਬਖਸ਼ਿਸ਼ ਕਰਨ, ਤਾਂ ਕਿ ਜਿਹੜੀਆਂ ਸਰਕਾਰਾਂ ਨੇ ਜੋ ਉਹ ਮੰਗ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਮੰਗ ਨੂੰ ਉਹ ਸਵੀਕਾਰ ਕਰਨ, ਕਿਉਂਕਿ ਜਾਇਜ਼ ਮੰਗਾਂ ਨੇ। ਸੋ ਅੱਜ ਦਾ ਜੋ ਪ੍ਰੋਗਰਾਮ ਹੈ ਖਾਸ ਕਰਕੇ ਪਟਨਾ ਸਾਹਿਬ ਜੀ ਦੀ ਕਾਰ ਸੇਵਾ ਦਾ, ਅੱਜ ਉਚੇਚੇ ਤੌਰ ਤੇ ਫਿਰ ਸਾਡੇ ਸਟੂਡੀਓ ਵਿੱਚ ਭਾਈ ਖੁਸ਼ਦੇਵ ਸਿੰਘ ਜੀ ਪਹੁੰਚੇ ਹੋਏ ਨੇ। ਸੋ ਆਓ ਜਿੱਥੇ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਉੱਥੇ ਨਾਲ ਇਹਨਾਂ ਦੇ ਨਾਲ ਵੀ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਖੁਸ਼ਦੇਵ ਸਿੰਘ ਜੀ, ਅੱਜ ਅਸੀਂ ਇਹ ਜ਼ਰੂਰੀ ਸਮਝਿਆ ਕਿ ਅਸੀਂ ਆਪਣੀਆਂ ਸੰਗਤਾਂ ਦੇ ਨਾਲ ਖਾਸ ਕਰਕੇ ਕੁਝ ਹਫ਼ਤਿਆਂ ਤੋਂ ਇਹ ਪ੍ਰੋਗਰਾਮ ਨਹੀਂ ਕਰ ਸਕੇ ਕਿਉਂਕਿ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਸੀ। ਲੇਕਿਨ ਅੱਜ ਕਿਉਂਕਿ ਅਗਲੇ ਹਫ਼ਤੇ ਹੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਜੋ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖਾਂ ਨੇ ਮਨਾਉਣਾ ਹੈ, ਭਾਵੇਂ ਕੁਝ ਰਿਸਟ੍ਰਿਕਸ਼ਨਾਂ ਜੋ ਲਾਈਆਂ ਗਈਆਂ ਨੇ ਉਹਦੇ ਮੁਤਾਬਕ ਹੀ ਇਹ ਮਨਾਇਆ ਜਾਣਾ ਹੈ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ। ਲੇਕਿਨ ਪਟਨਾ ਸਾਹਿਬ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਬਹੁਤ ਵੱਡੀਆਂ ਇਸ ਵੇਲੇ ਤਿਆਰੀਆਂ ਹੋ ਰਹੀਆਂ ਨੇ। ਮੈਂ ਚਾਹਾਂਗਾ ਕਿ ਜਿਹੜੀਆਂ ਸੰਗਤਾਂ ਅੱਜ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਦੇ ਨਾਲ ਉੱਥੇ ਦੀ ਕੀ ਅਪਡੇਟ ਹੈ, ਜ਼ਰੂਰ ਸੰਗਤਾਂ ਦੇ ਨਾਲ ਸਾਂਝ ਪਾਉਣੀ ਜੀ। ਜੀ ਫਲਦੀਪ ਜੀ, ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਪ੍ਰਕਾਸ਼ ਦਿਹਾੜਾ ਹੈ 20 ਜਨਵਰੀ ਨੂੰ ਹੈ, ਉਸ ਦੀ ਤਿਆਰੀ ਹਮੇਸ਼ਾ ਦੀ ਤਰ੍ਹਾਂ ਉਸ ਪਾਵਨ ਪਵਿੱਤਰ ਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਗੁਰੂ ਮਹਾਰਾਜ ਜਿੱਥੇ ਆਪਾਂ ਅੱਗੇ ਵੀ ਪ੍ਰੋਗਰਾਮਾਂ ਦੇ ਵਿੱਚ ਫਲਦੀਪ ਜੀ ਬਹੁਤ ਵਾਰ ਜ਼ਿਕਰ ਕੀਤਾ ਕਿ ਜਿੱਥੇ ਸਮੁੱਚਾ ਸੰਸਾਰ ਇਸ ਕਰੋਨਾ ਦੀ ਮਹਾਮਾਰੀ ਕਰਕੇ ਲੋਕਡਾਊਨ ਵਿੱਚ ਖੜ੍ਹ ਗਿਆ ਸੀ, ਗੁਰੂ ਮਹਾਰਾਜ ਨੇ ਆਪਣੀਆਂ ਮਿਹਰਾਂ ਭਰਿਆ ਹੱਥ ਰੱਖ ਕੇ ਇਹ ਸੇਵਾ ਆਪ ਲਈ ਹੈ। ਤੇ ਜਦੋਂ ਹੁਣ ਆਪਾਂ ਨੂੰ ਕੁਝ ਸ਼ਾਰਟਸ ਆਏ ਨੇ, ਕੋਈ ਵੀਡੀਓਜ਼ ਵੀ ਆਈਆਂ ਹਨ, ਕਿਉਂਕਿ ਤਿਆਰੀ ਚੱਲ ਰਹੀ ਹੈ ਜੀ। ਤੇ ਭਾਈ ਇੰਦਰਜੀਤ ਸਿੰਘ ਜੀ ਵੀ ਆਪ ਦੇ ਨਾਲ ਵਚਨ ਸਾਂਝੇ ਕਰਨਗੇ ਕਿ ਮਹਾਰਾਜ ਨੇ ਏਡੀ ਕਿਰਪਾ, ਏਡੀ ਰਹਿਮਤ, ਏਡੀ ਦਇਆ ਕੀਤੀ ਹੈ ਕਿ ਸਮੂਹ ਸਿੱਖ ਜਗਤ ਨੂੰ
ਤਨ ਮਨ ਧਨ ਦੇ ਨਾਲ ਇਸ ਸੇਵਾ ਦੇ ਵਿੱਚ ਮਹਾਰਾਜ ਨੇ ਜਿੱਥੇ ਹਿੱਸਾ ਪਾਉਣ ਦਾ ਸੁਭਾਗ ਸਮਾਂ ਬਖਸ਼ਿਆ, ਉਸ ਦੇ ਨਾਲ ਨਾਲ ਕਿਉਂਕਿ ਆਪਾਂ ਸਾਰੇ ਇਸ ਸਾਲ ਵਿੱਚ ਜੋ 2020 ਮਾਰਚ ਤੋਂ ਲੈ ਕੇ ਹੁਣ ਤੱਕ ਜੋ ਸਮੁੱਚਾ ਸੰਸਾਰ ਵਿਚਰ ਰਿਹਾ ਹੈ, ਇੱਕ ਐਸਾ ਮਹਾਰਾਜ ਦਾ ਇਹ ਹੁਕਮ, ਇਹ ਮਹਾਰਾਜ ਦੀ ਐਸੀ ਇੱਕ ਟੈਸਟ ਹਰ ਮਨੁੱਖ ਵਾਸਤੇ, ਤੇ ਹਰ ਮਨੁੱਖ ਆਪਣੇ ਆਪਣੇ ਜਿਸ ਧਰਮ ਵਿੱਚ ਵੀ ਹੈ ਉਹ ਅਰਦਾਸ ਬੇਨਤੀ ਜੋਦਰੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਰੱਖੋ ਜੀ, ਸਾਰਿਆਂ ਤੇ ਬਖਸ਼ਿਸ਼ ਕਰੋ। ਕਿ ਜਿਸ ਤਰ੍ਹਾਂ ਅੱਗੇ ਦੇਖੋ ਕੁਲਦੀਪ ਜੀ, ਇਹ 5ਵਾਂ ਗੁਰਪੁਰ ਹੋਣਾ ਸੀ ਕਿ ਦਾਸ ਪਟਨਾ ਸਾਹਿਬ ਪਿਛਲੇ 4 ਸਾਲ ਤੋਂ ਮਹਾਰਾਜ ਨੇ ਰਹਿਮਤ ਕੀਤੀ, ਜੀ ਸੁਭਾਗ ਸਮਾਂ ਬਖਸ਼ਿਆ ਕਿ ਹਾਜ਼ਰੀ ਲੱਗਦੀ ਰਹੀ ਗੁਰਪੁਰ ਦੇ ਉੱਤੇ, ਸੰਗਤਾਂ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਸੁਭਾਗ ਸਮਾਂ ਮਿਲਿਆ। ਪਰ ਐਸਾ ਇਸ ਸਾਲ ਦੇ ਵਿੱਚ ਮਾਲਕ ਦੀ ਖੇਲ ਹੈ ਕਿ ਆਪਾਂ ਕੋਈ ਵੀ ਜਾ ਨਹੀਂ ਸਕਦੇ। ਜੀ ਜੀ ਦੂਜੇ ਪਾਸੇ ਮਾਲਕ ਦੀ ਰਹਿਮਤ ਹੈ ਕਿ ਦੇਖੋ ਇਹ ਸੇਵਾ ਦੀਵਾਨ ਹਾਲ ਆਪਾਂ ਦੇਖ ਰਹੇ ਹਾਂ 90% ਕੰਪਲੀਸ਼ਨ ਜੋ ਇਸ ਤੇ ਕੰਮ ਦੀ ਹੈ ਉਹ ਹੋ ਗਈ ਹੈ। ਹੁਣ ਬਾਕੀ ਦਾ ਜੋ 10-15% ਰਹਿੰਦਾ ਹੈ ਇਹ ਗੁਰਪੁਰ ਤੋਂ ਬਾਅਦ ਇਹਦੀ ਪੂਰਨ ਸੰਪੂਰਨਤਾ ਹੋਵੇਗੀ। ਪਰ ਜਿਸ ਤਰ੍ਹਾਂ ਆਪਾਂ ਅੱਗੇ ਵੀ ਜ਼ਿਕਰ ਕੀਤਾ ਕਿ ਇੱਕ ਪਰਮਨੈਂਟ ਸਟਰਕਚਰ ਉਸ ਪਾਵਨ ਪੁੱਤਰ ਸਥਾਨ ਤੇ ਸਾਲਸ ਰਾਏ ਜੌਹਰੀ ਦੀਵਾਨ ਹਾਲ ਜੋ ਮਹਾਰਾਜ ਨੇ ਝੋਲੀ ਵਿੱਚ ਆਪਣੀ ਸਿੱਖ ਸੰਗਤਾਂ ਦੇ ਪਾਇਆ ਹੈ, ਇਹਦੇ ਵਿੱਚੋਂ ਆਪ ਜੀ ਹੁਣ ਆਪਾਂ ਜਾ ਤਾਂ ਨਹੀਂ ਸਕਦੇ, ਪਰ ਗੁਰੂ ਮਹਾਰਾਜ ਨੇ ਮੀਡੀਆ ਦਾ ਆਪਾਂ ਨੂੰ ਇਹ ਵੀ ਬਹੁਤ ਵੱਡਾ ਫਾਇਦਾ ਹੈ ਜੀ ਕਿ ਸੰਗਤ ਟੀਵੀ ਦੇ ਰਾਹੀਂ ਆਪਾਂ ਘਰ ਬੈਠ ਕੇ ਇਸ ਦੀਵਾਨ ਹਾਲ ਦੇ ਵਿੱਚੋਂ ਤਖਤ ਸਾਹਿਬ ਤੋਂ ਆਪਾਂ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਸਵੇਰ ਨੂੰ 1 ਵਜੇ, ਤੇ ਜਿਨ੍ਹਾਂ ਦੇ ਭੋਗ ਪਾਏ ਜਾਂਦੇ ਹਨ ਗੁਰਪੁਰਬ ਮਹਾਰਾਜ ਦੇ ਤੜਕੇ ਸਵੇਰੇ 1 ਵਜੇ, ਉਹ ਆਪਾਂ ਸਰਵਣ ਕਰਾਂਗੇ। ਫਿਰ ਇਸ ਦੀਵਾਨ ਹਾਲ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦੇ ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ, ਕਵਿਸ਼ਰੀ ਸਭ ਹਾਜ਼ਰੀਆਂ ਭਰਨਗੇ ਤੇ ਆਪਾਂ ਉਹਦਾ ਵੀ ਆਨੰਦ ਸੰਗਤ ਟੀਵੀ ਰਾਹੀਂ ਘਰ ਬੈਠ ਕੇ ਮਾਣ ਪਾਵਾਂਗੇ ਤੇ ਹਾਜ਼ਰੀ ਲਵਾ ਪਾਵਾਂਗੇ। ਜੀ ਜੀ ਤੇ ਇਹ ਦੀਵਾਨ ਹਾਲ ਦੀ ਆਪਾਂ ਗੱਲ ਕਰਦੇ ਹਾਂ ਫੁਲਦੀਪ ਜੀ, ਥੋੜੀ ਜਿਹੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਥੋੜੇ ਜਿਹੇ ਫੁਟੇਜ ਜੋ ਅੱਗੇ ਪਿਛਲੇ 5-7 ਸਾਲਾਂ 'ਚ ਜੋ ਪੰਡਾਲ ਲੱਗਦਾ ਸੀ, ਜੀ ਜੀ ਇਹ ਇਸ ਤਰ੍ਹਾਂ ਦੀ ਇੱਕ ਟੈਂਪਰੇਰੀ ਤੰਬੂ ਦੇ ਜੋ ਕੱਪੜੇ ਦੇ ਪੰਡਾਲ ਸਜਾਏ ਜਾਂਦੇ ਸਨ, ਇਹ ਵੀ ਜੋ ਫੇਜ਼ 1 ਦੀ ਕਾਰ ਸੇਵਾ ਸੰਪੂਰਨ ਹੋਣ ਤੋਂ ਬਾਅਦ, ਜੀ ਜੀ ਜਦੋਂ ਫੇਜ਼ 1 ਦੀ ਕਾਰ ਸੇਵਾ ਨਹੀਂ ਹੋਈ ਸੀ 2013 ਤੋਂ ਪਹਿਲਾਂ, ਤੇ ਇਹ ਤਖਤ ਸਾਹਿਬ ਦੇ ਅਗਲੇ ਪਾਸੇ ਜੀ ਪਿੱਛੇ ਕੋਈ ਜਗ੍ਹਾ ਨਹੀਂ ਸੀ। ਸੋ ਇਹ ਟੈਂਪਰੇਰੀ ਸਟਰਕਚਰ ਮੌਸਮ ਦੇ ਨਾਲ ਹਰ ਚੀਜ਼ ਦੇਖੋ ਕਿੰਨੀ ਸੰਗਤ। ਭਾਈ ਇੰਦਰਜੀਤ ਸਿੰਘ ਜੀ ਬਚਨ ਕਰ ਰਹੇ ਸਨ ਕਿ ਲੋਕਲ ਸੰਗਤ ਵੀਕਐਂਡ ਤੇ 1-1 ਲੱਖ ਆ ਰਹੀ ਹੈ ਇਸ ਵੇਲੇ ਜੀ ਜੀ ਅਜੇ ਗੁਰਪੁਰ ਨਹੀਂ ਹੈ, ਜੀ ਜੀ ਇੰਨੀ ਸੰਗਤ ਲੋਕਲ ਆ ਰਹੀ ਹੈ। ਹਾਲਾਂਕਿ ਪ੍ਰਦੇਸ਼ਾਂ ਚੋਂ ਬਾਕੀ ਦੇ ਇੰਡੀਆ ਦੇ ਲੋਕਲ ਵੀ ਸਿੱਖ ਜਿਹੜੇ ਨੇ ਘਟੇ ਨੇ ਆਉਣੇ, ਜੀ ਜੀ ਪਰ ਫਿਰ ਵੀ ਇੰਨੀ ਸੰਗਤ ਇੱਥੇ ਹਾਜ਼ਰੀਆਂ ਭਰਦੀ ਹੈ। ਸੋ ਇਹ ਗੁਰੂ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਜੋ ਜਿੱਥੇ ਇਹ ਮਹਾਰਾਜ ਨੇ ਉਦਮ ਤੇ ਉਪਰਾਲਾ ਮਿਹਰ ਦਾ ਹੱਥ ਰੱਖ ਕੇ ਮਹਾਂਪੁਰਖ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਨੂੰ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੀ ਝੋਲੀ ਵਿੱਚ ਪਾਈ। ਉਹਨਾਂ ਨੇ ਕਿਉਂਕਿ ਸਾਧੂ ਦਾ ਮਾਰਗ ਜੋ ਹੈ ਸੇਵਾ ਦਾ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਸਭ ਕੋਲੋਂ ਤਿਲ ਫੁੱਲ ਇਸ ਸੇਵਾ ਵਿੱਚ ਪਾਉਣਾ ਤਾਂ ਜੋ ਕਿ ਸਭ ਦੀ ਹਿੱਸਾ ਪੈ ਜਾਵੇ। ਜੀ ਤੇ ਉਸ ਦੇ ਨਾਲ ਨਾਲ ਜੋ ਬਿਹਾਰ ਦੇ ਮੁੱਖ ਮੰਤਰੀ ਹਨ ਸ਼੍ਰੀ ਨਿਤੀਸ਼ ਕੁਮਾਰ ਜੀ, ਜੀ ਜੀ ਜਿਨ੍ਹਾਂ ਦੀ ਬਹੁਤ ਵੱਡੀ ਪਟਨਾ ਸਾਹਿਬ ਲਈ, ਤਖਤ ਸਾਹਿਬ ਲਈ, ਰਾਜਗੀਰ ਲਈ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਉਹਨਾਂ ਦੀ ਸਰਕਾਰ ਨੇ ਜੋ ਪਿੱਛੇ ਬਿਲਡਿੰਗ ਜਿੱਥੇ ਇਸ ਵਕਤ ਦੀਵਾਨ ਹਾਲ ਬਣਿਆ ਹੈ, ਬਿਲਡਿੰਗਾਂ ਤੇ ਕਬਜ਼ੇ ਹੋ ਕੇ ਬੈਠੇ ਸਨ, ਤਖਤ ਸਾਹਿਬ ਦੀਆਂ ਬਿਲਡਿੰਗਾਂ ਸਨ, ਬਹੁਤ ਵੱਡੀ ਸਹਾਇਤਾ ਮੁੱਖ ਮੰਤਰੀ ਆ ਪੁਰਾਤਨ ਬਿਲਡਿੰਗਾਂ ਸਨ ਫੁਲਦੀਪ ਜੀ ਜਦੋਂ ਢਾਈਆਂ ਗਈਆਂ। ਜੀ ਜੀ ਸੋ ਇਹਨਾਂ ਵਿੱਚੋਂ ਨਿਕਲਣੇ ਤੁਹਾਨੂੰ ਪਤਾ ਇੰਡੀਆ ਵਿੱਚ ਜਦੋਂ ਰਹਿ ਜਾਂਦੇ ਨੇ ਬੜੀ ਮੁਸ਼ਕਿਲ ਨਾਲ ਨਿਕਲਦੇ ਨੇ ਜੀ ਜੀ ਪਰ ਕਿਉਂਕਿ ਤਖਤ ਸਾਹਿਬ ਦੀਆਂ ਚੀਜ਼ਾਂ ਸਨ ਜੀ ਜੀ
ਸੋ ਸਾਰਾ ਕੁਝ ਤਖਤ ਸਾਹਿਬ ਨੂੰ ਵਾਪਸ ਮਿਲਿਆ। ਤੇ ਅੱਜ ਦੇਖ ਲਓ ਕਿ ਕਿੰਨੀ ਫੈਸਿਲਿਟੀ ਮਹਾਰਾਜ ਨੇ ਰਹਿਮਤ ਕੀਤੀ ਕਿ ਸਿੱਖ ਸੰਗਤਾਂ ਦੀ ਝੋਲੀ ਵਿੱਚ ਪਈ ਹੈ। ਜੀ ਜੀ ਮੌਸਮ ਦੇਖ ਲਓ, ਪੋਹ ਦਾ ਮਹੀਨਾ ਹੈ, ਜੀ ਬਾਰਿਸ਼ ਵੀ ਪੈਂਦੀ ਹੈ। ਹੁਣ ਪਰਮਾਨੈਂਟ ਸਟਰਕਚਰ ਹੈ, ਅੰਦਰ ਬੈਠਣ ਲਈ ਕੋਈ ਇਸ਼ੂ ਨਹੀਂ ਹੈ। 5000 ਦੀ ਸੰਗਤ ਬੈਠ ਸਕਦੀ ਹੈ। ਤੇ ਜਦੋਂ ਹੁਣ ਗੁਰੂ ਮਹਾਰਾਜ ਦੇ ਗੁਰਪੁਰ ਦੇ ਭੋਗ ਤਖਤ ਸਾਹਿਬ 'ਚ ਪੈਣਗੇ, ਮੇਰਾ ਖਿਆਲ ਇਹਨਾਂ ਦਾ ਪਲਾਨ ਸੰਗਤ ਨੂੰ ਇੱਥੇ ਬਿਠਾਉਣ ਦਾ ਵੀ ਹੋਵੇਗਾ ਕਿ ਸੰਗਤ ਸਕਰੀਨ ਰਾਹੀਂ ਇੱਥੇ ਵੀ ਹਾਜ਼ਰੀ ਭਰ ਸਕੇ, ਕਿਉਂਕਿ ਸਾਰੇ ਤਾਂ ਤਖਤ ਸਾਹਿਬ ਦੇ ਅੰਦਰ ਨਹੀਂ ਬੈਠ ਸਕਦੇ। ਜੀ ਜੀ ਸੋ ਆਪ ਜੀ ਦੇਖ ਸਕਦੇ ਹੋ ਕਿ ਦੇਖੋ ਡੋਮ ਦੀ ਆਪਾਂ ਗੱਲ ਕਰਦੇ ਯਾਰ, ਡੋਮ ਦੀ ਅੰਦਰਲੀ ਫਿਨਿਸ਼ਿੰਗ 6 ਮੰਥਸ ਤੋਂ ਬਾਅਦ ਹੋਣੀ ਹੈ, ਕਿਉਂਕਿ ਇਹਨੂੰ ਸੁੱਕਣ ਨੂੰ, ਜੀ ਜੀ ਕਿਉਂਕਿ ਜੋ ਇੱਥੇ ਪਿਆ ਹੈ ਸਾਰਾ ਸਲੈਬ ਪਈ ਹੈ, ਜੀ। ਉਹਨੂੰ ਡਰਾਈ ਹੋਣ ਨੂੰ 6 ਮੰਥਸ ਕਹਿੰਦੇ ਚਾਹੀਦੇ ਨੇ। ਜੀ ਜੀ ਫਿਰ ਇਹਦੀ ਅੰਦਰਲੀ ਜੋ ਹੈ ਮੀਨਾਕਾਰੀ ਦੀ ਜੋ ਪੇਂਟਿੰਗ, ਜੋ ਰੰਗ ਨੇ, ਜੀ ਫਿਰ ਉਹਦਾ ਰੰਗ ਬਣਦਾ। ਤੇ ਆ ਸਟੇਜ ਦੇਖ ਲਓ, ਅੱਗੇ ਟੈਂਪਰੇਰੀ ਸਟੇਜ ਲੱਗਦੀ ਸੀ ਜੀ ਜੀ ਪੱਟਿਆਂ ਦੀ, ਉਹ ਕਈ ਵਾਰੀ ਕਰੈਕ ਵੀ ਹੋ ਜਾਂਦੀ ਕਿਉਂਕਿ ਕਈ ਵਾਰੀ ਸੰਗਤ ਜ਼ਿਆਦਾ ਚੜ ਜਾਂਦੀ ਸੀ ਸਟੇਜ ਤੇ। ਜੀ ਜੀ ਹੁਣ ਹਰ ਚੀਜ਼ ਜੋ ਹੈ ਮਾਲਕ ਦੀ ਕਿਰਪਾ ਦਾ ਸਦਕਾ, ਮਾਲਕ ਦੀ ਰਹਿਮਤ ਦਾ ਸਦਕਾ, ਆਪਾਂ ਫਦੀਪ ਜੀ ਬਾਰ-ਬਾਰ ਇਹੀ ਬੇਨਤੀ ਕਰਦੇ ਕਿ ਆਪਾਂ ਥੋੜਾ ਜਿਹਾ ਇਸ ਨੂੰ ਠੰਡੇ ਦਿਮਾਗ ਨਾਲ ਸੋਚੀਏ ਕਿ ਜਿੱਥੇ ਇੰਡੀਆ ਵੀ ਲੋਕਡਾਊਨ 'ਚ ਚਲੇ ਗਿਆ ਸੀ, ਇਹ ਸੇਵਾ ਕਿੱਦਾਂ ਹੋ ਗਈ, ਜੀ ਕਿੱਥੋਂ ਸੇਵਾਦਾਰ ਆਏ, ਕਿੱਦਾਂ ਸਮਾਨ ਸਾਰਾ ਮਿਲਦਾ ਰਿਹਾ, ਕਿਉਂਕਿ ਏਡੀ ਬਿਲਡਿੰਗ ਖੜੀ ਕਰਨ ਨੂੰ ਵੀ ਤੁਹਾਨੂੰ ਰॉ ਮਟੀਰੀਅਲ ਚਾਹੀਦਾ ਜੀ। ਜੀ ਜੀ ਤੇ ਕਿੱਦਾਂ ਮਹਾਰਾਜ ਨੇ ਆਪਣੇ ਉਸ ਪਾਵਨ ਪਵਿੱਤਰ ਗੁਰਪੁਰ ਤੋਂ ਪਹਿਲਾਂ ਇਹ ਕਾਰਜ ਆਪ ਕਰਾ ਲਿਆ। ਜੀ ਇਹ ਬਹੁਤ ਮਾਲਕ ਦੀ ਰਹਿਮਤ ਹੈ, ਕਿਉਂਕਿ ਉੱਚੇ ਭਾਗ ਸਮੂਹ ਸਿੱਖ ਜਗਤ ਦੇ, ਆਪਾਂ ਗੱਲ ਕਰਦੇ ਸੀ ਕਿ ਅੱਜ ਜਿੱਥੇ ਆਪਣਾ ਦਿਲ ਸਾਡੇ ਵੱਡੇ ਵਡੇਰਿਆਂ ਨੂੰ, ਸਿਆਣੇ ਮਾਂ-ਬਾਪਾਂ ਨੂੰ ਕਿਸਾਨ ਮੋਰਚੇ ਦੇਖ ਕੇ ਦਿਲ ਰੋਂਦਾ ਹੈ, ਜੀ ਜੀ ਤੇ ਹਰ ਇੱਕ ਦੇ ਮਨ ਵਿੱਚ ਭਾਵਨਾ ਉੱਠਦੀ ਕਿ ਅਸੀਂ ਵੀ ਕੁਛ ਹਿੱਸਾ ਪਾਈਏ, ਕੁਛ ਸੇਵਾ ਕਰੀਏ। ਜੀ ਜੀ ਜਦੋਂ ਆਪਾਂ ਇਹਨਾਂ ਪਾਵਨ ਪੁੱਤਰ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੇ ਹਾਂ, ਜਦੋਂ ਮਹਾਰਾਜ ਸਾਨੂੰ ਸਮਾਂ ਬਖਸ਼ਦੇ ਨੇ, ਮਨ ਨੂੰ ਸੇਧ ਬਖਸ਼ਦੇ ਨੇ ਕਿ ਅਸੀਂ ਵੀ ਤਿਲ ਫੁੱਲ ਪਾ ਕੇ ਜੀ ਆਪਣੀ ਕਿਰਤ ਕਮਾਈ ਸਫਲ ਕਰ ਲਈਏ, ਤੇ ਜਦੋਂ ਅੱਜ ਆਪਾਂ ਦੇਖਦੇ ਹਾਂ ਕਿ ਦੇਖੋ ਕੀ ਮਹਾਰਾਜ ਨੇ ਰਹਿਮਤ ਕੀਤੀ, ਕੀ ਬਖਸ਼ਿਸ਼ ਕੀਤੀ, ਕਿੱਡਾ ਸੁੰਦਰ ਇਹ ਦੀਵਾਨ ਹਾਲ ਮਹਾਰਾਜ ਨੇ ਸਿੱਖ ਸੰਗਤਾਂ ਦੇ ਲਈ, ਸਿੱਖ ਸੰਗਤਾਂ ਦੀ ਸਹੂਲਤ ਲਈ, ਕਿ ਜੋ ਵੀ ਇਸ ਦਰ ਤੇ ਆਏਗਾ ਜੀ ਜੀ ਉਸ ਨੂੰ ਮਹਾਰਾਜ ਦੇ ਕੀਰਤਨ ਸਰਵਣ ਕਰਨ ਲਈ, ਜੀ ਜੀ ਬੈਠਣ ਲਈ ਸੁੰਦਰ ਸਥਾਨ ਮਹਾਰਾਜ ਨੇ ਝੋਲੀ ਵਿੱਚ ਪਾਏ ਹਨ। ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਨ ਆਪਣੇ ਸਾਰਿਆਂ ਤੇ, ਜੀ ਜੀ ਜਿਸ ਸਮੇਂ 'ਚੋਂ ਸਮੁੱਚਾ ਸੰਸਾਰ ਗੁਜ਼ਰ ਰਿਹਾ ਹੈ, ਜਿਸ ਔਖੀ ਘੜੀ ਦੇ ਵਿੱਚ ਆਪਾਂ ਸਾਰਾ ਸੰਸਾਰ ਇਸ ਅੱਗ ਦੇ ਲਪੇਟ ਵਿੱਚ ਆਇਆ ਹੋਇਆ ਹੈ। ਸੱਚੇ ਪਾਤਸ਼ਾਹ ਆਪ ਜੀ ਮਿਹਰ ਕਰਨੀ, ਆਪ ਜੀ ਰਹਿਮਤ ਕਰਨੀ, ਸਾਰਿਆਂ ਨੂੰ ਦੇ ਰੋਗਤਾ ਬਖਸ਼ਣੀ, ਅਤੇ ਇਸ ਮਹਾਮਾਰੀ ਦਾ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੰਤ ਕਰਕੇ ਉਸੇ ਤਰ੍ਹਾਂ ਸਿੱਖ ਸੰਗਤਾਂ ਨਕਮਸਤਕ ਹੁੰਦੀਆਂ ਰਹਿਣ, ਜੀ ਜੀ ਸਿੱਖ ਸੰਗਤਾਂ ਹਾਜ਼ਰੀਆਂ ਲਾਉਂਦੀਆਂ ਰਹਿਣ, ਸਿੱਖ ਸੰਗਤਾਂ ਲਾਹੇ ਲੈਂਦੀਆਂ ਰਹਿਣ, ਸੰਗਤ ਪੰਗਤ ਵਿੱਚ ਆ ਕੇ ਗੁਰੂ ਮਹਾਰਾਜ ਦੀ ਖੁਸ਼ੀ ਆਪਣੀ ਝੋਲੀ ਵਿੱਚ ਪਾਉਣ। ਮਹਾਰਾਜ ਇਹ ਸੁਭਾਗ ਸਮਾਂ ਸਾਡੀ ਝੋਲੀ ਵਿੱਚ ਫੇਰ ਪਹੁੰਚੇ। ਸੋ ਸਾਧ ਸੰਗਤ ਜੀਓ, ਇਹ ਭਾਗਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਨੇ, ਕਿਉਂਕਿ ਸ਼ਾਇਦ ਕਈ ਐਸੇ ਵੀ ਸੇਵਾਦਾਰ ਹੋਣਗੇ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦੇ ਹੋਏ ਇਹਨਾਂ ਸੇਵਾਵਾਂ ਵਿੱਚ ਆਪਣਾ ਦਸਵੰਧ ਪਾਇਆ ਹੋਵੇਗਾ, ਲੇਕਿਨ ਸ਼ਾਇਦ ਅੱਜ ਸਾਡੇ ਵਿੱਚ ਨਹੀਂ ਰਹੇ ਹੋਣਗੇ, ਕਿਉਂਕਿ ਜਦੋਂ ਕਈ ਵਾਰੀ ਆਪਾਂ ਖਬਰਾਂ ਸੁਣਦੇ ਹਾਂ ਕਿ ਕੋਵਿਡ ਦੇ ਨਾਲ ਬਹੁਤ ਸਾਰੇ ਸ਼ਾਇਦ ਸਾਡੇ ਸਾਕ ਸੰਬੰਧੀ ਦੋਸਤ ਮਿੱਤਰ ਰਿਸ਼ਤੇਦਾਰ ਵੀ ਕਈ ਚੜ੍ਹਾਈ ਕਰ ਗਏ ਨੇ, ਸੋ ਉਹਨਾਂ ਨੇ ਵੀ ਕਈਆਂ ਨੇ ਆਪਣਾ ਦਸਵੰਧ ਪਾਇਆ ਹੋਵੇਗਾ। ਲੇਕਿਨ ਸਤਿਗੁਰੂ ਜੀ ਬਾਣੀ ਵਿੱਚ ਆਖਦੇ ਨੇ ਕਿ ਇੱਕ ਢਿੱਲ ਨਹੀਂ ਭੰਨੇ ਘਾਲੇ। ਸੋ ਸਤਿਗੁਰੂ ਜੀ ਜਿਸ ਨੇ ਵੀ ਸੇਵਾ ਕੀਤੀ ਹੈ ਉਹਦੀ ਸੇਵਾ ਕਬੂਲ ਕਰਦਾ ਹੈ। ਸੋ ਜਿੱਥੇ ਆਪਾਂ ਹਰ ਇੱਕ ਵਾਸਤੇ, ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੇ ਹਾਂ, ਜਿਹੜੇ ਜੀਵ ਇਸ ਸੰਸਾਰ ਤੋਂ ਵਿਛੜ ਗਏ ਨੇ, ਚਾਹੇ ਕਿਸਾਨ ਮੋਰਚੇ ਦੇ ਵਿੱਚ ਵਿਛੜ ਗਏ ਨੇ, ਚਾਹੇ ਇਸ ਮਹਾਮਾਰੀ ਦੇ ਸ਼ਿਕਾਰ ਬਣ ਕੇ ਉਹ ਇਸ ਸੰਸਾਰ ਤੋਂ ਚਲੇ ਗਏ ਨੇ, ਲੇਕਿਨ ਆਪਾਂ ਹਰ ਇੱਕ ਵਾਸਤੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ,
ਔਰ ਜਦੋਂ ਸਾਧੂ ਮਹਾਤਮਾ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਤੇ ਮਹਾਂਪੁਰਸ਼ਾਂ ਨੂੰ ਹਰ ਇੱਕ ਮਹਾਂਪੁਰਸ਼ਾਂ ਨੂੰ ਅਲੱਗ-ਅਲੱਗ ਸੇਵਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੁੰਦੀ ਹੈ। ਕਿਸੇ ਨੂੰ ਵਿਦਿਆ ਦੇ ਖੇਤਰ ਦੇ ਵਿੱਚ, ਕਿਸੇ ਨੂੰ ਕਾਰ ਸੇਵਾ ਦੀ, ਕਿਸੇ ਨੂੰ ਧਰਮ ਪ੍ਰਚਾਰ ਦੀ। ਸੋ ਵੱਖ-ਵੱਖ ਸੇਵਾਵਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਆਹ ਜਿਹੜੀ ਸੇਵਾ ਸੀ ਇਹ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਮੁੱਖ ਸੇਵਕ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਉਹਨਾਂ ਦੇ ਹਿੱਸੇ ਆਈ। ਸੋ ਸਤਿਗੁਰੂ ਜੀ ਆਪਣੇ ਸੇਵਕਾਂ ਪਾਸੋਂ ਸੇਵਾ ਲੈਂਦੇ ਨੇ, ਕਿਉਂਕਿ ਅਰਦਾਸ ਕਰਕੇ ਹਮੇਸ਼ਾ ਇਹੋ ਜਿਹੀਆਂ ਸੇਵਾਵਾਂ ਆਰੰਭ ਕਰਦੇ ਨੇ ਔਰ ਉਹ ਕੀਤੀ ਹੋਈ ਅਰਦਾਸ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਸੇਵਕਾਂ ਪਾਸੋਂ ਆਪ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹੋ ਜਿਹੀਆਂ ਸੇਵਾਵਾਂ ਕਰਵਾ ਲੈਂਦੇ ਨੇ। ਤੇ ਇਸ ਦੇ ਨਾਲ ਜਿੱਥੇ ਮਹਾਂਪੁਰਸ਼ਾਂ ਦਾ ਜ਼ਿਕਰ ਕਰਦੇ ਹਾਂ ਤੇ ਉੱਥੇ ਅਸੀਂ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ। ਖਾਸ ਕਰਕੇ ਸੰਤ ਬਾਬਾ ਸੰਤ ਪ੍ਰਤਾਪ ਸਿੰਘ ਜੀ ਜੋ ਕਿ ਰਾਣਾ ਸਾਹਿਬ ਸੰਪਰਦਾਇ ਦੇ ਨਾਲ ਸੰਬੰਧਿਤ ਸਨ, ਜੋ ਕਿ ਇਲਫਟ ਦੇ ਵਿੱਚ ਜੋ ਕਿ ਅਸਥਾਨ ਹੈ ਉੱਥੇ ਦੀ ਸੇਵਾ ਸੰਭਾਲ ਕਰਿਆ ਕਰਦੇ ਸਨ। ਸੋ ਉਹ ਵੀ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸੋ ਉਹਨਾਂ ਨੂੰ ਵੀ ਅਸੀਂ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਹਰ ਇੱਕ ਮਹਾਂਪੁਰਸ਼ਾਂ ਨੂੰ ਆਪੋ ਆਪਣੀਆਂ ਡਿਊਟੀਆਂ ਲਾਈਆਂ ਹੁੰਦੀਆਂ ਨੇ। ਇਹ ਜਿਹੜੀ ਸੇਵਾ ਸਤਿਗੁਰੂ ਜੀ ਆਪਣੇ ਤਖਤਾਂ ਦੀ ਸੇਵਾ ਲੈ ਰਹੇ ਨੇ, ਇਹ ਭਾਈ ਸਾਹਿਬ ਜੀ ਦੇ ਹਿੱਸੇ ਆਉਣੀ ਸੀ ਆਪ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ, ਕਿਉਂਕਿ ਜੋ ਭਾਈ ਸਾਹਿਬ ਜੀ ਉਹਨਾਂ ਦਾ ਇੱਕ ਵਿਜ਼ਨ ਹੈ, ਬੜਾ ਦੂਰ ਦਾ ਇੱਕ ਵਿਜ਼ਨ ਹੋਇਆ ਕਰਦਾ ਹੈ। ਕਿਉਂਕਿ ਜਿਨ੍ਹਾਂ ਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਕੋਈ ਸੁਭਾਗ ਸਮਾਂ ਮਿਲਦਾ ਹੈ, ਕੋਈ ਸਮਾਂ ਮਿਲਦਾ ਹੈ, ਤੇ ਉਹ ਆਪ ਜੀ ਨੂੰ ਜ਼ਰੂਰ ਦੱਸ ਪਾਏਗਾ ਕਿ ਉਹਨਾਂ ਦੀ ਜਿਹੜੀ ਦੂਰ ਅੰਦੇਸ਼ੀ ਦੀ ਸੋਚ ਹੈ ਕਿ ਉਹ ਕਿੱਥੇ ਤੱਕ ਕੀ ਦੇਖਣਾ ਚਾਹੁੰਦੇ ਨੇ, ਅੱਗੇ ਫਿਊਚਰ ਜਨਰੇਸ਼ਨਸ ਵਾਸਤੇ ਸਾਨੂੰ ਕਿਹੋ ਜਿਹੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ, ਉਹ ਹਰ ਇੱਕ ਨੂੰ ਮਹਿਸੂਸ ਹੁੰਦਾ ਹੈ ਉਹਨਾਂ ਦੇ ਕੋਲ ਬੈਠ ਕੇ, ਉਹਨਾਂ ਦੇ ਬਚਨ ਸਰਵਣ ਕਰਕੇ। ਸੋ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਅਗਲੇ ਹਫ਼ਤੇ ਮਨਾ ਰਹੇ ਹਾਂ 18, 19, 20 ਤਰੀਕ ਨੂੰ, ਜਿੱਥੇ ਮੇਰੇ ਵਾਜਾਂ ਵਾਲੇ ਸਤਿਗੁਰੂ ਜੀ ਨੇ ਆਪਣਾ ਸਾਰਾ ਹੀ ਸਰਬੰਸ ਆਪਣੇ ਖਾਲਸੇ ਵਾਸਤੇ ਵਾਰ ਦਿੱਤਾ ਹੋਵੇ, ਆਪਾਂ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ। ਇਹ ਜਿਸ ਮਹਾਮਾਰੀ ਦੀ ਲਪੇਟ ਵਿੱਚ ਸਮੁੱਚਾ ਸੰਸਾਰ ਇਸ ਵੇਲੇ ਤੜਫੜਿਆ ਹੈ, ਖਾਸ ਕਰਕੇ ਇੰਗਲੈਂਡ ਦੇ ਵਿੱਚ, ਕਿਉਂਕਿ ਹਰ ਰੋਜ਼ ਆਪਾਂ ਮੌਤਾਂ ਦੀ ਗਿਣਤੀ ਸੁਣਦੇ ਹਾਂ ਕਿ ਕਿੰਨੀਆਂ ਮੌਤਾਂ ਹੋ ਗਈਆਂ ਨੇ, ਕਿੰਨੇ ਇਨਫੈਕਟਡ ਹੋ ਗਏ ਨੇ। ਸਤਿਗੁਰੂ ਜੀ ਕਿਰਪਾ ਕਰਨ, ਹੁਣ ਬਖਸ਼ਿਸ਼ਾਂ ਕਰਨ। ਜਿਸ ਤਰ੍ਹਾਂ ਮਹਾਂਪੁਰਸ਼ ਵੀ ਆਪਾਂ ਨੂੰ ਨਵੇਂ ਸਾਲ ਵਾਲੇ ਦਿਨ ਜਦੋਂ ਆਪਾਂ ਨੂੰ ਬਚਨ ਸਰਵਣ ਕਰਵਾ ਰਹੇ ਸਨ ਕਿ ਉਸੇ ਤਰ੍ਹਾਂ ਮੁੜ ਕੇ ਗਹਿਮਾ ਗਹਿਮ ਹੋ ਜਾਵੇ, ਤਾਂ ਕਿ ਜਿੱਦਾਂ ਦੀਆਂ ਅਸੀਂ ਅੱਗੇ ਗੁਰਦੁਆਰੇ ਜਾ ਕੇ ਨਤਮਸਤਕ ਹੋਇਆ ਕਰਦੇ ਸਾਂ, ਸਮਾਗਮਾਂ ਵਿੱਚ ਹਾਜ਼ਰੀਆਂ ਭਰਦੇ ਸਾਂ, ਉਸੇ ਤਰ੍ਹਾਂ ਸਤਿਗੁਰੂ ਜੀ ਫੇਰ ਮੁੜ ਕੇ ਇਹੋ ਜਿਹਾ ਸਮਾਂ ਬਖਸ਼ਿਸ਼ ਕਰਨ, ਅਸੀਂ ਫੇਰ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਨਾਲ, ਖੇੜਿਆਂ ਦੇ ਵਿੱਚ ਅਸੀਂ ਆਪਣਾ ਜਿਹੜਾ ਜੀਵਨ ਹੈ ਸਫਲਾ ਕਰ ਸਕੀਏ। ਸੋ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਆਪਣਾ ਦਸਵੰਧ ਇਸ ਕਾਰ ਸੇਵਾ ਦੇ ਵਿੱਚ ਪਾਇਆ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਸੇਵਾ ਜਿੱਥੇ ਭਾਵੇਂ ਇਸ ਵੇਲੇ ਕਿਸਾਨਾਂ ਦਾ ਮੋਰਚਾ ਵੀ ਲੱਗਾ ਹੋਇਆ ਹੈ, ਜਿੱਥੇ ਉੱਥੇ ਵੀ ਸੇਵਾਵਾਂ ਚੱਲ ਰਹੀਆਂ ਨੇ, ਸੰਗਤਾਂ ਸੇਵਾ ਦਿੰਦੀਆਂ ਨੇ, ਉੱਥੇ ਨਾਲ ਪਟਨਾ ਸਾਹਿਬ ਵਾਸਤੇ ਵੀ ਸੇਵਾ ਸੰਗਤਾਂ ਦਿੰਦੀਆਂ ਨੇ, ਕਿਉਂਕਿ ਲਾਈਨਾਂ ਇਸੇ ਤਰ੍ਹਾਂ ਖੁੱਲੀਆਂ ਰਹਿਣਗੀਆਂ। ਜਿਹੜੀਆਂ ਸੰਗਤਾਂ ਭਾਵੇਂ ਪਟਨਾ ਸਾਹਿਬ ਦੇ ਵਿੱਚ ਪਾਉਣਾ ਚਾਹੁੰਦੀਆਂ ਨੇ, ਚਾਹੇ ਕਿਸਾਨਾਂ ਦੇ ਮੋਰਚੇ ਦੇ ਵਿੱਚ ਜੋ ਲੰਗਰਾਂ ਦੀ ਸੇਵਾ ਹੋ ਰਹੀ ਹੈ, ਟੈਂਟਾਂ ਦੀ ਸੇਵਾ, ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ, ਜਿੱਥੇ ਵੀ ਆਪ ਜੀ ਦਾ ਦਿਲ ਕਰਦਾ ਹੈ, ਸਾਡਾ ਫਰਜ਼ ਬਣਦਾ ਸੀ ਕਿ ਜਿਹੜਾ ਖਾਸ ਕਰਕੇ ਅੱਜ ਦਾ ਇਹ ਪ੍ਰੋਗਰਾਮ ਹੈ, ਅਸੀਂ ਆਪਣੀਆਂ ਸੰਗਤਾਂ, ਕਿਉਂਕਿ ਅਸੀਂ ਹਰ ਹਫ਼ਤੇ ਜਿਹੜੇ ਵੀ ਇੱਥੇ ਬੈਠ ਕੇ ਆਪ ਜੀ ਨੂੰ ਇਹ ਅਪਡੇਟ ਦਿਆ ਕਰਦੇ ਸਨ, ਚਾਹੇ ਦਾਸ ਹੋਵੇ ਭਾਈ ਖੁਸ਼ਦੇਵ ਸਿੰਘ ਜੀ, ਬੀਬੀ ਸੁਖਜਿੰਦਰ ਕੌਰ ਜੀ, ਭਾਈ ਜਸਮੇਤ ਸਿੰਘ ਜੀ ਹੋਠੀ ਜੀ, ਸਾਡਾ ਫੇਰ ਇਹ ਫਰਜ਼ ਬਣਦਾ ਸੀ ਕਿ ਇੱਕ ਹਫ਼ਤਾ ਪਹਿਲਾਂ ਗੁਰਪੁਰਬ ਤੋਂ ਅਸੀਂ ਆਪ ਜੀ ਦੇ ਨਾਲ ਉੱਥੋਂ ਦੀ ਫੁਟੇਜ ਕਿ ਕਿਸ ਤਰ੍ਹਾਂ ਉਹ ਦੀਵਾਰ ਹਾਲ ਜੋ ਹੈ, ਕਿਸ ਤਰ੍ਹਾਂ ਉਹ ਤਿਆਰ ਹੋ ਚੁੱਕਾ ਹੈ, ਉਹ ਸਾਡਾ ਫਰਜ਼ ਸੀ ਕਿ ਅਸੀਂ ਆਪ ਜੀ ਨੂੰ ਦਿਖਾ ਸਕੀਏ। ਸੋ ਮੈਂ ਨਾਲ ਧੰਨਵਾਦੀ ਹਾਂ ਬੀਬੀ ਗੁਰਚਰਨ ਕੌਰ ਜੀ ਹੋਣਾ ਦੇ ਅਤੇ ਗੁਪਤ ਪਰਿਵਾਰ ਦੇ ਬੀਬੀ ਗੁਰਚਰਨ ਕੌਰ ਜੀ ਹੋਣਾ ਨੇ 100 ਪਾਉਂਡ ਪਟਨਾ ਸਾਹਿਬ ਜੀ ਦੀ ਸੇਵਾ ਵਾਸਤੇ ਭੇਜਿਆ ਹੈ ਤੇ ਨਾਲ ਗੁਪਤ ਸੇਵਾ 700 ਪਾਉਂਡ। ਸੋ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ, ਆਪ ਜੀ ਦੀਆਂ ਮਨੋਕਾਮਨਾ ਪੂਰਨ ਕਰਨ, ਦੇਹ ਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨ। ਜਿਹੜੇ ਵੀ ਸੇਵਕ ਆਪਣੀਆਂ ਸੇਵਾਵਾਂ ਭੇਜ ਰਹੇ ਨੇ, ਚਾਹੇ ਮੋਰਚੇ ਵਾਸਤੇ ਹੋਵੇ, ਚਾਹੇ ਇਹ
ਸੇਵਾ ਪਟਨਾ ਸਾਹਿਬ ਜੀ ਦੀ ਸੇਵਾ ਵਾਸਤੇ ਹੋਵੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਵੀ ਲਾਈਨਾਂ ਆਪ ਜੀ ਵਾਸਤੇ ਖੁੱਲੀਆਂ ਹੋਈਆਂ ਨੇ 012136911380। ਜਿੱਥੇ ਵੀ ਆਪ ਜੀ ਦਾ ਦਿਲ ਕਰੇ ਸੇਵਾ ਪਾਉਣ ਦਾ ਜ਼ਰੂਰ ਪਾਉਣੀ, ਕਿਉਂਕਿ ਇਹ ਸਮਾਂ ਹੀ ਐਸਾ ਇਸ ਵੇਲੇ ਚੱਲ ਰਿਹਾ ਹੈ। ਭਾਵੇਂ ਆਪਾਂ ਨਵੇਂ ਸਾਲ ਦੇ ਵਿੱਚ ਅਰਦਾਸ ਕੀਤੀ ਹੈ, ਨਵਾਂ ਸਾਲ ਚੜ੍ਹਿਆ ਹੈ, 2021 ਸਾਲ ਚੜ੍ਹਿਆ ਹੈ, ਲੇਕਿਨ ਹਜੇ ਵੀ ਆਪਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਕਿਨ ਆਪਾਂ ਉਸ ਵਾਜਾ ਵਾਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ, ਕਿਉਂਕਿ ਜਿੱਥੇ ਆਪਾਂ ਆਪਣੇ ਜਨਮ ਦਿਨ ਹਮੇਸ਼ਾ ਮਨਾਉਂਦੇ ਹਾਂ, ਉੱਥੇ ਮੇਰੇ ਵਾਜਾ ਵਾਲੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ। ਉਹਦੇ ਚਰਨਾਂ ਵਿੱਚ ਅਰਦਾਸ ਕਰਕੇ ਜਦੋਂ ਆਪਣੀਆਂ ਸੇਵਕਾਂ ਦੀਆਂ ਅਰਦਾਸਾਂ ਸੁਣੇਗਾ, ਕਬੂਲ ਕਰੇਗਾ, ਉਹ ਜ਼ਰੂਰ ਆਪਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਬਖਸ਼ਿਸ਼ ਕਰਨਗੇ। ਅਤੇ ਨਾਲ ਨਾਲ ਜੋ ਸਾਡੇ ਕਿਸਾਨੀ ਮੋਰਚੇ ਚੱਲ ਰਹੇ ਨੇ, ਉਸ ਦੀ ਵੀ ਸਤਿਗੁਰੂ ਜੀ ਫਤਿਹ ਬਖਸ਼ਿਸ਼ ਕਰਨ। ਸੋ ਭਾਈ ਖੁਸ਼ਦੇਵ ਸਿੰਘ ਜੀ, ਬੜੀ ਮਨ ਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਆਪਾਂ ਜਦੋਂ ਤੇ ਇਹ ਕਾਰ ਸੇਵਾ ਆਰੰਭ ਹੋਈ ਸੀ, ਆਪਾਂ ਬੈਠ ਕੇ ਇੱਥੇ ਨਕਸ਼ੇ ਦੇਖਦੇ ਆ ਰਹੇ ਹਾਂ। ਇੱਕ ਸਮੇਂ ਦਾ ਇੱਕ ਨਕਸ਼ਾ ਹੋਇਆ ਕਰਦਾ ਸੀ, ਫਿਰ ਉਸ ਤੋਂ ਬਾਅਦ ਇੱਕ ਮਾਡਲ ਤਿਆਰ ਬਣ ਕੇ ਆਇਆ, ਤੇ ਹੁਣ ਜਦੋਂ ਆਪਾਂ ਆਪਣੀਆਂ ਅੱਖਾਂ ਦੇ ਨਾਲ ਇਹ ਸਭ ਵੇਖਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਸੰਗਤਾਂ ਨੇ ਵੀ ਆਪਣਾ ਸਹਿਯੋਗ, ਆਪਣਾ ਤਿਲ ਫੁੱਲ ਪਾ ਕੇ ਇਸ ਦੀਵਾਨ ਹਾਲ ਦੇ ਵਿੱਚ ਹਰ ਇੱਕ ਵਧਾਈ ਦਾ ਪਾਤਰ ਹੈ। ਜਿਨ੍ਹਾਂ ਨੇ ਵੀ ਆਪਣੀ ਸੇਵਾ ਇਸ ਕਾਰ ਸੇਵਾ ਵਿੱਚ ਪਾਈ ਹੈ, ਆਉਣ ਵਾਲੇ ਸਮੇਂ ਵਿੱਚ ਇਸ ਦੀ ਹਮੇਸ਼ਾ ਸ਼ਲਾਘਾ ਹੋਵੇਗੀ। ਕਿਉਂਕਿ ਜਦੋਂ ਆਪਾਂ ਵੀ ਕਿਤੇ ਜਥੇਦਾਰ ਸਾਹਿਬ ਜੀ ਦੇ ਬਚਨ ਸਰਵਣ ਕਰਦੇ ਹਾਂ, ਤੇ ਉਹ ਹਮੇਸ਼ਾ ਕਹਿੰਦੇ ਨੇ ਕਿ ਇਦਾਂ ਦਾ ਦੀਵਾਨ ਹਾਲ ਵੱਡੇ ਵੱਡੇ ਬਹੁਤ ਹੋਣਗੇ, ਪਰ ਇਦਾਂ ਦਾ ਕਦੇ ਦੀਵਾਨ ਹਾਲ ਨਹੀਂ ਦੇਖਿਆ ਜਿਹੜਾ ਕਿ ਏਡੇ ਵੱਡੇ ਸਟਰਕਚਰ, ਖਾਸ ਕਰਕੇ ਜਦੋਂ ਆਪਾਂ ਡੋਮ ਦੀ ਗੱਲ ਕਰਦੇ ਹਾਂ, ਕਿ ਹਮੇਸ਼ਾ ਜਦੋਂ ਵੀ ਇਦਾਂ ਦਾ ਸਟਰਕਚਰ ਤਿਆਰ ਹੋਇਆ ਕਰਦਾ ਸੀ ਤਾਂ ਹਮੇਸ਼ਾ ਕਾਲਮ ਉੱਥੇ ਪਾਏ ਜਾਂਦੇ ਸੀ, ਬਹੁਤ ਵੱਡੇ ਵੱਡੇ। ਤਾਂ ਜਦੋਂ ਆਪਾਂ ਕਈ ਵਾਰੀ ਉੱਥੇ ਰਿਸਟ੍ਰਿਕਸ਼ਨਸ ਵੀ ਹੁੰਦੀਆਂ ਸਨ, ਖਾਸ ਕਰਕੇ ਜਦੋਂ ਕੀਰਤਨੀਆਂ ਦੇ ਦਰਸ਼ਨ ਕਰਨੇ ਹੋਣ ਜਾਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੋਣ, ਜਦੋਂ ਉੱਥੇ ਕਾਲਮ ਏਡੇ ਏਡੇ ਵੱਡੇ ਹੋਣ ਤਾਂ ਫਿਰ ਰਿਸਟ੍ਰਿਕਸ਼ਨਸ ਥੋੜੀ ਜਿਹੀ ਹੋ ਜਾਂਦੀ ਹੈ ਦੇਖਣ ਦੇ ਵਿੱਚ। ਪਰ ਇਹ ਕਾਲਮਲੈਸ ਜਿਹੜਾ ਇਹ ਬਹੁਤ ਵੱਡਾ ਇੱਕ ਸਟਰਕਚਰ ਔਰ ਡੋਮ ਤਿਆਰ ਕੀਤਾ ਗਿਆ ਹੈ, ਇਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੀ ਨੇ। ਔਰ ਮੈਂ ਚਾਹਾਂਗਾ ਖਾਸ ਕਰਕੇ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਅੱਜ ਨਵੇਂ ਸਿਰੇ ਵੀ ਜ਼ਰੂਰ ਜੁੜੀਆਂ ਹੋਣਗੀਆਂ। ਇਹ ਡੋਮ ਕਿਸ ਤਰ੍ਹਾਂ ਤਿਆਰ ਹੋਇਆ, ਕਿੰਨਾ ਕੁ ਸਮਾਂ ਲੱਗਾ ਇਸ ਡੋਮ ਨੂੰ ਤਿਆਰ ਕਰਨ ਦੇ ਵਿੱਚ, ਇਹ ਵੀ ਸਾਡੀਆਂ ਸੰਗਤਾਂ ਦੇ ਨਾਲ ਥੋੜੀ ਜਿਹੀ ਜ਼ਰੂਰ ਸਾਂਝ ਪਾਉਣੀ। ਫਿਲਿਪ ਜੀ, ਜਿਸ ਤਰ੍ਹਾਂ ਆਪਨੇ ਪਹਿਲਾਂ ਜ਼ਿਕਰ ਕੀਤਾ ਕਿ ਇਹਦਾ ਸਟਰਕਚਰ ਜਿਹੜਾ ਹੈ ਨਾ, ਸਟਰਕਚਰਲ ਇੰਜੀਨੀਅਰਸ ਦਾ ਇਹਦੇ ਵਿੱਚ ਬਹੁਤ ਵੱਡਾ ਇੱਕ ਰੋਲ ਹੈ, ਕਿਉਂਕਿ ਇਹ ਬਿਲਡਿੰਗ, ਕਿਉਂਕਿ ਜਿਹੜੀ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਇਹ ਬਿਲਡਿੰਗਸ ਉਸ ਹਿਸਾਬ ਨਾਲ ਬਣਦੀਆਂ ਹਨ, ਜਿਹੜੇ ਇਸ ਲੈਵਲ ਦੀਆਂ ਬਿਲਡਿੰਗਸ ਬਣਦੀਆਂ ਹਨ ਜੀ। ਕੋਈ ਮਤਲਬ ਇਸ ਚਲੋ ਬਣ ਜਾਣਾ ਰਹੇ ਕਿ ਜੀ ਆਰਕੀਟੈਕਟਸ ਨੇ ਇਨਵੋਲਵ, ਕਿ ਮਨਮਰਜ਼ੀ ਨਾਲ ਨਹੀਂ ਉੱਦਾਂ ਚੱਲੀ ਜਾਂਦਾ ਜੀ। ਸਟਰਕਚਰਲ ਇੰਜੀਨੀਅਰਸ ਜੋ ਹਨ, ਉਹਨਾਂ ਨੇ ਇਸ ਦੇ ਸਟਰਕਚਰ ਦੇ ਵਿੱਚ ਆਪ ਜੀ ਨੇ ਦੇਖਿਆ ਕਿ ਆਪਾਂ ਜੇ ਪੁਰਾਣੀ ਫੁਟੇਜ ਕਿਤੇ ਆਪਾਂ ਨੂੰ ਮਿਲੇ ਜੀ, ਕਿੱਡੀ ਸਟੀਲ ਦੇ ਨਾਲ ਇਹਦੇ ਕਾਲਮਸ ਬੰਨੇ ਗਏ ਨੇ, ਜਿੱਥੇ ਇਹਨੂੰ ਸਪੋਰਟ ਮਿਲੀ ਹੈ ਜੀ। ਤੇ ਜੋ ਮਤਲਬ ਇਹਦੇ ਥੱਲੇ ਪਹਿਲੀ ਗੱਲ ਤਾਂ ਬੇਸਮੈਂਟ ਦੇ ਵਿੱਚ ਕਾਰ ਪਾਰਕ ਹੈ ਜੀ। ਇਹ ਟੈਕਨੀਕਲੀ ਫਸਟ ਫਲੋਰ ਹੈ ਜੀ। ਹਾਂਜੀ, ਉੱਥੇ 70 ਗੱਡੀਆਂ ਦੀ ਕਾਰ ਪਾਰਕ ਪਹਿਲਾਂ ਐਕਸਕੇਵੇਸ਼ਨ ਜੀ। ਇਸ ਤੇ ਮੈਨੂੰ ਜਿਸ ਦਿਨ ਇਸ ਦਾ ਟੱਪ ਲੱਗਾ ਸੀ ਜੀ, ਉਸ ਦਿਨ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਬਚਨ ਕਿਹਾ ਸੀ ਜੀ। ਕਿਉਂਕਿ ਕਈ ਗੱਲਾਂ ਤੁਹਾਡੇ ਨਾ ਦਿਮਾਗ ਦੇ ਵਿੱਚੋਂ ਬੈਠ ਜਾਂਦੀਆਂ ਹਨ ਜਦੋਂ ਕੋਈ ਵੀ ਗੱਲ, ਕਿਉਂਕਿ ਕੋਈ ਪੁਆਇੰਟ ਸੀ, ਮੇਰੇ ਖਿਆਲ ਚ ਟੈਕਨੀਕਲ ਟੀਮ ਉਸ ਨੂੰ ਦਿਖਾ ਵੀ ਰਹੀ, ਆਪਾਂ ਉਸ ਸੰਗਤ ਨੂੰ ਪਹਿਲਾਂ ਸਰਵਣ ਵੀ ਕਰਾ ਦਈਏ ਜੀ 2 ਮਿੰਟ ਲਈ ਨਿਤੀਸ਼ ਕੁਮਾਰ ਦੇ ਬਚਨ। नीतीश कुमार उन्हां दी होएगी। क्या संदेश है? नहीं, ये जिस प्रकार से यहाँ हमारे इतने बड़े सेवादार बाबा मोहिंदर सिंह जी जो काम कर रहे हैं, हम लोग तो इनके प्रति जो हम लोगों के मन में आज भावना है, श्रद्धा की भावना है, कोई व्यक्ति इस प्रकार से कर नहीं सकता है कि इसके एक एक इंच तख्त हरमंदिर साहिब की जो जगह है उसके एक एक इंच का इस्तेमाल इस ढंग से हो, सदुपयोग हो। प्रतिदिन यहाँ आने वाले श्रद्धालुओं की संख्या बढ़ती जा रही है और जो बाबा मोहिंदर सिंह जी ने किया है, हम लोग सब इनके लिए कृतज्ञ हैं, इनके आभारी हैं कि हमारे इस पटना साहिब में, हमारे बिहार की भूमि पर आपने जो सेवा की है, इसको कोई नहीं कभी भूलेगा। सानू पातशाह ने सिख बनाया। सिख वो जिहड़े सिखण
ਕਿੱਥੋਂ ਸਿੱਖਣ? ਗੁਰੂ ਤੋਂ ਸਿੱਖਣ। ਸੋ ਪਾਤਸ਼ਾਹ ਦੇ ਸ਼ਬਦ, ਸਾਤ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਸੋ ਇਹ ਬਹੁਤ ਪਵਿੱਤਰ ਸਥਾਨ ਹੈ। ਇਹਦੇ ਵਾਸਤੇ ਸਿੱਖ ਜੋ ਵੀ ਜਿਹੜਾ ਵੀ ਸੇਵਾ ਕਰਦਾ ਹੈ ਉਹਨੂੰ ਰੰਗ ਚੜ ਜਾਏਗਾ, ਰੰਗ ਚੜ ਜਾਏਗਾ। ਸੇਵਾ ਨਿਸ਼ਕਾਮ ਹੋਵੇ। ਸੇਵਾ ਜਿਹੜੀ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮਹਾਰਾਜ ਨੂੰ ਇਸ ਤਰ੍ਹਾਂ ਸਾਨੂੰ ਸੇਵਾ ਕਰਨੀ ਪਾਤਸ਼ਾਹ ਸਿਖਾ ਦੇਣ, ਆਪਣੇ ਆਪ ਨੂੰ ਗਵਾ ਕੇ ਸੇਵਾ ਕਰ ਲਈਏ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਜੋ ਹੈ ਬਿਹਾਰ ਦੇ ਆਪਾਂ ਉਹ ਸਰਵਣ ਕੀਤਾ ਸਮਾਂ ਜਿਸ ਦਿਨ ਨੀਂਹ ਪੱਥਰ ਰੱਖਿਆ ਗਿਆ ਸੀ, ਜੀ ਤੇ ਮੈਂ ਆਪ ਜੀ ਨਾਲ ਗੱਲ ਸ਼ੇਅਰ ਕਰ ਰਿਹਾ ਸੀ ਕਿ ਉਹ ਕਈ ਵਾਰੀ ਬਚਨ ਕਿ ਨੀਤੀਸ਼ ਕੁਮਾਰ ਜੀ ਕਹਿ ਰਹੇ ਹਨ ਕਿ ਭਾਈ ਸਾਹਿਬ, ਭਾਈ ਮੋਹਿੰਦਰ ਸਿੰਘ ਨੇ 1-1 ਇੰਚ ਤੱਕ ਸਾਹਿਬ ਦਾ ਜੀ ਜੀ ਦੀ ਉਹਦੇ ਲਈ ਜੋ ਚੀਜ਼ ਸੇਵਾ ਲਈ ਉਹ ਪੂਰਾ ਮਾਪਿਆ। ਤੇ ਅੱਜ ਉਹ ਆਪਾਂ ਜੋ 1-1 ਇੰਚ ਦੀ ਗੱਲ ਕਰਦੇ ਆ, ਜੀ ਆਪ ਜੀ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਇਹ ਵੀ ਦੇਣ ਮਹਾਂਪੁਰਖਾਂ ਦੀ ਹੈ, ਕਿ ਮਹਾਂਪੁਰਖਾਂ ਦੀ ਸੋਚ, ਜੀ ਕਿਉਂਕਿ ਇਹ ਕਾਰਜ ਕਰਨੇ ਵੀ ਫਲਦੀਪ ਜੀ ਆਮ ਬੰਦੇ ਦਾ ਕੰਮ ਨਹੀਂ ਹੈ। ਜੀ ਜੀ ਇੱਕ ਜਿੱਥੇ ਗੁਰੂ ਮਹਾਰਾਜ ਜਿਨ੍ਹਾਂ ਤੇ ਕਿਰਪਾ, ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਰਹਿਮਤ ਹੈ, ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਜੀ ਮਹਾਰਾਜ ਆਪ ਸੇਵਾ ਲੈਂਦੇ ਨੇ, ਤੇ ਇਹ ਮਹਾਂਪੁਰਖਾਂ ਦੀ ਘਾਲਣਾ ਹੈ, ਜੀ ਜੀ ਕੋ ਕਮਾਈ ਹੈ ਕਿ ਇਹ ਸੇਵਾਵਾਂ ਮਾਲਕ ਬਖਸ਼ਦੇ ਨੇ, ਝੋਲੀ ਪਾਉਂਦੇ ਨੇ, ਤੇ ਫਿਰ ਉਹ ਸੇਵਾ ਉਸ ਨੂੰ ਡਿਲੀਵਰ ਕਰ ਸਕਦੇ ਨੇ ਜੀ ਜੀ ਉਸ ਟਾਈਮ ਸਕੇਲ ਦੇ ਵਿੱਚ। ਜੀ ਜੀ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਇਸ ਤਖਤ ਸਾਹਿਬ ਦੇ ਉੱਤੇ, ਜਿੱਥੇ ਪਿਛਲੇ ਜਦੋਂ ਤੱਕ ਸਾਹਿਬ ਦੀ ਸੇਵਾ ਨਹੀਂ ਕੋਈ ਹੋਈ ਸੀ, ਜਿੱਥੇ 10 ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਸੀ, ਅੱਜ 140 ਕਾਰ ਪਾਰਕ ਸਪੇਸਿਸ ਅੰਡਰਗਰਾਊਂਡ ਦੇ ਵਿੱਚ ਬਣ ਗਈਆਂ ਨੇ। ਜੀ ਜੀ ਫਿਰ ਬਿਊਟੀਫਿਕੇਸ਼ਨ ਆ ਪਹਿਲਾ ਸੀ ਜੀ, ਆ ਫਰੰਟ ਤੇ ਆ ਕਾਰ ਪਾਰਕ ਸੀ ਜੀ ਫਲਦੀਪ ਜੀ ਜੀ, ਜੀ ਦੈਟਸ ਆਲ। ਤੇ ਇੱਥੇ ਮਹਾਰਾਜ ਦੇ ਗੁਰਪੁਰਬ ਮਨਾਏ ਜਾਂਦੇ ਸੀ ਨੇ, ਫਰੰਟ ਸੀ, ਪਿੱਛੇ ਕੋਈ ਜਗ੍ਹਾ ਨਹੀਂ ਸੀ। ਜੀ ਜੀ ਤੇ ਆਪ ਜੀ ਸਟੇਟ ਦੇਖ ਲਓ ਕਿ ਇਹ ਤਖਤ ਹੈ ਸਾਡਾ, ਸਾਡੇ ਦਸਮ ਪਿਤਾ ਮਹਾਰਾਜ ਦਾ ਇਸ ਪਾਵਨ ਪਵਿੱਤਰ ਸਥਾਨ ਹੈ। ਜੀ ਜੀ ਪਰ ਫਿਰ ਜੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ, ਬਖਸ਼ਿਸ਼ ਕਰਨੀ ਕਿ 2013 ਵਿੱਚ ਫੇਜ਼ 1 ਦੀ ਸੇਵਾ ਮਹਾਰਾਜ ਦੇ 350 ਸਾਲਾਂ ਲਈ ਸ਼ੁਰੂ ਕੀਤੀ ਗਈ, ਤੇ ਮਹਾਰਾਜ ਦੇ 350 ਫੇਜ਼ 1 ਮਹਾਰਾਜ ਦੇ 350 ਸਾਲ ਤੱਕ ਪਹਿਲਾਂ ਕੰਪਲੀਟ ਹੋ ਗਈ ਸੀ। ਜੀ ਜੀ ਤੇ ਉਹਦੇ ਹੋਣ ਦੇ ਨਾਲ ਫੇਜ਼ ਫਰੰਟ ਤੇ ਕਿੰਨੀ ਐਲੀਵੇਸ਼ਨ ਤੱਕ ਸਾਹਿਬ ਦੇ ਅੰਦਰਲੀ ਸੇਵਾ, ਸੋਨੇ ਦੀ ਸੇਵਾ, ਸੀਲਿੰਗਾਂ ਦੀ ਸੇਵਾ, ਵਾਲਸ ਦੀ ਸੇਵਾ, ਸਾਊਂਡ ਸਿਸਟਮ ਦੀ ਸੇਵਾ, ਸਾਰਾ ਕਾਰਜ ਮਹਾਰਾਜ ਨੇ ਆਪਣਾ ਹੱਥ ਰੱਖ ਕੇ ਆਪ ਹੀ ਸੇਵਾ ਕਰਾਈ। ਜੀ ਜੀ ਫਿਰ ਆਪਾਂ ਗੱਲ ਕਰ ਰਹੇ ਸੀ ਦੀਵਾਨ ਹਾਲ ਦੀ। ਇਹ ਦੀਵਾਨ ਹਾਲ ਦੇ ਸਟਰਕਚਰ ਨੂੰ ਖੜਾ ਕਰਨ ਲਈ ਬਹੁਤ ਵੱਡਾ ਕੰਮ ਸੀ। ਜੀ ਜੀ ਤੇ ਗੁਰੂ ਮਹਾਰਾਜ ਨੇ ਜਿੱਥੇ ਇੰਡੀਆ ਵੀ ਮਾਰਚ ਵਿੱਚ ਲੋਕਡਾਊਨ ਹੋ ਗਿਆ ਸੀ ਪੂਰਾ, ਸੇਵਾਦਾਰ ਵੀ ਘਟ ਗਏ ਸੀ, ਪਰ ਮਹਾਰਾਜ ਨੇ ਰਹਿਮਤ ਕਰਕੇ ਜਿਹੜੇ ਸਿੱਖ ਬਿਹਾਰ ਵਿੱਚ ਕੰਮ ਕਰਦੇ ਸੀ ਉਹ ਤਖਤ ਸਾਹਿਬ ਆ ਕੇ ਰਹੇ, ਕਿਉਂਕਿ ਵਾਪਸ ਨਹੀਂ ਜਾ ਸਕਦੇ ਸੀ। ਜੀ ਜੀ ਉਹਨਾਂ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ। ਦੇਖੋ ਮਹਾਰਾਜ ਨੇ ਕਿਹਦੇ ਕੋਲ ਸੇਵਾ ਕਿੱਦਾਂ ਲੈਣੀ। ਜੀ 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 ਨਹੀਂ, ਉਹਨਾਂ ਨੇ ਵਿਚਾਰੇ ਨੇ ਕਦੀ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਇਸ ਤਰ੍ਹਾਂ ਆ ਕੇ ਸੇਵਾ ਕਰਾਂਗੇ। ਤੇ ਆਹ ਜੋ ਸ਼ਾਰਟ ਸਾਹਿਬ ਦੀ ਦੇਖ ਰਹੇ ਹੋ, ਜਨਵਰੀ ਲਾਸਟ ਈਅਰ 2020 ਦੇ ਵਿੱਚ ਇਹ ਸਟੇਟ ਤੇ ਸੀ ਇਹ ਦੀਵਾਨ ਹਾਲ। ਤੇ ਆਪ ਜੀ ਦੇਖ ਲਓ, ਜਿੱਥੇ ਦੇਖਦੇ ਹੋ ਸਟੀਲ ਹੀ ਸਟੀਲ ਆਪ ਜੀ ਨੂੰ ਨਜ਼ਰ ਆਉਂਦਾ ਹੈ। ਕਿੰਨਾ ਮਹਾਰਾਜ ਨੇ ਕਿਰਪਾ, ਕਿੰਨੀ ਮਹਾਰਾਜ ਦੀ ਰਹਿਮਤ, ਕਿੰਨੀ ਮਹਾਰਾਜ ਦੀ ਬਖਸ਼ਿਸ਼ ਜੀ ਜੀ ਕਿ ਆਪਾਂ ਅੱਜ ਯੂਕੇ ਵਿੱਚ ਦੇਖਦੇ ਕਿ ਸਾਨੂੰ ਰॉ ਮਟੀਰੀਅਲ ਮਿਲਦਾ ਨਹੀਂ। ਜੀ ਇਹ ਡਿਵੈਲਪਡ ਕੰਟਰੀਜ਼ ਨੇ, ਜੀ ਜੀ ਇਹਨਾਂ ਦੇ ਕੰਟਰੋਲ ਸਾਰਾ ਹੈ, ਇਹ ਸਟਰਗਲ ਕਰ ਰਹੇ ਨੇ। ਇੱਥੇ ਮਹਾਰਾਜ ਨੇ ਕਿੰਨੀਆਂ ਰਹਿਮਤਾਂ ਕੀਤੀਆਂ। ਜੀ ਜੀ ਇਹ ਕਿੱਦਾਂ ਕਾਰਜ ਹੋ ਗਿਆ। ਇੱਥੋਂ ਫਿਰ ਜਿੰਨੀ ਕੁ ਮੱਤ ਇਨਸਾਨ ਦੀ ਉਹ ਦੇ ਸੱਚੇ ਪਾਤਸ਼ਾਹ, ਇਹ ਆਪ ਦੀ ਕਿਰਪਾ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ। ਜੀ ਜੀ ਆਪ ਜੀ ਤੇ ਮੇਰਾ ਭਰਿਆ ਹੱਥ ਰਿਹਾ। ਪਹਿਲੀ ਗੱਲ ਸਾਰੇ ਸੇਵਾਦਾਰਾਂ ਦੇ ਉੱਤੇ, ਜੀ ਜੀ ਜਿਨ੍ਹਾਂ ਨੂੰ ਆਪ ਜੀ ਨੇ ਦੇ ਰੋਗਤਾ ਬਖਸ਼ੀ। ਜੀ ਜੀ ਆਪ ਜੀ ਬਲੀਵ ਨਹੀਂ ਕਰ ਪਾਓਗੇ ਕਿ 250 ਤੋਂ 225 ਸੇਵਾਦਾਰ ਲੱਗਾ ਹੁੰਦਾ ਸੀਗਾ, ਤੇ ਕੋਈ ਵੀ ਕਿਸੇ ਨੂੰ ਵੀ ਕੋਵਿਡ ਦੇ ਵਿੱਚ ਕੋਈ ਇਸ਼ੂ ਨਹੀਂ ਆਈ। ਇਹ ਜੁਲਾਈ ਦਾ ਸ਼ਾਟ ਹੈ ਲਾਸਟ ਈਅਰ ਦਾ। ਵਾਹ ਵਾਹ। ਸੋ ਆਪ ਜੀ ਦੇਖ ਲਓ ਕਿੰਨੇ ਆਹ ਦੇਖ ਲਓ ਜੀ, ਅਭੀ ਜੁਲਾਈ ਦੇ ਵਿੱਚ ਕਿੰਨਾ ਕੰਮ ਸੀ ਸਟਰਕਚਰ ਨੂੰ ਪੂਰੇ ਨੂੰ ਪਹਿਲਾਂ ਖੜਾ ਕਰਨਾ। ਜੀ ਜੀ
ਕਿਉਂਕਿ ਫਿਰ ਜਿਹੜੀ ਡੋਮ ਹੈ ਫਲਦੀਪ ਜੀ, ਡੋਮ ਫਿਰ ਟੈਕਨੀਕਲ ਹੈ, ਕਿਉਂਕਿ ਉਹਦੀ ਗੁਲਾਈ, ਉਹਦੀ ਸਾਰਾ ਉਹਦਾ ਸਟੀਲ ਸਟਰਕਚਰ ਦੇ ਨਾਲ ਉਹਦਾ ਪੂਰਾ ਉਹਦੀ ਸ਼ੇਪ ਪਹਿਲਾਂ ਅਸੈਂਬਲ ਕਰਨੀ, ਜੀ ਜੀ ਫਿਰ ਉਹਦੀ ਸਾਰੀ ਸ਼ਟਰਿੰਗ ਹੋਣੀ, ਜੀ ਤੇ ਦੇਖੋ ਕਿੰਨੀ ਉੱਚੀ ਹਾਈਟ, ਜੀ ਜੀ ਤੇ ਇਹ ਕੰਮ ਸੇਵਾਦਾਰ ਨੂੰ ਕਰਨਾ ਪੈਂਦਾ ਹੈ। ਹਾਂਜੀ, ਫਿਰ ਮਾਲਕ ਦੀ ਰਹਿਮਤ, ਮਾਲਕ ਦੀ ਕਿਰਪਾ, ਇੰਸੀਡੈਂਟ ਫ੍ਰੀ ਇਹ ਸੇਵਾ ਸਾਰੀ ਅੱਜ ਤੱਕ ਚੱਲ ਰਹੀ ਆਈ ਹੈ। ਜੀ ਜੀ ਹਾਂਜੀ, ਇਹ ਗੁਰੂ ਮਹਾਰਾਜ ਨੇ ਬਹੁਤ ਰਹਿਮਤਾਂ ਕੀਤੀਆਂ ਨੇ। ਜੀ, ਮੈਂ ਜੀ। ਤਾਂ ਕਹਿੰਦਾ ਵੀ ਗੁਰੂ ਮਹਾਰਾਜ ਨੇ ਤਰਸ ਕੀਤਾ ਹੈ ਆਪਣੇ ਸਾਰਿਆਂ ਤੇ ਪਿਛਲੇ ਸਾਲ, ਜੀ ਜੀ ਕਿ ਆਪਾਂ ਜਦੋਂ ਘਰ ਬੈਠੇ ਸੀ ਕਿ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਭ ਨੂੰ ਇਸ ਪਲੇਟਫਾਰਮ ਰਾਹੀਂ ਹੋਕਾ ਦਿੱਤਾ ਕਿ ਭਾਈ ਇਸ ਤਖਤ ਤੇ ਜੋ ਸੇਵਾ ਚੱਲ ਰਹੀ ਆਪਾਂ ਵੀ ਤਿਲ ਫੁੱਲ ਆਪਣਾ ਪਾ ਲਈਏ, ਕੋਈ ਹਿੱਸਾ ਸਾਡਾ ਵੀ ਜੀ ਕੁਝ ਲੇਖੇ ਲੱਗ ਜਾਏ। ਅਕਤੂਬਰ ਦੇ ਸ਼ਾਰਟਸ ਵੀ ਆਪ ਜੀ ਨੂੰ ਟੈਕਨੀਕਲ ਟੀਮ ਦਿਖਾ ਰਹੀ ਹੈ, ਜੀ ਜੀ ਆਪ ਜੀ ਦੇਖ ਸਕਦੇ ਕਿੰਨੀ ਸਪੀਡ ਦੇ ਨਾਲ ਜੀ ਜੀ ਇਹ ਜੋ ਸੇਵਾ ਹੈ, ਕਿਉਂਕਿ ਡੈਡਲਾਈਨ ਜਦੋਂ ਹੋਵੇ ਜੀ ਤੇ ਡੈਡਲਾਈਨ ਦੇ ਲਈ ਫਿਰ ਤੁਹਾਨੂੰ ਬਹੁਤ ਐਫਰਟ ਕਰਨਾ ਪੈਂਦਾ। ਦਿਨ ਰਾਤ ਭਾਈ ਇੰਦਰਜੀਤ ਸਿੰਘ ਜੀ ਰਾਤ ਦੇ 12-12 ਵਜੇ ਤੱਕ ਸਾਈਟ ਤੇ ਆਪ, ਜੀ ਜੀ ਹਾਂਜੀ, ਸਾਰੀ ਟੀਮ ਜਿਹੜੀ ਆ, ਸਾਰੇ ਸੇਵਾਦਾਰ ਸ਼ਿਫਟਾਂ ਦੇ ਵਿੱਚ 12 ਵਜੇ ਤੱਕ ਆਪ ਜੀ ਦੇਖ ਸਕਦੇ ਹੋ। ਤਖਤ ਸਾਹਿਬ ਦੇ ਨਾਲ ਜੋ ਇਹ ਬਿਲਡਿੰਗਾਂ ਉੱਪਰ ਖੰਡਪੜ ਸਾਹਿਬ ਦੇ ਜੋ ਕਮਰੇ, ਜੀ ਜੀ ਹਾਂਜੀ, ਪੂਰੇ 25 ਖੰਡਪੜ ਸਾਹਿਬ ਦੇ ਸੰਗਤਾਂ ਵਾਸਤੇ ਉਹ ਵੀ ਆਪਣੇ ਤਿਆਰ ਹੋ ਰਹੇ ਨੇ। ਕਿੱਦਾਂ ਸਟੀਲ ਬਣ ਕੇ, ਜਿੱਦਾਂ ਆਪ ਕੋਲਮਲੈਸ ਇਹ ਐਡਾ ਵੱਡਾ ਦੀਵਾਨ ਹਾਲ, ਜੀ ਇਹ ਸਾਰਾ ਸਟੀਲ ਸਟਰਕਚਰ ਨੇ ਚੱਕਣਾ ਜੀ। ਜੀ 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 ਹਾਂਜੀ, ਤੇ ਆਰਕੀਟੈਕਟ ਦੀ ਟੀਮ, ਟੈਕਨੀਕਲ ਸਟਰਕਚਰਲ ਇੰਜੀਨੀਅਰ ਦੀ ਟੀਮ ਦਿੱਲੀ ਤੋਂ, ਕਿੰਨੀਆਂ ਇਹਨਾਂ ਦੀਆਂ ਡਰਾਇੰਗਾਂ ਹੋਈਆਂ, ਕਿੰਨਾ ਇਹਨਾਂ ਦਾ ਆਪਸ ਵਿੱਚ ਹੀ ਮੀਟਿੰਗਾਂ ਹੋਈਆਂ ਹੋਗੀਆਂ। ਜੀ ਜੀ ਜਿਸ ਤਰ੍ਹਾਂ ਭਾਈ ਇੰਦਰਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਨੇ ਕਿ ਇੱਕ ਟੀਮ ਜੋ ਹੱਥੀਂ ਸੇਵਾ ਨਿਭਾ ਰਹੀ ਹੈ, ਜੀ ਜੀ ਇੱਕ ਟੀਮ ਜੋ ਦਿੱਲੀ ਬੈਠੀ ਹੈ ਜਿਹੜੀ ਆਰਕੀਟੈਕਟਸ ਦੀ ਸਟਰਕਚਰਲ ਇੰਜੀਨੀਅਰ ਦੀ, ਜੀ ਜੀ ਤੀਜੀ ਟੀਮ ਜੋ ਸੱਤ ਸਮੁੰਦਰੋਂ ਪਾਰ ਆਪਣੇ ਲੱਗੇ ਬੈਠੇ ਨੇ, ਜਿਨ੍ਹਾਂ ਨੂੰ ਮਾਲਕ ਸਮਾਂ ਬਖਸ਼ਦਾ ਕਿਸੇ ਆਪਣਾ ਹਿੱਸਾ ਪਾ ਦਈਏ। ਦਸੰਬਰ ਦੇ ਇਹ ਆਪਾਂ ਜੋ ਸ਼ਾਰਟਸ ਦੇਖ ਰਹੇ ਹਾਂ ਕਿ ਦਸੰਬਰ ਵਿੱਚ ਸਾਰਾ ਅੰਦਰਲੀ ਸ਼ਟਰਿੰਗ ਖੁੱਲ੍ਹ ਕੇ ਜੋ ਸਕੈਫੋਲਡਿੰਗ ਅੰਦਰ ਹੋਲਡ ਕਰ ਰਹੀ ਸੀ ਸਾਰੇ ਸਟਰਕਚਰ ਨੂੰ, ਜੀ ਉਹ ਜਦੋਂ ਲਾਈ ਗਈ ਤੇ ਆਹ ਰੂਪ ਜੋ ਹੈ ਅੰਦਰਲਾ ਜੀ ਦਸੰਬਰ ਦੇ ਵਿੱਚ ਇਹ ਸੀ ਜੀ। ਤੇ ਅੱਜ ਆਪਾਂ ਜਨਵਰੀ ਦੀ 16 ਤਰੀਕ ਦੇ ਵਿੱਚ ਆਪਾਂ ਉਹਦਾ ਮਹਾਰਾਜ ਦੇ ਗੁਰਪੁਰਬ ਜੋ 18 ਤਰੀਕ ਨੂੰ ਆਰੰਭ ਹੋ ਜਾਣੇ ਹਨ, ਜੀ ਉਹਦੀ ਤਿਆਰੀ ਦੇ ਸ਼ਾਰਟਸ ਆਪਾਂ ਸੰਗਤਾਂ ਨਾਲ ਥੋੜ੍ਹੇ ਜਿਹੇ ਸਾਂਝੇ ਵੀ ਕੀਤੇ ਨੇ ਤੇ ਹੁਣ ਵੀ ਟੈਕਨੀਕਲ ਟੀਮ ਦਿਖਾਈ ਜਾ ਰਹੀ ਹੈ ਜੀ ਜੀ ਕਿ ਇਹ ਦਸੰਬਰ ਤੋਂ ਲੈ ਕੇ ਹੁਣ ਤੱਕ 90% ਕੰਮ ਜੋ ਹੈ ਜੀ ਉਹ ਲਾਗੇ ਹੋ ਗਏ। ਤੇ ਦੇਖੋ ਕਿੱਡਾ ਵੱਡਾ ਇਹ ਕੋਰਟਯਾਰਡ ਤਖਤ ਸਾਹਿਬ ਤੇ ਦੀਵਾਨ ਹਾਲ ਵਿੱਚ ਹੋਰ ਬਣ ਗਿਆ। ਜੀ 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 ਜਿੰਨਾ ਕੁ ਮੇਰਾ ਖਿਆਲ ਅੱਗੇ ਸੀ ਫਰੰਟ ਤੇ, ਉਹਨਾਂ ਹੁਣ ਇਹ ਬੈਕ ਤੇ ਹੋ ਕੇ ਫਿਰ ਦੀਵਾਨ ਹਾਲ ਆਇਆ ਹੈ। ਜੀ ਜੀ ਕਿੰਨੀ ਜਗ੍ਹਾ ਦੇਖੋ ਤਖਤ ਸਾਹਿਬ ਨੂੰ ਮਿਲੀ ਹੈ। ਔਰ ਖਾਸ ਕਰਕੇ ਜਿਹੜੇ ਪ੍ਰਕਰਮ ਹੈ, ਕਿਉਂਕਿ ਜਿਹੜੇ ਅੰਦਰ ਨਹੀਂ ਬੈਠ ਸਕਦੇ, ਖਾਸ ਕਰਕੇ ਤਖਤ ਸਾਹਿਬ ਦੇ ਵਿੱਚ ਜਿਹੜਾ ਪ੍ਰਕਰਮਾਂ ਦੇ ਵਿੱਚ ਇਹ ਬਹਿ ਜਾਂਦਾ, ਉਹ ਵੀ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ, ਕਿਉਂਕਿ ਜਦੋਂ ਗੂੰਜ ਪੈਂਦੀ ਹੈ ਕੀਰਤਨ ਦੀ, ਉਹਦਾ ਆਨੰਦ ਕੁਝ ਹੋ ਰਹੀ ਹੈ। ਪ੍ਰਕਰਮਾ ਸਾਰੀ ਭਰੀ ਹੁੰਦੀ ਹੈ ਜੀ, ਜੀ, ਤੁਰ ਕੋ ਜੀ, ਤੁਸੀਂ ਤੁਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਕਰੀਨਸ ਲਾਉਂਦੇ ਨੇ ਵੱਡੀਆਂ, ਜੀ ਜੀ ਜਿਹੜੀ ਫਰੰਟ ਦੀ ਸਾਰਾ ਉਹ ਪੂਰਾ ਪੈਕਡ ਹੁੰਦਾ ਜੀ। ਜੀ 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 ਪਿੱਛੇ ਮਤਲਬ ਤੁਹਾਡੇ ਕੋਲੇ 2 ਘੰਟੇ ਆਪ ਜੀ ਨੂੰ ਲੱਗਦੇ ਨੇ ਨਿਕਲਣ ਨੂੰ, ਜਦੋਂ ਭੋਗ ਪੈਂਦੇ ਹਨ ਜੀ ਜੀ ਉਹ ਵੀ ਮਤਲਬ ਪੁਸ਼ ਕਰਕੇ ਆ ਦੇਖੋ ਪਿਆਓ ਵੀ ਬਣ ਗਿਆ ਹੈ ਜੀ ਜੀ ਸੰਗਤਾਂ ਦੇ ਜਲ ਛਕਣ ਵਾਸਤੇ। ਜੀ ਜੀ ਹਾਂਜੀ, ਮਤਲਬ ਹਰ ਸਹੂਲਤ ਉਸ ਤਖਤ ਸੇ ਆਪ ਤੇ ਦੇਖੋ ਕਿ ਕਿਉਂਕਿ ਇਹ ਤਖਤ ਬਿਹਾਰ ਵਿੱਚ ਸੀ ਜੀ ਜੀ ਤੇ ਸੰਗਤਾਂ ਦੀ ਆਵਾਜਾਈ ਕਾਫੀ ਘਟ ਗਈ ਸੀ ਜੀ ਜੀ ਤੇ ਇੱਕ ਨੈਗਲੈਕਟ ਥੋੜੇ ਜਿਹੇ ਰੂਪ ਵਿੱਚ ਇਹਦਾ ਕਾਰਜ ਹੋ ਗਿਆ ਸੀ। ਜੀ ਜੀ ਪਰ ਮਹਾਰਾਜ ਨੇ ਜਦੋਂ ਸਮਾਂ ਬਣਾਉਣਾ, ਜੀ ਮਹਾਰਾਜ ਦੇ 350 ਸਾਲਾਂ ਦੀ ਜੋ ਸ਼ਤਾਬਦੀ ਆਈ, ਜੀ ਉਸਨੇ ਇੱਕ ਐਸਾ ਹਲੂਣਾ ਜੀ ਸਮੁੱਚੇ ਸੰਸਾਰ ਵਿੱਚ ਕਰ ਦਿੱਤਾ ਜੀ ਕਿ ਹੁਣ ਹਰ ਕੋਈ ਜੋ ਵੀ ਜਾਂਦਾ ਹੈ ਉਹਦੀ ਭਾਵਨਾ ਹੈ ਕਿ ਮੈਂ ਜ਼ਰੂਰ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਜੀ ਅਸੀਸ ਮਹਾਰਾਜ ਦੇ ਸੀਸ ਝੁਕਾ ਕੇ, ਮਹਾਰਾਜ ਦੀ ਸੀਸ ਝੋਲੀ ਵਿੱਚ ਲੈ ਕੇ ਜੀ ਆਪਣਾ ਜਨਮ ਸਫਲਾ ਕਰਾਂ। ਸੋ ਉੱਚੀਆਂ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਸਾਰਿਆਂ ਤੇ ਆਪਣਾ ਮੇਰਾ ਭਰਿਆ ਹੱਥ ਰੱਖਣ। ਆਪਾਂ ਦੇਣ ਵਾਲੇ ਕੋਈ ਨਹੀਂ ਫਲਦੀਪ ਜੀ, ਜੀ ਜੀ ਆਪਾਂ ਕੌਣ? ਜੀ ਜੀ ਸਾਰੀ ਦੇਣ ਮਾਲਕ ਦੀ ਹੈ। ਜੀ ਸੋ ਮਾਲਕ ਕਿਰਪਾ ਕਰਨ, ਆਪਣੇ ਸਾਰਿਆਂ ਤੇ ਰਹਿਮਤ ਕਰਨ। ਮੇਰੇ ਖਿਆਲ ਆਪਾਂ ਥੋੜ੍ਹੇ ਜਿਹੇ ਭਾਈ ਇੰਦਰਜੀਤ ਸਿੰਘ ਜੀ ਦੇ ਵੀ ਅੱਜ ਉੱਥੋਂ ਆਪਾਂ ਨੂੰ ਅਪਡੇਟ ਆਈ ਹੈ। ਜੀ ਜੀ ਮੇਰੇ ਖਿਆਲ ਆਪਾਂ ਸੰਗਤਾਂ ਨੂੰ ਉਹ ਵੀ ਸਾਂਝ ਪਾ ਦੀ ਜੀ, ਕਿ ਆਪ ਜੀ। ਜੀ ਨੇ ਕੁਝ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ, ਜਿਸ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਹਨ, ਉਹਨਾਂ ਵੱਲੋਂ ਜੋ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਾਰ ਸੇਵਾ ਕਰਵਾਈ ਗਈ ਹੈ। ਜੋ ਮੇਰੇ ਪਿਛਲੇ ਪਾਸੇ ਆਪ ਜੀ ਦੇਖ ਰਹੇ ਹੋ, ਜੋ ਦੀਵਾਨ ਹਾਲ ਸਾਲਸਰਾਏ ਜੌਹਰੀ ਦੀਵਾਨ ਹਾਲ ਬਣਾਇਆ ਗਿਆ ਹੈ, ਉਸ ਦੇ ਨਾਲ ਹੀ ਮੇਰੀ ਰਾਈਟ ਸਾਈਡ ਤੇ ਜੋ ਹੈ ਉਹ ਅਖੰਡ ਪਾਠ ਸਾਹਿਬ ਦੇ ਵਾਸਤੇ ਹਾਲ ਤਿਆਰ ਕੀਤੇ ਗਏ ਹਨ ਤੇ ਉਸ ਦੇ ਨਾਲ ਬਾਕੀ ਦੀ ਸਾਰੀ ਬਿਊਟੀਫਿਕੇਸ਼ਨ ਜੋ ਕੀਤੀ ਗਈ ਹੈ। ਆਪ ਜੀ ਸੰਗਤਾਂ ਨੂੰ ਸਾਡੀ ਸੰਗਤ ਟੀਵੀ ਦੀ ਜੋ ਟੀਮ ਹੈ ਉਹ ਹਮੇਸ਼ਾ ਰੂਬਰੂ ਦਰਸ਼ਨ ਦਿਦਾਰੇ ਤਖਤ ਸਾਹਿਬ ਦੇ ਸਾਰੀ ਸੇਵਾ ਜਿਸ ਤਰ੍ਹਾਂ ਚੱਲੀ ਹੈ ਉਸ ਦੇ ਕਰਵਾਉਂਦੀ ਰਹਿੰਦੀ ਹੈ। ਤੇ ਜਿਸ ਤਰ੍ਹਾਂ ਆਪ ਜੀ ਅੱਜ ਦੇਖ ਰਹੇ ਹੋ, ਅਸੀਂ ਪਿਛਲੇ ਮਈ ਦੇ ਵਿੱਚ ਇਹ ਰਿਕੁਐਸਟ ਕੀਤੀ ਸੀਗੀ ਸਾਰੀ ਸੰਗਤਾਂ ਅੱਗੇ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲਾ ਜਿਹੜਾ ਦਸਮ ਪਿਤਾ ਮਹਾਰਾਜ ਦਾ ਗੁਰਪੁਰਬ ਹੈ ਜੋ 18, 19, 20 ਜਨਵਰੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮਹਾਰਾਜ ਦੇ ਜਨਮ ਸਥਾਨ ਵਿਖੇ ਮਨਾਇਆ ਜਾਏਗਾ। ਉਸ ਦੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਤਿਆਰ ਕਰ ਸਕੀਏ। ਆਪ ਜੀ ਦੇਖ ਰਹੇ ਹੋ, ਜੇ ਮਾਰਚ ਪਿਛਲੇ ਤੋਂ ਲੈ ਕੇ ਜਾਂ ਜਨਵਰੀ ਪਿਛਲੇ ਜੋ ਗੁਰਪੁਰਬ ਮਨਾਇਆ ਗਿਆ ਸੀ ਉਸ ਤੋਂ ਬਾਅਦ ਕਹਿ ਲਓ ਕਿ ਕਾਰਜ ਸ਼ੁਰੂ ਕੀਤੇ ਗਏ ਸੀ, ਉਸ ਦੇ ਵਿੱਚ ਹੀ ਕੋਵਿਡ ਵੀ ਆ ਗਿਆ ਤੇ ਬਟ ਗੁਰੂ ਮਹਾਰਾਜ ਨੇ ਆਪਣੀ ਅਪਾਰ ਰਹਿਮਤ ਬਖਸ਼ਿਸ਼ ਕਰਕੇ ਜਥੇ ਤੋਂ ਇਹ ਸੇਵਾ 90% ਜੋ ਹੈ ਉਹ ਕੰਪਲੀਟ ਕਰਵਾ ਲਈ ਹੈ। ਤੇ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਕਿਸ ਤਰ੍ਹਾਂ ਦੀਵਾਨ ਹਾਲ ਜੋ ਹੈ ਉਹ ਸਜ ਕੇ ਤਿਆਰ ਹੋ ਗਿਆ ਹੈ, ਪਰ 90% ਕੰਮ ਹੋਣ ਦੇ ਬਾਵਜੂਦ ਜੋ 10% ਕੰਮ ਰਹਿੰਦਾ ਹੈ ਉਸ ਨੂੰ ਹੁਣ ਗੁਰਪੁਰਬ ਤੋਂ ਬਾਅਦ ਕੀਤਾ ਜਾਏਗਾ। ਤੇ ਆਪ ਜੀ ਨੂੰ ਸਾਡਾ ਕੈਮਰਾਮੈਨ ਬਾਅਦ ਵਿੱਚ ਅੰਦਰੋਂ ਵੀ ਦਰਸ਼ਨ ਕਰਾਏਗਾ ਕਿ ਅੰਦਰ ਕਿਸ ਤਰ੍ਹਾਂ ਦੀ ਖੂਬਸੂਰਤੀ ਆਈ ਹੈ। ਜੋ ਇੰਨਾ ਵੱਡਾ ਡੋਮ ਕਾਸਟ ਕੀਤਾ ਗਿਆ ਸੀ, ਕਿਉਂਕਿ ਕੁਝ ਕੰਮ ਜੋ ਰਹਿ ਗਏ ਨੇ ਉਹਦੇ ਵਾਸਤੇ ਸਾਨੂੰ ਥੋੜ੍ਹਾ ਜਿਹਾ ਅਸੀਂ ਕੱਪੜਾ ਵਗੈਰਾ ਲਗਾ ਕੇ ਜੋ ਵਿੰਡੋ ਜਿਹੜੀਆਂ ਹੱਲੇ ਨਹੀਂ ਇੰਸਟਾਲ ਕਰ ਸਕੇ, ਤੇ ਉਹਦਾ ਰੀਜ਼ਨ ਇਹ ਸੀਗਾ ਕਿ ਹੱਲੇ ਫਾਲ ਸੀਲਿੰਗ ਦਾ ਕੰਮ ਜੋ ਹੈ ਡਾਊਨ ਸੀਲਿੰਗ ਉਹ ਹੱਲੇ ਬਾਕੀ ਹੈ। ਤੇ ਕਿਉਂਕਿ ਗੁਰਪੁਰਬ ਆ ਗਿਆ ਹੈ ਤੇ ਇਸ ਕਰਕੇ ਉਹਨੂੰ ਅਸੀਂ ਗੁਰਪੁਰਬ ਤੋਂ ਬਾਅਦ ਵਾਸਤੇ ਫਿਰ ਰੱਖਿਆ ਹੈ। ਤੇ ਸਾਨੂੰ ਉਮੀਦ ਹੈ ਕਿ ਸਾਨੂੰ ਅਗਲੇ ਹੱਲੇ 5-6 ਮਹੀਨੇ ਇਸ ਕਾਰਜ ਵਿੱਚ ਹੋਰ ਲੱਗਣਗੇ, ਕਿਉਂਕਿ ਦੀਵਾਨ ਹਾਲ ਦਾ ਜੋ ਡੋਮ ਹੈ, ਇਨਸਾਈਡ ਡੋਮ ਹੈ, ਉਹਦੇ ਅੰਦਰ ਫ੍ਰਿਸਕੋ ਪੇਂਟਿੰਗ ਵੀ ਹੋਣੀ ਹੈ ਤੇ ਉਹ 6-7 ਮਹੀਨੇ ਦਾ ਕੰਮ ਹੈ ਤੇ ਡਾਊਨ ਸੀਲਿੰਗ ਹੋ ਕੇ ਫਿਰ ਫ੍ਰਿਸਕੋ ਪੇਂਟਿੰਗ ਹੋਏਗੀ। ਪਰ ਜਿਸ ਤਰ੍ਹਾਂ ਆਮ ਤੌਰ ਤੇ ਦੀਵਾਨ ਹਾਲ ਹੁੰਦੇ ਨੇ ਉਸ ਸਟੇਜ ਤੇ ਤਾਂ ਅੱਜ ਵੀ ਦੀਵਾਨ ਹਾਲ ਜਿਹੜਾ ਆ ਉਹ ਪਹੁੰਚ ਗਿਆ ਹੈ। ਤੇ ਆਪ ਜੀ ਬਾਕੀ ਜੋ ਸਾਥ ਹੀ ਪੈਰੀਫੇਰੀਅਲ ਬਿਲਡਿੰਗਾਂ ਨੇ ਉਹ ਵੀ ਸਾਰੀਆਂ ਬਣ ਕੇ ਤਿਆਰ ਨੇ। ਉਹਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਵਾਸਤੇ ਜਿਹੜੇ ਹਾਲ ਬਣਾਏ ਗਏ ਨੇ, ਉਸ ਤੋਂ ਨੀਚੇ ਹੋਰ ਕਈ ਚੀਜ਼ਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਗਈਆਂ, ਉਹ ਵੀ ਸਾਰੀਆਂ ਤਿਆਰ ਨੇ। ਤੇ ਇਸ ਦੇ ਨਾਲ ਹੀ ਜੋ ਲੰਗਰ ਸਾਈਡ ਹੈ ਉਸ ਪਾਸੇ ਜੋੜਾ ਘਰ ਤੋਂ ਲੈ ਕੇ ਹਰ ਚੀਜ਼ ਜਿਸ ਤਰ੍ਹਾਂ ਦੀ ਫੈਸਿਲਿਟੀ ਇਸ ਸਾਈਡ ਤੇ ਆਉਣੀ ਸੀ ਸਾਰੀਆਂ ਉਹ ਤਿਆਰ ਨੇ। ਜਿੱਥੇ ਮੈਂ ਖੜਾ ਹਾਂ ਇਹ ਜੋ ਕੋਰਟ ਯਾਰਡ ਹੈ ਤਖਤ ਸਾਹਿਬ ਦੀ ਬੈਕ ਸਾਈਡ ਦਾ, ਉਹ ਵੀ ਪੂਰਾ ਫਲੋਰਿੰਗ ਆਪ ਜੀ ਦੇਖ ਰਹੇ ਹੋ ਵਾਈਟ ਮਾਰਬਲ ਲੱਗ ਕੇ ਉਹ ਵੀ ਹੋ ਗਿਆ ਹੈ। ਆਪ ਜੀ ਸੰਗਤਾਂ ਭਲੀ ਭਾਂਤ ਜਾਣੂ ਹੋ ਕਿ ਕਿੰਨੀ ਸਪੀਡ ਦੇ ਨਾਲ ਇਹ ਸਾਰਾ ਕਾਰਜ ਜਿਹੜਾ ਆ ਪਿਛਲੇ 9 ਮਹੀਨਿਆਂ 'ਚ ਜਿਹੜਾ ਆ ਉਹ ਨੇਪਰੇ ਚੜਾਇਆ ਗਿਆ ਹੈ। ਕਿਉਂਕਿ ਜਿਹੜੀ ਸਾਡੀ ਸਟੇਜ ਸੀਗੀ, ਸਾਨੂੰ ਲੱਗਦਾ ਸੀ ਕਿ ਅਸੀਂ ਇਸ ਸਾਲ ਇਹ ਕਾਰਜ ਕੰਪਲੀਟ ਨਹੀਂ ਕਰ ਪਾਵਾਂਗੇ, ਪਰ ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ। ਲੋਕਡਾਊਨ ਹੋਣ ਦੇ ਬਾਵਜੂਦ ਵੀ ਅਸੀਂ ਜਿਸ ਸਪੀਡ ਦੇ ਨਾਲ ਇੰਨੀ ਟਫ ਜੌਬ ਜਿਹੜੀ ਆ ਮਹਾਰਾਜ ਨੇ ਇਹੋ ਜੱਥੇ ਤੋਂ ਸੇਵਾ ਲਈ ਹੈ, ਤੇ ਅੱਜ ਬੜੀ ਖੁਸ਼ੀ ਤੇ ਪ੍ਰਸੰਨਤਾ ਹੁੰਦੀ ਪਈ ਆ ਕਿ ਗੁਰੂ ਮਹਾਰਾਜ ਨੇ ਆਪਣੇ ਜੋ ਸਾਲਾਨਾ ਸਮਾਗਮ ਤਖਤ ਸਾਹਿਬ ਵਿਖੇ ਹੁੰਦਾ ਹੈ ਉਸ ਤੋਂ ਪਹਿਲਾਂ ਸਾਨੂੰ ਇੱਕ ਰਿਸਪੈਕਟਡ ਸਟੇਜ ਤੱਕ ਸਾਡੇ ਕੰਮ ਨੂੰ ਜਿਹੜਾ ਆ ਉਹ ਨੇਪਰੇ ਚੜਵਾਇਆ ਹੈ। ਤੇ ਉਸ ਦੇ ਨਾਲ ਹੀ ਸਾਰੀਆਂ ਸੰਗਤਾਂ ਜਿਹੜੀਆਂ ਆ ਜੋ ਗੁਰਪੁਰਬ ਦੇ ਵਿੱਚ ਪਾਰਟਿਸਪੇਟ ਦਰਸ਼ਨ ਦਿਦਾਰੇ ਕਰਨ ਆਉਣੀਆਂ ਨੇ, ਆ ਰਹੀਆਂ ਨੇ। ਕਾਫੀ ਸੰਗਤ ਆਉਣੀ 2 ਦਿਨ ਤੋਂ ਸ਼ੁਰੂ ਹੋਈ ਹੈ ਤੇ ਗੁਰੂ ਮਹਾਰਾਜ ਦੇ ਅਪਾਰ ਬਖਸ਼ਿਸ਼ ਨਾਲ ਖੁੱਲ੍ਹੇ ਲੰਗਰ ਚੱਲ ਰਹੇ ਨੇ। ਤੇ ਸਾਰਾ ਜਿਸ ਤਰ੍ਹਾਂ ਦਾ ਵੀ ਪ੍ਰਬੰਧ ਕਰਨਾ ਸੀ, ਚਾਹੇ ਉਹ ਤਖਤ ਸ੍ਰੀ ਹਰਿਮੰਦਰ ਜੀ ਦੀ ਪ੍ਰਬੰਧਕ ਕਮੇਟੀ, ਚਾਹੇ ਉਹ ਦੂਸਰੀਆਂ ਜਥੇਬੰਦੀਆਂ ਉਹਨਾਂ ਨੇ ਕਰਨੇ ਸਨ, ਸਭ ਆਪੋ ਆਪਣੇ ਪੂਰੇ ਜਾਹੋ ਜਲਾਲ ਦੇ ਨਾਲ ਸੇਵਾ ਦੇ ਵਿੱਚ ਤਤਪਰ ਨੇ।
ਤੇ ਅਸੀਂ ਵੀ ਅੱਜ ਰਾਤ ਤੱਕ ਸਾਡਾ ਕੰਮ ਜਿਹੜਾ ਆ ਮੇਜਰ ਤਿਆਰੀਆਂ ਅਸੀਂ ਸਾਰੀਆਂ ਕੰਪਲੀਟ ਕਰ ਲੈਣੀਆਂ ਨੇ। ਤੇ ਜਿਹੜੇ ਕੁਝ ਕੰਮ ਰਹਿੰਦੇ ਨੇ ਤੇ ਉਹ ਜਿੱਥੇ ਸਾਨੂੰ ਡਿਸਟਰਬੈਂਸ ਨਹੀਂ ਹੋਏਗੀ ਉਹ ਕਾਰੀਗਰ ਗੁਰਪੁਰਬ ਦੇ ਦਿਨਾਂ ਵਿੱਚ ਵੀ ਕਰੀ ਜਾਣਗੇ। ਜਿਸ ਤਰ੍ਹਾਂ ਸਾਡੇ ਕੁਝ ਡੋਮਸ ਰਹਿੰਦੇ ਨੇ, ਪੈਰਾਪਿਟ ਦਾ ਕੰਮ ਰਹਿੰਦਾ ਹੈ ਤੇ ਛੱਤ ਦੇ ਉੱਪਰ ਦੀਵਾਨ ਹਾਲ ਦੀ ਤੇ ਇਸੇ ਤਰ੍ਹਾਂ ਜੋ ਪੈਰੀਫੇਰਲ ਬਿਲਡਿੰਗ ਆ ਉਹਦੀ ਛੱਤ ਤੇ ਉੱਥੇ ਕਾਰੀਗਰ ਜਿਹੜੇ ਆ ਉਹ ਗੁਰਪੁਰਬ ਦੇ ਦਿਨਾਂ ਵਿੱਚ ਵੀ ਆਪਣਾ ਕਾਰਜ ਜਿਹੜਾ ਆ ਉਹਨੂੰ ਕਰੀ ਜਾਣਗੇ। ਸੋ ਸਾਨੂੰ ਖੁਦ ਨੂੰ ਵੀ ਬਹੁਤ ਪ੍ਰਸੰਨਤਾ ਹੁੰਦੀ ਹੈ ਕਿ ਮਹਾਰਾਜ ਨੇ ਆਪਣੀ ਬਖਸ਼ਿਸ਼ ਕਰਕੇ ਇਹ ਕਾਰਜ ਜਿਹੜਾ ਆ ਉਹ ਆਲਮੋਸਟ ਨੇਪਰੇ ਚੜ੍ਹਾ ਲਿਆ ਹੈ। ਤੇ ਬਾਕੀ ਜੋ ਸੰਗਤਾਂ ਨੇ ਸਹਿਯੋਗ ਕੀਤਾ ਹੈ, ਚਾਹੇ ਉਹ ਯੂਕੇ ਦੀਆਂ ਸੰਗਤਾਂ ਨੇ, ਚਾਹੇ ਉਹ ਸੰਸਾਰ ਭਰ ਦੀਆਂ ਸੰਗਤਾਂ ਨੇ, ਤੇ ਚਾਹੇ ਤਨ ਮਨ ਧਨ ਦੇ ਨਾਲ ਜਿਹਨੇ ਵੀ ਇਸ ਦੇ ਵਿੱਚ ਆਪਣਾ ਹਿੱਸਾ ਪਾਇਆ ਹੈ ਉਹਦੇ ਅਸੀਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਬਹੁਤ ਧੰਨਵਾਦੀ ਹਾਂ। ਤੇ ਬਾਕੀ ਦੀ ਜਿਹੜਾ ਰਾਜਗੀਰ ਹੈ ਉੱਥੇ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸੇਵਾ ਜਿਹੜੀ ਆ ਉਹ ਚੱਲ ਰਹੀ ਹੈ। ਤੇ ਉੱਥੇ ਉਮੀਦ ਹੈ ਕਿ ਇਸ ਸਾਲ ਜਿਹੜਾ ਹੁਣ ਆਹ ਸਾਲ ਹੈ 2021 ਇਹਦੇ ਵਿੱਚ ਜੋ ਰਹਿੰਦੇ ਕੰਮ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਉਹ ਕੀਤੇ ਜਾਣਗੇ ਤੇ ਰਾਜਗੀਰ ਨੂੰ ਫਸਟ ਪ੍ਰਾਇਓਰਿਟੀ ਤੇ ਅਸੀਂ ਕਰਨ ਦਾ ਜਿਹੜਾ ਹੈ ਉਹ ਸਾਨੂੰ ਇੰਸਟਰਕਸ਼ਨ ਸਾਡੇ ਮਾਨਯੋਗ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਵੱਲੋਂ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਬਿਹਾਰ ਸ਼੍ਰੀ ਨਿਤੀਸ਼ ਕੁਮਾਰ ਜੀ ਵੱਲੋਂ ਵੀ ਉਹ ਕੱਲ੍ਹ ਵੀ ਰਾਜਗੀਰ ਗਏ ਸੀ ਤੇ ਕੱਲ੍ਹ ਵੀ ਉਹਨਾਂ ਨੇ ਇਹ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਅਗਲੇ 6-8 ਮਹੀਨਿਆਂ ਦੇ ਵਿੱਚ ਜਿਹੜਾ ਆ ਰਾਜਗੀਰ ਦਾ ਕਾਰਜ ਆ ਉਹਨੂੰ ਜ਼ੋਰ ਸ਼ੋਰ ਨਾਲ ਕਰਕੇ ਉਹਨੂੰ ਸੰਪੂਰਨ ਕੀਤਾ ਜਾਵੇ। ਸੋ ਉਹਦਾ ਤੇ ਕੱਲ੍ਹ ਅਸੀਂ ਖੁਦ ਵੀ ਉੱਥੇ ਹੋ ਕੇ ਆਏ ਹਾਂ ਤੇ ਉਹਦੇ ਵਿੱਚ ਜਿਹੜਾ ਕੋਈ 35 ਕਮਰਿਆਂ ਦਾ ਰੈਜ਼ੀਡੈਂਸ਼ੀਅਲ ਬਲਾਕ ਹੋਏਗਾ। ਉਹਦੇ ਵਿੱਚ ਹੋਰ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੀਆਂ ਫੈਸਿਲਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਬਣਨਗੀਆਂ। ਇਸੇ ਤਰ੍ਹਾਂ ਮਹਾਰਾਜ ਦਾ ਜੋ ਦਰਬਾਰ ਆ ਤੀਸਰੀ ਮੰਜ਼ਿਲ ਤੇ ਉਹ ਤਿਆਰ ਹੋਣਾ ਹੈ, ਉਹਦੇ ਨਾਲ ਹੀ ਡੋਮਸ, ਫਿਰ ਜੋ ਲੰਗਰ ਹਾਲ ਹੈ ਉਹ ਫਸਟ ਫਲੋਰ ਤੇ ਹੈ ਤੇ ਉੱਪਰ ਸੈਕੰਡ ਫਲੋਰ ਤੇ ਜਿਹੜਾ ਦਰਬਾਰ ਆ ਉਹ ਵੀ ਸਾਰਾ ਜਿਹੜਾ ਆ ਉਹਦੇ ਵਾਸਤੇ ਕਨੈਕਟੀਵਿਟੀ, ਇੱਕ ਰੈਂਪ ਹੋਏਗਾ, ਇੱਕ ਲਿਫਟ ਹੋਏਗੀ ਔਰ ਇੱਕ ਸਟੇਅਰ ਕੇਸ ਹੋਏਗੀ। ਸੋ ਉਹਦੀ ਵੀ ਜ਼ੋਰ ਸ਼ੋਰ ਨਾਲ ਤਿਆਰੀ ਸਾਡੀ ਸ਼ੁਰੂ ਹੋ ਗਈ ਆ ਕਿਉਂਕਿ ਸਾਡੀ ਸਟਰਕਚਰ ਦੀ ਟੀਮ ਜਿਹੜੀ ਹੈ ਉਹ ਇੱਥੋਂ ਫ੍ਰੀ ਹੋ ਗਈ ਹੈ ਪਟਨਾ ਸਾਹਿਬ ਤੋਂ ਤੇ ਉਹ ਸਾਰੀ ਟੀਮ ਹੁਣ ਰਾਜਗੀਰ ਜਿਹੜੀ ਆ ਆਲਰੇਡੀ ਜਾ ਚੁੱਕੀ ਹੈ। ਤੇ ਸਟਰਕਚਰ ਕਿਉਂਕਿ ਉਹ ਪਹਾੜੀ ਏਰੀਆ ਹੈ, ਬਹੁਤ ਹਾਰਡ ਰੌਕ ਹੈ ਤੇ ਉਹ ਹਾਰਡ ਰੌਕ ਦੇ ਉੱਪਰ ਅਸੀਂ ਜਿਹੜੀ ਡਰਿਲਿੰਗ ਕਰਕੇ ਐਂਕਰਿੰਗ ਕਹਿੰਦੇ ਉਹਨੂੰ, ਐਂਕਰਿੰਗ ਕਰਕੇ ਤੇ ਅਸੀਂ ਜਿਹੜੀ ਉਹ ਸੇਵਾ ਜਿਹੜੀ ਆ ਉਹਦੀ ਫਾਊਂਡੇਸ਼ਨਾਂ ਪਾਉਣ ਦੀ ਉਹ ਅਸੀਂ ਆਰੰਭ ਕਰ ਦਿੱਤੀ ਹੈ। ਤੇ ਸਾਨੂੰ ਉਮੀਦ ਹੈ ਕਿ ਮਹਾਰਾਜ ਕਿਰਪਾ ਕਰਨਗੇ ਅਗਲੇ 6 ਮਹੀਨਿਆਂ 'ਚ ਰੇਨੀ ਸੀਜ਼ਨ ਜੋ ਇੱਥੇ ਜੁਲਾਈ 'ਚ ਸ਼ੁਰੂ ਹੁੰਦਾ ਹੈ ਤੇ ਬਿਫੋਰ ਰੇਨੀ ਸੀਜ਼ਨ ਕਿਉਂਕਿ ਉੱਥੇ ਟ੍ਰੋਪੀਕਲ ਰੇਨ ਹੁੰਦੀ ਆ, ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਤੇ ਅਸੀਂ ਉਸ ਤੋਂ ਪਹਿਲਾਂ ਉਮੀਦ ਆ ਕਿ ਸਟਰਕਚਰ ਜਿਹੜਾ ਹੈ ਉਹ ਸਾਰਾ ਕੰਪਲੀਟ ਕਰ ਲਵਾਂਗੇ ਤੇ ਫਿਨਿਸ਼ਿੰਗ ਵੀ ਨਾਲ ਦੀ ਨਾਲ ਹੀ ਅਸੀਂ ਕਰਨ ਦਾ ਉਹਦਾ ਵੀ ਪ੍ਰੋਗਰਾਮ ਬਣਾਇਆ ਹੈ। ਤੇ ਇਹਦੇ ਵਿੱਚ ਵੀ ਆਪ ਜੀ ਦੇਖ ਰਹੇ ਹੋਵੋਗੇ ਮੇਰੇ ਦੀਵਾਨ ਹਾਲ ਦੇ ਪਿੱਛੇ ਕੁਛ ਇਹ ਜਿਹੜਾ ਵਾਈਟ ਏਰੀਆ ਨਹੀਂ ਹੈ ਤੇ ਉਸ ਏਰੀਏ ਨੂੰ ਵਾਈਟ ਏਰੀਆ ਉੱਥੇ ਮਾਰਬਲ ਜਿਹੜਾ ਆ ਉਹ ਲਗਾਇਆ ਜਾ ਰਿਹਾ ਕਿਉਂਕਿ ਮਾਰਬਲ ਦਾ ਕੰਮ ਜਿਹੜਾ ਉਹ ਬਹੁਤ ਟਾਈਮ ਟੇਕਿੰਗ ਕੰਮ ਹੈ ਤੇ ਉਹਦੇ ਤੇ ਕਾਰਵਿੰਗ ਕਰਕੇ ਤੇ ਫਿਰ ਉਸ ਨੂੰ ਲਗਾਉਣਾ ਪੈਂਦਾ ਹੈ। ਸੋ ਅਸੀਂ ਇਸ ਵਕਤ ਮੈਕਸਿਮਮ ਕੋਸ਼ਿਸ਼ ਕੀਤੀ ਕਿ ਜਿੰਨਾ ਵੱਧ ਤੋਂ ਵੱਧ ਮਾਰਬਲ ਦਾ ਕਾਰਜ ਅਸੀਂ ਕਰ ਸਕੀਏ ਤੇ ਥੋੜਾ ਜਿਹਾ ਰਹਿੰਦਾ, ਸਾਨੂੰ ਲੱਗਦਾ 1 ਮਹੀਨੇ ਸਾਡਾ ਮਾਰਬਲ ਦਾ ਕੰਮ ਇਹ ਵੀ ਖਤਮ ਹੋ ਜਾਏਗਾ। ਇਹਦੇ ਨਾਲ ਹੀ ਅੰਦਰਲੀ ਫਲੋਰਿੰਗ ਜਿਹੜੀ ਆ ਉਹ ਵੀ ਫਿਰ ਕਰਾਂਗੇ, ਨਾਲ ਹੀ ਡਾਊਨ ਸੀਲਿੰਗਸ ਦਾ ਕੰਮ ਤੇ ਜੋ ਕੰਮ ਰਹਿੰਦੇ ਨੇ ਉਹ ਅਸੀਂ ਅਗਲੇ 4-6 ਮਹੀਨਿਆਂ ਦੇ ਵਿੱਚ ਇੱਥੋਂ ਤਖ਼ਤ ਸਾਹਿਬ ਦੇ ਉਹ ਵੀ ਸੰਪੂਰਨ ਕਰਾਂਗੇ ਤੇ ਨਾਲ ਹੀ ਰਾਜਗੀਰ ਨੂੰ ਬਹੁਤ ਜ਼ੋਰ ਸ਼ੋਰ ਦੇ ਨਾਲ ਕਰਕੇ ਇਸ ਸਾਲ ਦੇ ਵਿੱਚ ਸਾਨੂੰ ਉਮੀਦ ਹੈ ਗੁਰੂ ਮਹਾਰਾਜ ਆਪਣੀ ਬਖਸ਼ਿਸ਼ ਕਰਕੇ ਰਾਜਗੀਰ ਦਾ ਕੰਮ ਤੇ ਤਖ਼ਤ ਸਾਹਿਬ ਦਾ ਕਾਰਜ ਜਿਹੜਾ ਆ ਉਹ ਸੰਪੂਰਨ ਕਰਾ ਲੈਣਗੇ। ਇਹ ਫੇਜ਼ 2 ਦੀ ਸੇਵਾ ਜਿਹੜੀ ਆ ਸਾਨੂੰ ਉਮੀਦ ਹੈ ਇਸ ਸਾਲ ਸੰਪੂਰਨ ਹੋ ਜਾਏਗੀ। ਫਿਰ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਦੀਵਾਨ ਹਾਲ ਦੇ ਨਾਲ ਹੀ ਸੱਜੇ ਪਾਸੇ ਇੱਕ ਬਲਾਕ ਹੈ ਜਿਹਦੇ ਵਿੱਚ ਮਿਊਜ਼ੀਅਮ ਬਣਾਉਣ ਦੀ ਅਤੇ ਕੋਈ 70 ਦੇ ਕਰੀਬ 에ਅਰ ਕੰਡੀਸ਼ਨ ਕਮਰੇ ਬਣਾਉਣ ਦੀ ਸੇਵਾ ਵੀ ਦਿੱਤੀ ਹੋਈ ਆ। ਉਹ ਸੇਵਾ ਉਮੀਦ ਹੈ ਕਿ ਅਸੀਂ ਅਗਲੇ
ਸਾਲ ਜਿਹੜੀ ਹੈ ਗੁਰਪੁਰਬ 'ਤੇ ਸ਼ੁਰੂ ਕਰ ਪਾਵਾਂਗੇ। ਤੇ ਸੋ ਇਸ ਤਰ੍ਹਾਂ ਮਹਾਰਾਜ ਨੇ ਅਪਾਰ ਬਖਸ਼ਿਸ਼ ਕਰਕੇ ਇਹ ਸਾਰਾ ਹੀ ਕੰਪਲੈਕਸ ਜਿਹੜਾ ਆ ਉਹ ਤਿਆਰ ਕਰਵਾ ਲਿਆ ਹੈ। ਆਪ ਜੀ ਸਾਰੀਆਂ ਸੰਗਤਾਂ ਨੂੰ ਸਾਰੇ ਪਾਸੇ ਜੋ ਕਾਰਜ ਹੋਏ ਨੇ ਤੇ ਉਹਨਾਂ ਦੀ ਜੋ ਅੱਜ ਰੂਪ ਰੇਖਾ ਸਾਹਮਣੇ ਆਈ ਹੈ ਤੇ ਆਪ ਜੀ ਨੂੰ ਸਾਰਾ ਸਾਡੇ ਕੈਮਰਾਮੈਨ ਜਿਹੜੇ ਉਹ ਹਰ ਚੀਜ਼ ਦਿਖਾਉਣਗੇ। ਸੇ ਅਸੀਂ ਸਾਰੀ ਸਿੱਖ ਸੰਗਤ ਦੇ, ਖਾਸ ਤੌਰ 'ਤੇ ਸੰਗਤ ਟੀਵੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਸਹਿਯੋਗ ਕਰਕੇ ਕਿ ਇਹ ਕਾਰਜ ਜਿਹੜੇ ਉਹ ਸੰਪੂਰਨ ਕਰਾਏ ਨੇ। ਤੇ ਇਸ ਦੇ ਨਾਲ ਹੀ ਅਸੀਂ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਭਾਈ ਮਹਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਦਿੱਤੀ ਸੀ, ਜਿਸ ਨੂੰ ਸਾਰੀਆਂ ਸੰਗਤਾਂ ਨੇ, ਜਥੇ ਦੀਆਂ ਸੇਵਾਦਾਰਾਂ ਨੇ ਤੇ ਸਾਰੀ ਸੰਸਾਰ ਦੀ ਸਿੱਖ ਸੰਗਤ ਤੋਂ ਇਲਾਵਾ ਲੋਕਲ ਸੰਗਤ ਨੇ ਵੀ ਆਪਣਾ ਜੋ ਵੀ ਤਿਲ ਫੁੱਲ ਸੀਗਾ ਉਹ ਯੋਗਦਾਨ ਪਾ ਕੇ ਇਹ ਸੇਵਾ ਜਿਹੜੀ ਆ ਉਹ ਆਲਮੋਸਟ 90% ਸੰਪੂਰਨ ਕਰਵਾ ਲਈ ਹੈ। ਤੇ ਅਸੀਂ ਸਭ ਤੋਂ ਵੱਧ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ, ਫਿਰ ਸਾਰੀ ਲੋਕਾਈ ਦਾ ਜਿਹੜਾ ਆ ਉਹ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਇਹ ਕਾਰਜ ਜਿਹੜੇ ਆ ਉਹ ਸੰਪੂਰਨ ਹੋ ਸਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਜੀ ਬਚਨ ਸਰਵਣ ਕਰ ਰਹੇ ਸੀ ਬਹੁਤ ਹੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਹੁਣਾਂ ਦੇ, ਜਿਹੜੇ ਕਿ ਉੱਥੇ ਸਾਰੀ ਕਾਰ ਸੇਵਾ ਜੋ ਉੱਥੇ ਇਸ ਵੇਲੇ ਹੋ ਰਹੀ ਹੈ ਉਸ ਨੂੰ ਕੋਆਰਡੀਨੇਟ ਕਰ ਰਹੇ ਨੇ। ਸੋ ਸਾਧ ਸੰਗਤ ਜੀਓ, ਭਾਵੇਂ ਆਪਾਂ ਇਸ ਸਾਲ ਉੱਥੇ ਨਹੀਂ ਸਰੀਰਕ ਤੌਰ 'ਤੇ ਪਹੁੰਚ ਸਕਦੇ ਕਿਉਂਕਿ ਆਪਣੇ ਉੱਤੇ ਕੁਝ ਰਿਸਟ੍ਰਿਕਸ਼ਨਸ ਨੇ, ਖਾਸ ਕਰਕੇ ਇੰਗਲੈਂਡ ਦੇ ਵਿੱਚ ਔਰ ਹੋਰ ਦੇਸ਼ਾਂ ਦੇ ਵਿੱਚ ਵੀ, ਕਿਉਂਕਿ ਜੋ ਕੋਵਿਡ ਦੀ ਬਿਮਾਰੀ ਹੈ ਇਸ ਵੇਲੇ ਬਹੁਤ ਸਾਰੀਆਂ ਫਲਾਈਟਾਂ ਦੇ ਉੱਤੇ ਵੀ ਰਿਸਟ੍ਰਿਕਸ਼ਨਸ ਹਨ। ਸੋ ਇਸ ਕਰਕੇ ਆਪਾਂ ਨਹੀਂ ਉੱਥੇ ਪਹੁੰਚ ਸਕਦੇ, ਲੇਕਿਨ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਆਪਣੇ ਕੋਲ ਅੱਜ ਕੱਲ੍ਹ ਮੀਡੀਆ ਹੈ, ਸੰਗਤ ਟੈਲੀਵਿਜ਼ਨ ਹੈ। ਸੋ ਇਹਦੇ ਜ਼ਰੀਏ ਆਪਾਂ ਘਰ ਬੈਠ ਕੇ ਹੀ ਤਖਤ ਸਾਹਿਬ 'ਤੇ ਜੋ ਸਮਾਗਮ ਕੀਤੇ ਜਾ ਰਹੇ ਨੇ ਉਸ 'ਤੇ ਲਾਹੇ ਖੱਟਣੇ ਨੇ। ਸੋ ਘਰ ਬੈਠ ਕੇ, ਕਿਉਂਕਿ ਇਸ ਵੇਲੇ ਇੰਗਲੈਂਡ ਭਰ ਦੇ ਵਿੱਚ ਪੂਰਾ ਲੋਕਡਾਊਨ ਹੈ, ਸੋ ਇੱਥੇ ਵੀ ਆਪਾਂ ਘਰ ਬੈਠ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਉਸ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਨੇ। ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਜਿੱਥੇ ਆਪਣੀਆਂ ਸੇਵਾਵਾਂ ਵੀ ਭੇਜ ਰਹੀਆਂ ਨੇ ਕਾਰ ਸੇਵਾ ਵਾਸਤੇ, ਉੱਥੇ ਵੀ ਮਹਾਰਾਜ ਜੀ ਜਿਹੜੀਆਂ ਵੀ ਸੰਗਤਾਂ ਆਪਣਾ ਦਸਵੰਧ ਦੇ ਰਹੀਆਂ ਨੇ ਹਰ ਇੱਕ ਦੀਆਂ ਮਨੋਕਾਮਨਾ ਪੂਰਨ ਕਰਨ। ਸਤਿਗੁਰੂ ਜੀ ਦੇ ਅਰੋਗਤਾ, ਤੰਦਰੁਸਤੀ, ਚੜ੍ਹਦੀਆਂ ਕਲਾ ਦੀਆਂ ਦਾਤਾ ਬਖਸ਼ਿਸ਼ ਕਰਨ। ਸੋ ਬਹੁਤ ਸਾਰੇ ਪਰਿਵਾਰ ਹਜੇ ਵੀ ਆਪਣਾ ਦਸਵੰਧ ਭੇਜ ਰਹੀਆਂ ਨੇ, ਭਾਵੇਂ ਉਹ ਕਿਸਾਨ ਮੋਰਚੇ ਵਾਸਤੇ ਹੋਵੇ, ਭਾਵੇਂ ਪਟਨਾ ਸਾਹਿਬ ਵਾਸਤੇ ਹੋਵੇ, ਕਿਉਂਕਿ ਸੇਵਾਵਾਂ ਤਾਂ ਹਮੇਸ਼ਾ ਜਾਰੀ ਰਹਿੰਦੀਆਂ ਨੇ। ਸੇਵਾਵਾਂ ਜਿਸ ਤਰ੍ਹਾਂ ਪਹਿਲਾਂ ਵੀ ਭਾਈ ਖੁਸ਼ਦੇਵ ਸਿੰਘ ਜੀ ਜ਼ਿਕਰ ਕਰ ਰਹੇ ਸਨ ਕਿ ਭਾਵੇਂ ਇਹ ਮਹਾਮਾਰੀ ਨੇ ਪੂਰੇ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਸੀ, ਇੰਡੀਆ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਸੀ, ਲੇਕਿਨ ਫਿਰ ਵੀ ਜਿਹੜੀ ਸੇਵਾ ਸੀ ਉਹ ਚੱਲਦੀ ਰਹੀ। ਔਰ ਇਸੇ ਤਰ੍ਹਾਂ ਲੰਗਰਾਂ ਦੀਆਂ ਸੇਵਾਵਾਂ, ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਸੰਗਤ ਟੈਲੀਵਿਜ਼ਨ ਇਸ ਵੇਲੇ ਨਿਭਾ ਰਿਹਾ ਹੈ, ਇਸੇ ਤਰ੍ਹਾਂ ਨਿਰੰਤਰ ਜਾਰੀ ਉਹ ਚੱਲ ਰਹੀਆਂ ਸਨ। ਸੋ ਹੁਣ ਵੀ ਸਾਡੇ ਜਿਹੜੇ ਸੇਵਕ ਇਸ ਵੇਲੇ ਸੰਗਤ ਟੈਲੀਵਿਜ਼ਨ ਨੂੰ ਦੇਖ ਰਹੇ ਨੇ, ਜਿਨ੍ਹਾਂ ਨੇ ਆਪਣਾ ਦਸਵੰਧ ਭੇਜਿਆ ਹੈ, ਬਹੁਤ ਧੰਨਵਾਦੀ ਹਾਂ ਭਾਈ ਸੰਤੋਖ ਸਿੰਘ ਜੀ ਨੰਦਰਾ ਦੇ, ਜਿਨ੍ਹਾਂ ਨੇ 50 ਪਾਉਂਡ ਭੇਜੇ ਨੇ। ਗੁਪਤ ਪਰਿਵਾਰ ਵੱਲੋਂ 101 ਪਾਉਂਡ, ਸੁਖਦੇਵ ਸਿੰਘ ਸੰਗੇਰਾ ਵੱਲੋਂ 500 ਪਾਉਂਡ, ਗੁਪਤ ਪਰਿਵਾਰ ਵੱਲੋਂ 25 ਪਾਉਂਡ, ਹਰਜਿੰਦਰ ਕੌਰ ਜੀ ਅਤੇ ਪਰਿਵਾਰ ਵੱਲੋਂ 100 ਪਾਉਂਡ। ਆਪਾਂ ਉਸ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਨ, ਸਿੱਖੀ ਕੇਸਾ ਸਵਾਸਾ ਸੰਗ ਨਿਭਾ ਲੈਣ ਔਰ ਬਖਸ਼ਿਸ਼ ਕਰਨ, ਕਿਉਂਕਿ ਜਿਹੜੇ ਵੀ ਇਸ ਵੇਲੇ ਆਪਾਂ ਸਵਾਸ ਲੈ ਰਹੇ ਹਾਂ, ਜਿਹੜੇ ਆਪਾਂ ਤੋਂ ਵਿਛੜ ਗਏ ਚਲੇ ਗਏ ਨੇ, ਉਹਨਾਂ ਦੇ ਮਨ ਵਿੱਚ ਕਦੇ ਖਿਆਲ ਨਹੀਂ ਆਇਆ ਹੋਣਾ ਕਿ ਅਸੀਂ ਮੁੜ ਕੇ ਇਸ ਸੰਸਾਰ ਤੇ ਅਗਲੇ ਸਾਲ ਰਹਿਣਾ ਹੀ ਨਹੀਂ। ਸੋ ਜਿਹੜੇ ਚਲੇ ਗਏ ਉਹਨਾਂ ਵਾਸਤੇ ਵੀ ਆਪਾਂ ਅਰਦਾਸ ਬੇਨਤੀ ਜ਼ਰੂਰ ਕਰੀਏ, ਕਿਉਂਕਿ ਜਿੱਥੇ ਆਪਾਂ ਨੂੰ ਹਮੇਸ਼ਾ ਜਿਹਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਹਮੇਸ਼ਾ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਜਿੱਥੇ ਕਿਤੇ ਵੀ ਗਮੀ ਦਾ ਸਮਾਂ ਹੋਵੇ, ਸੋਗਮਈ ਸਮਾਂ ਹੋਵੇ, ਜਿਸ ਪਰਿਵਾਰ ਦੇ ਵਿੱਚ ਵੀ ਕੋਈ ਇਹੋ ਜਿਹਾ ਭਾਣਾ ਵਰਤਿਆ ਹੋਵੇ, ਆਪਾਂ ਨੂੰ ਉਹਦੇ ਨਾਲ ਹਮੇਸ਼ਾ ਖੜਨਾ ਚਾਹੀਦਾ ਹੈ। ਖੁਸ਼ੀ ਦੇ ਸਮੇਂ ਵਿੱਚ ਤੇ ਗਮੀ ਦੇ ਸਮੇਂ ਵਿੱਚ ਆਪਾਂ ਨੂੰ ਉਹਨਾਂ ਦਾ ਹੱਥ ਵਟਾਉਣਾ ਚਾਹੀਦਾ ਹੈ। ਭਾਵੇਂ ਬੜੇ ਔਖੇ ਸਮੇਂ ਦੇ ਵਿੱਚ ਵੀ ਇਸ ਵੇਲੇ ਆਪਾਂ ਲੰਘ ਰਹੇ ਹਾਂ, ਲੇਕਿਨ ਜ਼ਰੂਰ ਆਪਾਂ ਘਰ ਬੈਠ ਕੇ ਹੀ ਉਹਨਾਂ ਵਾਸਤੇ, ਹਰ ਇੱਕ ਵਾਸਤੇ ਅਰਦਾਸ ਕਰੀਏ।
ਸਤਿਗੁਰੂ ਜੀ ਕਿਰਪਾ ਕਰਨ। ਆਪਾਂ ਇਸੇ ਤਰ੍ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਘਰ ਬੈਠ ਕੇ ਆਪਾਂ ਇਸ ਸਾਲ ਸ਼ਾਇਦ ਗੁਰਪੁਰਬ ਮਨਾ ਰਹੇ ਹਾਂ, ਜਿੱਥੇ ਵੀ ਬੈਠੇ ਹਾਂ ਆਪਾਂ ਇਹ ਜ਼ਰੂਰ ਕੋਸ਼ਿਸ਼ ਕਰੀਏ, ਯਤਨ ਕਰੀਏ ਕਿ ਜਿੱਥੇ ਆਪਾਂ ਇੱਕ ਚੌਪਈ ਸਾਹਿਬ ਜੀ ਦਾ ਪਾਠ ਹਮੇਸ਼ਾ ਆਪਣੇ ਨਿਤਨੇਮ ਦੇ ਨਾਲ ਕਰਦੇ ਹਾਂ, ਉੱਥੇ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋ ਕੇ ਉਹ ਇੱਕ ਪਾਠ ਜ਼ਰੂਰ ਵਧਾਈਏ। ਉੱਥੇ ਇੱਕ ਹੋਰ ਚੌਪਈ ਸਾਹਿਬ ਦਾ ਪਾਠ ਆਪਾਂ ਜ਼ਰੂਰ ਘਰ ਬੈਠ ਕੇ ਪਰਿਵਾਰਾਂ ਦੇ ਵਿੱਚ ਬੈਠ ਕੇ ਕਰੀਏ ਅਤੇ ਅਰਦਾਸ ਕਰੀਏ ਕਿ ਮਹਾਰਾਜ ਜੀ ਕਿਰਪਾ ਕਰੋ, ਦੇਹ ਰੋਗਤਾ, ਤੰਦਰੁਸਤੀ, ਸਮੁੱਚੇ ਸੰਸਾਰ ਵਿੱਚ ਸ਼ਾਂਤੀ ਬਖਸ਼ਿਸ਼ ਕਰੋ, ਤਾਂ ਕਿ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਸਮਾਂ ਆ ਸਕੇ। ਕਿਉਂਕਿ ਜਿੱਥੇ ਮਾੜੇ ਦਿਨ ਆਉਂਦੇ ਨੇ, ਹਨੇਰੇ ਵਾਲੇ ਦਿਨ ਆਉਂਦੇ ਨੇ, ਜਿੱਥੇ ਕਹਿੰਦੇ ਨੇ ਰਾਤ ਪੈਂਦੀ ਹੈ, ਉੱਥੇ ਹਮੇਸ਼ਾ ਸੂਰਜ ਵੀ ਕਿਸੇ ਸਮੇਂ ਚੜ੍ਹਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਹੁਣ ਇਸ ਬਿਮਾਰੀ ਤੋਂ ਛੁਟਕਾਰਾ ਬਖਸ਼ਿਸ਼ ਕਰਨ। ਸੋ ਇਹੀ ਆਪਾਂ ਅਰਦਾਸਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ, ਤੇ ਨਾਲ ਨਾਲ ਕਿਸਾਨ ਵੀਰਾਂ ਵਾਸਤੇ ਵੀ ਇਸੇ ਤਰ੍ਹਾਂ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਸੋ ਲਾਈਨਾਂ ਸਮੂਹ ਸਿੱਖ ਸੰਗਤਾਂ ਵਾਸਤੇ ਖੁੱਲੀਆਂ ਨੇ, ਜਿੱਥੇ ਵੀ ਆਪ ਜੀ ਦਾ ਦਿਲ ਕਰੇ ਸੇਵਾ ਕਰਨ ਦਾ, ਹਮੇਸ਼ਾ ਲਾਈਨਾਂ ਖੁੱਲੀਆਂ ਰਹਿਣਗੀਆਂ। 01213691380। ਭਾਈ ਖੁਸ਼ਦੇਵ ਸਿੰਘ ਜੀ ਤਾਂ ਬੜਾ ਕਰਦਾ ਇੱਥੇ ਬੈਠਿਆਂ ਨੂੰ, ਜਦੋਂ ਆਪਾਂ ਇਹੋ ਜਿਹੀ ਫੁਟੇਜ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਦੀਵਾਨ ਹਾਲ ਤਿਆਰ ਹੋ ਚੁੱਕੇ ਨੇ, ਤੇ ਪਹਿਲੀ ਵਾਰੀ ਜਦੋਂ ਕੀਰਤਨ ਦੀਆਂ ਗੂੰਜਾਂ ਇਸ ਅਸਥਾਨ ਤੇ ਪੈਣਗੀਆਂ ਤਾਂ ਮਨ ਕਰਕੇ ਆਪਾਂ ਜ਼ਰੂਰ ਉੱਥੇ ਹਾਜ਼ਰੀਆਂ ਭਰ ਸਕਾਂਗੇ। ਨੇਤਰ ਸਾਡੇ ਜ਼ਰੂਰ, ਜੇ ਮਹਾਰਾਜ ਜੀ ਬਖਸ਼ਿਸ਼ ਕਰਨ, ਅਗਲੇ ਹਫ਼ਤੇ ਆਪਾਂ ਜ਼ਰੂਰ ਦਰਸ਼ਨ ਕਰ ਸਕਾਂਗੇ। ਪਰ ਇੱਥੇ ਬੈਠਿਆਂ ਨੂੰ ਬੜੀ ਇੱਕ ਕਿਸਮ ਦੀ, ਕਈ ਵਾਰੀ ਕਹਿੰਦੇ ਹੁੰਦੇ ਨੇ ਕਿ ਕੋਈ ਲਫ਼ਜ਼ ਨਹੀਂ ਜਿਹਦੇ ਨਾਲ ਅਸੀਂ ਬਿਆਨ ਕਰ ਸਕੀਏ ਕਿ ਉੱਥੇ ਖਾਸ ਕਰਕੇ ਜਿਹੜੀਆਂ ਸੰਗਤਾਂ ਭਾਗਾਂ ਵਾਲੀਆਂ ਹੋਣਗੀਆਂ, ਜਿਹੜੀਆਂ ਕਿ ਬੈਠ ਕੇ ਉੱਥੇ ਆਨੰਦ ਮਾਣਨਗੀਆਂ, ਸਤਿਗੁਰੂ ਜੀ ਰਹਿਮਤ ਕਰਨ। ਅਗਲੇ ਸਾਲ ਉਹ ਸਮਾਂ ਸਾਡੇ ਤੇ ਸਤਿਗੁਰੂ ਜੀ ਬਖਸ਼ਿਸ਼ ਜ਼ਰੂਰ ਕਰਨ ਕਿ ਅਗਲੇ ਸਾਲ ਅਸੀਂ ਵੀ ਉਹਨਾਂ ਦੀਵਾਨ ਹਾਲਾਂ ਦੇ ਵਿੱਚ ਬੈਠ ਕੇ ਉਸ ਕੀਰਤਨ ਦੀਆਂ ਧੁਨਾਂ ਜੋ ਹਨ ਸਰਵਣ ਕਰ ਸਕੀਏ। ਆਪ ਜੀ ਕੀ ਕਹਿਣਾ ਚਾਹੋਗੇ? ਬਿਲਕੁਲ ਫਲਦੀਪ ਜੀ, ਆਪ ਜੀ ਨੇ ਜਿਸ ਤਰ੍ਹਾਂ ਬਚਨ ਕੀਤੇ ਹਨ ਕਿ ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਸ ਸਾਲ ਆਪ ਜੀ ਨੇ ਸਮਾਂ ਨਹੀਂ ਬਖਸ਼ਿਆ, ਪਰ ਅਗਲੇ ਸਾਲ ਜ਼ਰੂਰ ਸਮਾਂ ਬਖਸ਼ਣਾ ਕਿ ਜੋ ਵੀ ਹਾਜ਼ਰੀ ਭਰ ਸਕੇ, ਨਕਮਸਤਕ ਹੋ ਪਾਏ। ਸੱਚੇ ਪਾਤਸ਼ਾਹ ਰਹਿਮਤ ਕਰਨੀ, ਸਭਨਾਂ ਨੂੰ ਸੁਭਾਗ ਸਮਾਂ ਬਖਸ਼ੋ ਕਿ ਆਪ ਦੇ ਦਰ 'ਤੇ ਆ ਸਕਣ। ਅਤੇ ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਸੀ ਫਲਦੀਪ ਜੀ, ਇਸ ਦਾ ਆਨੰਦ ਉੱਥੇ ਜਾ ਕੇ ਤਾਂ ਆਪ ਜੀ ਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ, ਕਿਸ ਭਾਵਨਾ ਨਾਲ ਗੁਰਪੁਰਬ ਮਨਾਏ ਜਾਂਦੇ ਹਨ ਮਹਾਰਾਜ ਦੇ ਪਟਨਾ ਸਾਹਿਬ ਵਿਖੇ ਜੀ। 1-1.5 ਵਜੇ ਤੱਕ ਦੀਵਾਨ ਹਾਲ ਵਿੱਚ ਕੀਰਤਨ, ਢਾਡੀ ਜਥੇ, ਕਵੀ ਸ਼੍ਰੀ ਦਰਬਾਰ ਸਜਣੇ ਨੇ, ਤੇ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ। ਆਪ ਜੀ ਨੂੰ ਪੁਰਾਣੀ ਫੁਟੇਜ ਆਪਾਂ ਕਈ ਵਾਰੀ ਐਕਟਿੰਗ ਟੀਮ ਨੇ ਦਿਖਾਈ ਹੈ ਕਿ ਮਤਲਬ ਨਮਸਕਾਰ ਕਰਨ ਲਈ ਵੀ ਲਾਈਨਾਂ ਲੱਗੀਆਂ। ਦੇਖੋ ਜੀ ਕਿਸ ਤਰ੍ਹਾਂ ਬੈਠੀ ਹੈ ਸੰਗਤ, ਜੀ ਜਗ੍ਹਾ ਨਹੀਂ ਹੈ। ਪਰ ਇਹ ਮਾਲਕ ਦੀ ਰਹਿਮਤ, ਮਾਲਕ ਦੀ ਬਖਸ਼ਿਸ਼, ਮਾਲਕ ਦੀ ਐਸੀ ਕਿਰਪਾ, ਇੱਕ ਐਸਾ ਆਨੰਦਮਈ ਸਮਾਂ, ਐਸਾ ਬਖਸ਼ਿਸ਼ਾਂ ਭਰਾ ਸਮਾਂ ਜੀਵਨ ਕਾਲ ਵਿੱਚ ਮਹਾਰਾਜ ਦੇ ਇਸ ਪਾਵਨ ਪੁੱਤਰ ਸਥਾਨ 'ਤੇ ਜਾ ਕੇ ਗੁਰਪੁਰਬ ਦੀਆਂ ਹਾਜ਼ਰੀਆਂ ਲਾ ਕੇ, ਉਹਦੇ ਲਈ ਸ਼ਬਦ ਨਹੀਂ ਹਨ ਕਿ ਆਪਾਂ ਉਸ ਨੂੰ ਡਿਸਕ੍ਰਾਈਬ, ਕਿਉਂਕਿ ਹਰ ਇੱਕ ਦੀ ਭਾਵਨਾ ਆਪੋ ਆਪਣੀ ਹੈ। ਜੀ ਪਰ ਮਾਲਕ ਰਹਿਮਤ ਬਖਸ਼ਿਸ਼ ਕਰਨ, ਹਰ ਇੱਕ ਨੂੰ ਆਪਣੀ ਹਰ ਇੱਕ ਦੀ ਅਰਦਾਸ ਹੋਵੇ। ਸੱਚੇ ਪਾਤਸ਼ਾਹ ਆਪਾਂ ਨੂੰ ਗੁਰਪੁਰਬ ਵੀ ਆਪਣੀ ਝੋਲੀ ਵਿੱਚ ਮਹਾਰਾਜ ਦਾ ਆ ਰਿਹਾ ਹੈ, ਉਹਦੇ ਲਈ ਵੀ ਆਪਾਂ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ ਸਾਨੂੰ ਸਮਾਂ ਜ਼ਰੂਰ ਬਖਸ਼ੋ। ਆਪਾਂ ਜੋ ਦੇਖ ਰਹੇ ਸੀ ਪਿਆਊ ਬਣਿਆ ਹੈ, ਇਹ ਬਹੁਤ ਇੱਕ, ਇਹਦਾ ਕੁਛ ਵੀ ਨਹੀਂ ਸੀ ਇੱਥੇ, ਜੀ ਬਹੁਤ ਭੈੜਾ ਲੱਗਦਾ ਸੀ ਕਿਉਂਕਿ ਮੰਦਿਰ ਦੀ ਕੰਧ ਆ ਜਾਂਦੀ ਹੈ, ਉਧਰ ਮੰਦਿਰ ਲੱਗਦਾ ਹੈ ਜੀ। ਉਸ ਨੂੰ ਵੀ ਸੇਮ ਬਣਾ ਕੇ ਡਿਜ਼ਾਈਨ ਕੋ ਪੈਰਲਲ ਬਣ ਗਿਆ ਹੈ ਜੀ। ਉਹਦਾ ਜੋ ਪੂਰਾ ਸਟਰਕਚਰ ਕਰਕੇ ਦੀਵਾਰ ਦਾ ਗੁੰਮਟੀਆਂ ਲਾ ਕੇ ਫਿਰ ਥੱਲੇ ਪਿਆਊ ਬਣਾ ਕੇ, ਤਾਂ ਜੋ ਕਿ ਹਰ ਚੀਜ਼ ਇੱਕ ਸਿਮੈਟ੍ਰੀਕਲ ਰਨ ਹੋ ਰਹੀ ਹੈ ਜੀ ਤਖਤ ਸਾਹਿਬ ਦੀ। ਤੇ ਜਿੱਥੇ ਮਾਲਕ ਨੇ ਕਿਰਪਾ ਕੀਤੀ ਸਿੱਖ ਜਗਤ ਤੇ ਸਮੂਹ ਸਿੱਖ ਸੰਗਤਾਂ ਤੇ, ਜੀ ਤੇ ਇਕੱਲੇ ਲੋਕਲ ਬਿਹਾਰ ਦੀ ਸੰਗਤ ਤੇ ਵੀ ਮਹਾਰਾਜ ਨੇ ਬਹੁਤ ਰਹਿਮਤ ਕੀਤੀ। ਜੀ ਕਿ ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਆਪ ਜੀ ਹਿੱਲ ਜਾਂਦੇ ਹੋ ਕਿ ਕਿਸ ਤਰ੍ਹਾਂ ਉਹ 5-5 ਘੰਟੇ ਲਾਈਨਾਂ ਚਲਾ ਕੇ ਨਮਸਕਾਰ ਕਰਨ ਲਈ ਖੜੇ ਨੇ, ਕੋਈ ਉਹਨਾਂ ਨੇ
ਧੱਕਾ ਮੁੱਕੀ ਨਹੀਂ ਕਰਨੀ। ਨਹੀਂ ਤਾਂ ਬਿਹਾਰ ਵਿੱਚ ਮੰਨਿਆ ਸੀ ਜੀ ਕਿ ਸਟੈਂਪੀਡ ਧੱਕਾ ਮੁੱਕੀ ਇਹ ਲੋਕ ਬਹੁਤ ਕਰਦੇ ਨੇ, ਜੀ 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 ਪਰ ਮਹਾਰਾਜ ਨੇ ਇੰਨੀਆਂ ਬਖਸ਼ਿਸ਼ਾਂ, ਇੰਨੇ ਭੰਡਾਰੇ, ਜੋ ਮਾਲਕ ਦੇ ਦਰ ਤੇ ਆ ਗਿਆ। ਜੀ 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 ਇਕੱਲਾ ਸਿੱਖ ਨਹੀਂ, ਜੀ ਜੀ ਕਿਉਂਕਿ ਸਿੱਖਾਂ ਵਾਸਤੇ ਤਾਂ ਮਹਾਰਾਜ ਨੇ ਤਾਂ ਸਰਬੱਤ ਦੇ ਭਲੇ ਵਾਸਤੇ ਮਹਾਰਾਜ ਦੇ ਦਰ ਖੁੱਲ੍ਹੇ ਹਨ। ਜੀ ਜੀ ਤੇ ਉੱਥੋਂ ਸੰਗਤਾਂ ਜਦੋਂ ਆ ਕੇ ਲਾਹਾ ਲੈਂਦੀਆਂ ਹਨ ਤੇ ਆਨੰਦ ਮਾਣਦੀਆਂ ਹਨ, ਉਹਦੀ ਤੁਸੀਂ ਆਪ ਜੀ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ, ਉਹਨੂੰ ਕਹਿ ਨਹੀਂ ਸਕਦੇ, ਕਿਉਂਕਿ ਉਹਦਾ ਆਨੰਦ ਕੁਝ ਵੱਖਰਾ ਹੈ। ਜੀ ਜੀ। ਸੋ ਸਾਧ ਸੰਗਤ ਜੀਓ, ਆਓ ਆਪਾਂ ਹੁਣ ਬਚਨ ਸਰਵਣ ਕਰੀਏ ਜੋ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜੋ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੋਹਰ ਦੇ ਮਸਕੀਨ, ਉਹਨਾਂ ਦੇ ਵੀ ਆਪਾਂ ਬਚਨ ਸਰਵਣ ਕਰਨੇ ਨੇ। ਸੋ ਆਓ ਸਿੰਘ ਸਾਹਿਬ ਜੀ ਹੁਣਾਂ ਦੇ ਬਚਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਸਾਡੇ ਸਾਰਿਆਂ ਦੇ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੋਹ ਸੁਦੀ 7ਵੀਂ ਦਾ ਦਿਹਾੜਾ ਭਾਵ 18, 19, 20 ਜਨਵਰੀ 2021 ਨੂੰ ਬਹੁਤ ਵੱਡੇ ਪੱਧਰ ਤੇ, ਸੰਸਾਰ ਪੱਧਰ ਤੇ ਜਿਹੜਾ ਹੈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਮਿਲ ਕੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਵੱਡਾ ਸਹਿਯੋਗ ਬਿਹਾਰ ਸਰਕਾਰ ਦੇ ਮੁਖੀ ਸੇਵਾ ਰਤਨ ਸ੍ਰੀ ਨੀਤਿਸ਼ ਕੁਮਾਰ ਜੀ ਦੇ ਰਹੇ ਹਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ, ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ। ਅਨੇਕਾਂ ਹੀ ਸੇਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਨਵੇਂ ਹਾਲ ਵੀ ਤਿਆਰ ਹੋ ਗਏ ਨੇ ਸੰਤਾਂ ਬਾਬਾ ਮਹਿੰਦਰ ਸਿੰਘ ਜੀ ਵੱਲੋਂ। ਇਹਨਾਂ ਸ਼ੁਭ ਸਮਾਗਮਾਂ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਮੈਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜਿੱਥੋਂ ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਲਈ ਅਪੀਲ ਕਰ ਰਿਹਾ, ਉਹਦੇ ਨਾਲ ਨਾਲ ਕੋਟਾਨ ਕੋਟ ਮੁਬਾਰਕਾਂ ਵੀ ਦੇ ਰਿਹਾ ਹਾਂ। ਸੰਗਤ ਟੀਵੀ ਦੇ ਮਾਧਿਅਮ ਰਾਹੀਂ ਆਪ ਸਾਰੇ ਜਗਤ ਵਿੱਚ ਇਹਨਾਂ ਪ੍ਰੋਗਰਾਮਾਂ ਦੇ, ਸਮਾਗਮਾਂ ਦੇ ਲਾਈਵ ਕਾਸਟ ਵੀ ਦੇਖੋਗੇ। ਟਾਈਮ ਟੀਵੀ, ਚੜ੍ਹਦੀ ਕਲਾ, ਹੋਰ ਵੀ ਕਾਫੀ ਸਾਰੇ ਚੈਨਲ, ਗੁਰਬਾਣੀ ਜਨ ਹਿਤਾਦਕ ਸਾਰਾ ਲਾਈਵ ਕਾਸਟ ਕਰਨਗੇ। ਜਿਸ ਤਰ੍ਹਾਂ ਦਾ ਦੀਵਾਨ ਹਾਲ ਤਖ਼ਤ ਪਟਨਾ ਸਾਹਿਬ ਵਿਖੇ ਨਿਰਮਿਤ ਹੋਇਆ ਹੈ, ਇਸ ਤਰ੍ਹਾਂ ਦਾ ਸੰਸਾਰ 'ਚ ਦੀਵਾਨ ਹਾਲ ਅਜੇ ਤੱਕ ਇਹ ਪਹਿਲਾ ਹੈ। ਸੋ ਫਿਰ ਤੋਂ ਮੈਂ ਸਾਰੇ ਜਗਤ ਨੂੰ ਕੋਟਾਨ ਕੋਟ ਮੁਬਾਰਕਾਂ ਮਹਾਰਾਜ ਜੀ ਦੇ ਆਗਮਨ ਦਿਵਸ ਦੀਆਂ ਦੇ ਰਿਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਜੀ ਬਚਨ ਸਰਵਣ ਕਰ ਰਹੇ ਸੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਦੇ, ਜੋ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੇ। ਸੋ ਸਾਧ ਸੰਗਤ ਜੀ, ਆਪ ਜੀ ਦੀ ਨਜ਼ਰ ਸ਼ਾਇਦ ਪਿੱਛੇ ਸੰਗਤਾਂ ਵੱਲ ਵੀ ਪਈ ਹੋਵੇਗੀ, ਕਿਉਂਕਿ ਜਿਸ ਤਰ੍ਹਾਂ ਭਾਈ ਖੁਸ਼ਦੇਵ ਸਿੰਘ ਜੀ ਜ਼ਿਕਰ ਕਰ ਰਹੇ ਸੀ ਕਿ ਭਾਈ ਇੰਦਰਜੀਤ ਸਿੰਘ ਜੀ ਜ਼ਿਕਰ ਕਰ ਰਹੇ ਸਨ ਕਿ ਕਿਸ ਤਰ੍ਹਾਂ ਇਸ ਵੇਲੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਔਰ ਵਾਕਈ ਜਿਹੜੀਆਂ ਸੰਗਤਾਂ, ਖਾਸ ਕਰਕੇ ਅੰਮ੍ਰਿਤ ਵੇਲੇ ਦਾ ਜਦੋਂ ਪ੍ਰੋਗਰਾਮ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਸੰਗਤ ਟੈਲੀਵਿਜ਼ਨ ਦੇ, ਜਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ, ਕਥਾ ਸਰਵਣ ਕਰਦੇ ਹਾਂ, ਉਹਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਕਿੰਨੀਆਂ ਸੰਗਤਾਂ ਦਾ ਇਸ ਵੇਲੇ ਇਕੱਠ ਦੇਖਣ ਨੂੰ ਮਿਲ ਰਿਹਾ। ਸੋ ਬਹੁਤ ਸਾਰੀਆਂ ਸੰਗਤਾਂ ਗੁਰਪੁਰਬ ਤੱਕ ਉੱਥੇ ਪਹੁੰਚ ਰਹੀਆਂ ਨੇ ਔਰ ਸਤਿਗੁਰੂ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਸਮੂਹ ਸਿੱਖ ਸੰਗਤਾਂ ਜਿੱਥੇ ਉੱਥੇ ਪਹੁੰਚ ਰਹੀਆਂ ਨੇ, ਜਿੱਥੇ ਬਿਹਾਰ ਦੀਆਂ ਲੋਕਲ ਸੰਗਤਾਂ ਪਹੁੰਚ ਰਹੇ ਨੇ, ਪੰਥ ਦੀਆਂ ਵੀ ਮਹਾਨ ਸ਼ਖਸੀਅਤਾਂ ਉੱਥੇ ਉਚੇਚੇ ਤੌਰ ਤੇ ਪਹੁੰਚ ਰਹੀਆਂ ਨੇ, ਬਹੁਤ ਵੱਡੇ ਦੀਵਾਨ ਉੱਥੇ ਲਾਏ ਜਾ ਰਹੇ ਨੇ। ਭਾਵੇਂ ਇਸ ਵੇਲੇ ਕਿਸਾਨਾਂ ਦਾ ਮੋਰਚਾ ਵੀ ਲੱਗਾ ਹੋਇਆ ਹੈ ਦਿੱਲੀ ਦੇ ਵਿੱਚ, ਲੇਕਿਨ ਫਿਰ ਵੀ ਆਪਾਂ ਕਲਗੀਆਂ ਵਾਲੇ ਸਤਿਗੁਰ ਜੀ, ਵਾਜਾਂ ਵਾਲੇ ਸਤਿਗੁਰ ਦਾ ਪ੍ਰਕਾਸ਼ ਦਿਹਾੜਾ ਤਾਂ ਮਨਾਉਣਾ ਹੀ ਮਨਾਉਣਾ ਹੈ, ਕਿਉਂਕਿ ਜਿੱਥੇ ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਆਪਣਾ ਸਾਰਾ ਹੀ ਸਰਬੰਸ ਆਪਣੇ ਪੰਥ ਵਾਸਤੇ ਵਾਰ ਦਿੱਤਾ ਹੋਵੇ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੀ ਸਾਜਣਾ ਕੀਤੀ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਨੂੰ ਸੂਰਮੇ ਬਣਾਇਆ, ਸੰਤ ਸਿਪਾਹੀ ਬਣਾਇਆ, ਉਹਨਾਂ ਦੇ ਆਪਾਂ ਪ੍ਰਣ ਵੀ ਕਰਨਾ ਹੈ ਕਿ ਜਦੋਂ ਮੁੜ ਕੇ ਕਦੇ ਕਿਤੇ ਅੰਮ੍ਰਿਤ ਸੰਚਾਰ ਹੋਵੇ, ਜਦੋਂ ਵੀ ਇਹ ਲੋਕਡਾਊਨ ਦਾ ਸਮਾਂ, ਜਦੋਂ ਖਾਸ ਕਰਕੇ ਇੰਗਲੈਂਡ ਦੇ ਵਿੱਚ
ਇਹ ਜਿਹੜੀਆਂ ਰਿਸਟ੍ਰਿਕਸ਼ਨਾਂ ਲਾਈਆਂ ਹੋਈਆਂ ਨੇ ਜਦੋਂ ਵੀ ਕਿਤੇ ਚੱਕੀਆਂ ਜਾਣਗੀਆਂ ਤਾਂ ਮੁੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਤੁਸੀਂ ਜ਼ਰੂਰ ਆਪਣਾ ਮਨ ਬਣਾਵੋ ਕਿ ਅਸੀਂ ਵੀ ਵਾਜਾਂ ਵਾਲੇ ਦੇ ਜਹਾਜ਼ੇ ਚੜ੍ਹਨਾ ਹੈ। ਕਿਹੜਾ ਜਹਾਜ਼? ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਸੋ ਜਿਹੜਾ ਵੀ ਉਸ ਜਹਾਜ਼ੇ ਚੜ੍ਹ ਜਾਂਦਾ ਹੈ, ਕਲਗੀਆਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਸਾਡੀ ਹਮੇਸ਼ਾ ਬਾਂਹ ਫੜ ਕੇ ਰੱਖਣੀ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪਹੁਲ ਆਪਾਂ ਛਕਣੀ ਹੈ, ਕਿਉਂਕਿ ਖਾਸ ਕਰਕੇ ਆਪਾਂ ਨੂੰ ਇਹ ਚੇਤਾਵਨੀਆਂ ਮਿਲੀਆਂ ਨੇ। ਇਹ ਸਾਲ ਦੇ ਵਿੱਚ ਕਿੰਨੇ ਆਪਾਂ ਤੋਂ ਵਿਛੜ ਕੇ ਚਲੇ ਗਏ ਨੇ, ਕਿੰਨਿਆਂ ਦੀਆਂ ਮੌਤਾਂ ਆਪਾਂ ਹਰ ਰੋਜ਼ ਸੁਣਦੇ ਹਾਂ। ਆਪਾਂ ਹਜੇ ਭਾਗਾ ਵਾਲੇ ਹਾਂ ਕਿ ਆਪਣੀ ਕਿਸੇ ਦੀ ਵੀ ਵਾਰੀ ਨਹੀਂ ਹੈ। ਜੇ ਤੁਹਾਡੇ ਸਵਾਸ ਅੱਜ ਚੱਲਦੇ ਨੇ, ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠੇ ਹੋ, ਸਮਝ ਲਓ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ। ਹਜੇ ਸਵਾਸ ਕੁਝ ਲਿਖੇ ਹੋਏ ਨੇ, ਕਿਉਂਕਿ ਇਹਨਾਂ ਸਵਾਸਾਂ ਦਾ ਕੋਈ ਨਹੀਂ ਪਤਾ ਕਿਹਨੇ ਸਵਾਸ ਪੂਰੇ ਕਰਕੇ ਚਲੇ ਜਾਣਾ, ਕਿਹਨੂੰ ਅਗਲਾ ਸਕਿੰਟ ਅਗਲਾ ਮਿੰਟ ਨਸੀਬ ਹੋਣਾ। ਸੋ ਮੇਰੀ ਕਹਿਣ ਤੋਂ ਮੁਰਾਦ ਹੈ, ਕਹਿਣ ਤੋਂ ਭਾਵ ਹੈ ਕਿ ਕਈ ਵਾਰੀ ਆਪਾਂ ਬੜੀ ਕਮਾਈ ਕਰਦੇ ਹਾਂ, ਬੜੀ ਮਿਹਨਤ ਕਰਦੇ ਹਾਂ, ਧਨ ਦੌਲਤ ਇਕੱਠੀ ਕਰਦੇ ਹਾਂ, ਮਹਿਲ ਮਾੜੀਆਂ ਇਕੱਠੀਆਂ ਕਰਦੇ ਹਾਂ, ਧੀਆਂ ਪੁੱਤਰਾਂ ਨੂੰ ਆਪਾਂ ਹਮੇਸ਼ਾ ਇਹੀ ਜੋਦੜੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਧੀਆਂ ਪੁੱਤਰਾਂ ਦੇ ਵਿਆਹ ਵੀ ਦੇਖਣ ਨੂੰ ਨਸੀਬ ਹੋਣ, ਅਸੀਂ ਕਰ ਸਕੀਏ। ਲੇਕਿਨ ਇਸ ਸਰੀਰ ਦਾ ਕਿਸੇ ਨੂੰ ਨਹੀਂ ਪਤਾ ਕਦੋਂ ਸਵਾਸ ਪੂਰੇ ਹੋ ਜਾਣੇ ਨੇ। ਸੋ ਜਿਹੜਾ ਆਪਾਂ ਧਨ ਦੌਲਤ ਕਈ ਵਾਰੀ ਇਕੱਠਾ ਕਰਕੇ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਲੈਂਦੇ ਹਾਂ, ਉਹ ਕਿਸ ਕੰਮ ਜੇ ਉੱਥੇ ਗਾਲੇ ਗਿਆ, ਜੇ ਆਪਾਂ ਸਰੀਰਕ ਤੌਰ ਤੇ ਇੱਥੇ ਰਹੇ ਨਾ, ਕੋਈ ਔਲਾਦ ਹੀ ਨਾ ਚੰਗੀ ਰਹੀ ਜਿਹਨੂੰ ਅਸੀਂ ਦੇ ਸਕੀਏ। ਸੋ ਜਿਹੜੇ ਵੀ ਆਪਣੀ ਕਿਰਤ ਕਮਾਈ ਆਪਾਂ ਕਰਦੇ ਹਾਂ, ਆਪਾਂ ਚੰਗੇ ਕਾਰਜਾਂ ਵਿੱਚ ਉਹ ਜਿਹੜੀ ਕਿਰਤ ਕਮਾਈ ਹੈ ਜ਼ਰੂਰ ਲਾਈਏ, ਕਿੱਥੇ ਕਿਸੇ ਲੇਖੇ ਵਿੱਚ ਲੱਗਣ। ਜਿੱਥੇ ਭਾਵੇਂ ਇਹ ਕਾਰ ਸੇਵਾਵਾਂ ਹੋ ਰਹੀਆਂ ਨੇ, ਉੱਥੇ ਮੋਰਚੇ ਲੱਗੇ ਹੋਏ ਨੇ, ਲੰਗਰ ਲੱਗੇ ਹੋਏ ਨੇ, ਜਿੱਥੇ ਵੀ ਤੁਹਾਡਾ ਦਿਲ ਕਰਦਾ ਹੈ ਜ਼ਰੂਰ ਆਪਣਾ ਕੁਛ ਨਾ ਕੁਛ ਤਿਲ ਫੁੱਲ ਜ਼ਰੂਰ ਪਾਉਣਾ, ਕਿਉਂਕਿ ਆਪਾਂ ਧੰਨਵਾਦ ਉਸ ਸਤਿਗੁਰ ਦਾ ਕਰ ਹੀ ਨਹੀਂ ਸਕਦੇ ਜਿਨ੍ਹਾਂ ਨੇ ਆਪਾਂ ਨੂੰ ਇਸ ਦੁੱਖਮਈ ਸਮੇਂ ਦੇ ਵਿੱਚ, ਬੜੇ ਔਖੇ ਸਮੇਂ ਦੇ ਵਿੱਚ, ਆਪਾਂ ਹਜੇ ਵੀ ਆਪਣੇ ਜਿਹੜੇ ਸਵਾਸ ਨੇ ਚੱਲ ਰਹੇ ਨੇ, ਆਪਾਂ ਹਜੇ ਵੀ ਪਰਿਵਾਰਾਂ ਦੇ ਵਿੱਚ ਬੈਠੇ ਹੋਏ ਹਾਂ, ਕਿਉਂਕਿ ਕਿਹਦਾ ਜੀ ਕਰਦਾ ਹੈ ਕਿ ਅਸੀਂ ਇਸ ਸੰਸਾਰ ਤੋਂ ਚਲੇ ਜਾਈਏ? ਕਿਸੇ ਦਾ ਨਹੀਂ ਕਰਦਾ। ਹਾਂ, ਸਾਧੂਆਂ ਦਾ ਜ਼ਰੂਰ ਕਰਦਾ ਹੋਵੇਗਾ ਕਿ ਅਸੀਂ ਆਪਣੇ ਅਸਲੀ ਘਰ ਨੂੰ ਜਾਈਏ, ਪਰ ਜਿਹੜਾ ਆ ਮੇਰੇ ਵਰਗਾ ਸੰਸਾਰੀ ਜੀਵ ਹੈ, ਕਿਸੇ ਦਾ ਨਹੀਂ ਚਿੱਤ ਕਰਦਾ ਕਿ ਅਸੀਂ ਇਸ ਸੰਸਾਰ ਤੋਂ ਹਰ ਇੱਕ ਨੂੰ ਆਪਣੇ ਸਾਕ ਸੰਬੰਧੀਆਂ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਛੱਡ ਕੇ ਜਾਣ ਦਾ ਕਿਸੇ ਦਾ ਨਹੀਂ ਜੀ ਕਰਦਾ। ਭਾਵੇਂ ਇਹ ਪੂਰੀ ਸੱਚਾਈ ਹੈ ਕਿ ਜਾਣਾ ਆਪਾਂ ਹਰ ਇੱਕ ਨੇ ਇੱਕ ਦਿਨ ਜਾਣਾ ਹੀ ਹੈ, ਸੰਸਾਰ ਨੂੰ ਅਲਵਿਦਾ ਕਹਿਣਾ ਹੀ ਹੈ, ਕਿਉਂਕਿ ਸੱਚਾਈ ਹੈ। ਜੋ ਆਇਆ ਸੋ ਚੱਲ ਸੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕਿਹਦੀ ਵਾਰੀ ਹੈ ਕੱਲ੍ਹ ਨੂੰ ਇਹ ਕੋਈ ਪਤਾ ਨਹੀਂ, ਪਰ ਆਪਾਂ ਜ਼ਰੂਰ ਹਰ ਇੱਕ ਵਾਸਤੇ ਅਰਦਾਸ ਕਰੀਏ। ਸੋ ਲਾਈਨਾਂ ਆਪ ਸਮੂਹ ਸਿੱਖ ਸੰਗਤਾਂ ਵਾਸਤੇ ਖੁੱਲ੍ਹੀਆਂ ਨੇ, ਜਿੱਥੇ ਵੀ ਆਪ ਜੀ ਦਾ ਦਿਲ ਕਰੇ ਜ਼ਰੂਰ ਤਿਲ ਫੁੱਲ ਆਪਣੀਆਂ ਸੇਵਾਵਾਂ ਵਿੱਚ ਪਾ ਕੇ ਗੁਰੂ ਮਹਾਰਾਜ ਜੀ ਦਾ ਆਪਾਂ ਸ਼ੁਕਰਾਨਾ ਕਰਨਾ ਹੈ। ਲਾਈਨਾਂ ਖੁੱਲ੍ਹੀਆਂ ਹੋਈਆਂ ਨੇ 0121369138 ਆਓ ਹੁਣ ਆਪਾਂ ਭਾਈ ਅਵਤਾਰ ਸਿੰਘ ਜੀ ਹਿੱਤ ਸਾਹਿਬ ਜੀ ਹੁਣਾਂ ਦੇ ਬਚਨ ਸਰਵਣ ਕਰੀਏ, ਜੋ ਕਿ ਤਖਤ ਸਾਹਿਬ ਜੀ ਦੀ ਜੋ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ। ਆਓ ਉਹਨਾਂ ਦੇ ਵੀ ਕੁਝ ਆਪਾਂ ਬਚਨ ਸਰਵਣ ਕਰੀਏ ਜੀ। ਜਿਹੜਾ ਸਾਡਾ ਗੁਰਪੁਰਬ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਦਾ ਮਨਾ ਰਹੇ ਹਾਂ, ਇਹਦੇ ਵਾਸਤੇ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਬੰਧ ਇਹ ਕੀਤੇ ਜਾ ਰਹੇ ਆ ਕਿ ਭਾਵੇਂ ਕਰੋਨਾ ਕਰਕੇ ਸੰਗਤਾਂ ਵੱਧ ਆਉਣ ਘੱਟ ਆਉਣ ਅਸੀਂ ਨਹੀਂ ਦੇਖਿਆ, ਪਰ ਅਸੀਂ ਜਿਹੜਾ ਪ੍ਰੋਗਰਾਮ ਹੈ ਗੁਰੂ ਘਰ ਦੇ ਵਿੱਚ ਹੋਣਾ, ਬਹੁਤ ਸ਼ਾਨਦਾਰ ਪੰਥਕ ਜਥੇ ਰਾਗੀ ਜਥੇ ਬੁਲਾਏ ਆ। ਜਿਹੜੇ ਨੰਬਰ 1 ਪੰਥਕ ਜਥੇ ਸਾਰੇ ਉਹ ਰਾਗੀ ਢਾਡੀ ਬੁਲਾਇਆ। ਕਵੀ ਦਰਬਾਰ ਕਰ ਰਹੇ ਸੀ 18 ਤਰੀਕ ਨੂੰ, ਬੜੀ ਵੱਡੀ ਪੱਧਰ ਤੇ ਕਵੀ ਦਰਬਾਰ ਹੋ ਰਿਹਾ। ਉਸ ਤੋਂ ਬਾਅਦ ਪ੍ਰਚਾਰ ਕਰ ਰਿਹਾ ਕਥਾਵਾਚਕ ਭਾਈ ਸਾਹਿਬ, ਭਾਈ ਪੰਥ ਰਤਨ, ਭਾਈ ਪਿੰਦਰਪਾਲ ਸਿੰਘ ਜੀ ਔਰ ਬਾਬਾ ਧੁੰਮਾ ਜੀ ਸਾਹਿਬ, ਗਿਆਨੀ ਹਰਨਾਮ ਸਿੰਘ ਧੁੰਮਾ ਟਕਸਾਲ ਵਾਲੇ, ਤੇ ਬਾਬਾ ਬੰਤਾ ਸਿੰਘ ਜੀ। ਉਹ ਕਥਾ 3 ਦਿਨ ਉਹਨਾਂ ਨੇ ਕਥਾ ਕਰਨੀ ਹੈ। ਅਲੱਗ-ਅਲੱਗ ਤਰੀਕੇ ਦੇ ਨਾਲ ਇੱਥੇ ਪ੍ਰੋਗਰਾਮ ਹੋਣੇ ਸਾਰੇ, ਬਹੁਤ ਵੱਡੀ ਪੱਧਰ ਦੇ ਉੱਤੇ ਸ਼ਾਨਦਾਰ ਤਰੀਕੇ ਨਾਲ ਸਮਾਗਮ ਇੱਥੇ ਜਿਹੜਾ ਅਸੀਂ ਰਚਿਆ ਉਹ ਕੀਤੇ ਜਾ ਰਿਹਾ। ਔਰ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜੇ ਵੱਡੇ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਸੁਣੋ ਆ ਕੇ, ਤਾਂ ਕਿ ਗੁਰਸਿੱਖੀ ਦਾ ਸਾਨੂੰ ਪਤਾ ਲੱਗ ਸਕੇ। ਮੈਂ ਯੂਕੇ ਦੀਆਂ ਸੰਗਤਾਂ ਨੂੰ, ਅਮਰੀਕਾ ਦੀਆਂ ਸੰਗਤਾਂ, ਜਿੱਥੇ ਤੱਕ ਇਹ ਆਵਾਜ਼ ਜਾਂਦੀ ਆ, ਬੇਨਤੀ ਮੇਰੀ ਜਾਂਦੀ ਆ, ਮੈਂ ਬੇਨਤੀ ਕਰਦਾ ਕਿ ਤੁਹਾਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਵੱਧ ਚੜ੍ਹ ਕੇ ਹਿੱਸਾ ਪਾ ਕੇ ਆਪਣਾ ਵਿਸ਼ਵਾਸ ਵੀ ਸਫਲ ਕਰੋ। ਗੁਰੂ ਨਾਲ ਕਲਗੀਧਰ ਪਾਤਸ਼ਾਹ ਖੁਸ਼ੀਆਂ ਲਵੋ ਤੇ ਪੰਥ ਚੜ੍ਹਦੀ ਕਲਾ 'ਚ ਜਾਵੇ। ਤੇ ਨਾਲ ਅਰਦਾਸ ਅਸੀਂ ਇੱਥੇ ਇਹ ਵੀ ਕਰ ਰਹੇ ਹਾਂ ਕਿ ਰੋਜ਼ ਅਰਦਾਸ ਹੁੰਦੀ ਹੈ ਤਖਤ ਸਾਹਿਬ ਦੇ ਉੱਤੇ ਕਿ ਜਿਹੜਾ ਮੋਰਚਾ ਲੱਗਾ ਉੱਥੇ ਉਹ ਕਾਮਯਾਬ ਹੋਵੇ, ਸਿੰਘਾਂ ਦਾ ਜਿਹੜਾ ਕਿਸਾਨਾਂ ਦਾ ਮੋਰਚਾ। ਨਾਲ ਅਸੀਂ ਜਿਹੜੇ ਬੰਦੇ ਸ਼ਹੀਦ ਹੋਇਆ ਉਹਨਾਂ ਬੰਦਿਆਂ ਵਾਸਤੇ ਅਸੀਂ ਅਖੰਡ ਪਾਠ ਰੱਖਿਆ
ਰੱਖ ਕੇ ਉਹਨਾਂ ਦੀ ਅਸੀਂ ਮੁਕਤੀ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ, ਤਾਂ ਕਿ ਉਹਨਾਂ ਜਿਹੜੇ ਸ਼ਹੀਦ ਹੋ ਚੁੱਕੇ ਉਹਨਾਂ ਨੂੰ ਅਸੀਂ ਅਰਦਾਸ ਕਰੀਏ ਮਾਰੇ ਚਰਨਾਂ 'ਚ ਕਿ ਇਹਨਾਂ ਨੂੰ ਸੱਚਖੰਡ ਨਵਾਸਾ ਬਖਸ਼ੇ ਤੇ ਪੰਥ ਦੇ ਪਿੱਛੇ ਜਿੱਤ ਹੋਏ। ਸੋ ਸਾਧ ਸੰਗਤ ਜੀ, ਆਪ ਜੀ ਹਿਤ ਸਾਹਿਬ ਜੀ ਦੇ ਵੀ ਬਚਨ ਸਰਵਣ ਕਰ ਰਹੇ ਸੀ ਤੇ ਨਾਲ ਨਾਲ ਜਿਨ੍ਹਾਂ ਸੰਗਤਾਂ ਨੇ ਆਪਣਾ ਦਸਵੰਧ ਇਸ ਮਹਾਨ ਕਾਰ ਸੇਵਾ ਵਾਸਤੇ ਭੇਜਿਆ ਹੈ, ਬਹੁਤ ਧੰਨਵਾਦੀ ਹਾਂ ਗੁਪਤ ਪਰਿਵਾਰ ਦੇ ਜਿਨ੍ਹਾਂ ਨੇ 50 ਪਾਉਂਡ ਭੇਜੇ ਨੇ। ਭਾਈ ਜੋਗਾ ਸਿੰਘ ਜੀ, ਬੀਬੀ ਗੁਰਦਿਆਲ ਕੌਰ ਜੀ ਅਤੇ ਅਮਨਪ੍ਰੀਤ ਕੌਰ ਜੀ ਢਿੱਲੋਂ, ਉਹਨਾਂ ਵੱਲੋਂ 500 ਪਾਉਂਡ ਸੇਵਾ ਆਈ ਹੈ। ਗੁਪਤ ਪਰਿਵਾਰ ਵੱਲੋਂ 25 ਪਾਉਂਡ, ਗੁਪਤ ਪਰਿਵਾਰ ਵੱਲੋਂ 100 ਪਾਉਂਡ। ਸੋ ਦਿਲ ਦੀਆਂ ਗਹਿਰਾਈਆਂ ਵਿੱਚੋਂ ਜਿੱਥੇ ਆਪ ਜੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਮਨੋਕਾਮਨਾ ਦੇ ਨਾਲ ਆਪ ਜੀ ਨੇ ਇਹ ਆਪਣੀ ਸੇਵਾ ਭੇਜੀ ਹੈ। ਅਰਦਾਸ ਕਰਦੇ ਹਾਂ ਕਿ ਪਰਿਵਾਰ ਵਿੱਚ ਖੁਸ਼ੀਆਂ, ਖੇੜੇ, ਤੰਦਰੁਸਤੀ ਦੇ ਅਰੋਗਤਾ ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਉਂਕਿ ਹਰ ਇੱਕ ਸੇਵਾਦਾਰ ਜਿਹੜਾ ਵੀ ਆਪਣਾ ਦਸਵੰਧ ਪਾਉਂਦਾ ਹੈ, ਸਾਡਾ ਮਕਸਦ ਵੀ ਅੱਜ ਦੇ ਪ੍ਰੋਗਰਾਮ ਕਰਨ ਦਾ ਇਹੀ ਸੀ, ਕਿਉਂਕਿ ਹਰ ਹਫ਼ਤੇ ਜਦੋਂ ਵੀ ਜਿਹੜਾ ਵੀ ਸੇਵਾਦਾਰ ਇੱਥੇ ਆ ਕੇ ਬੈਠਦਾ ਹੈ, ਹੋਕਾ ਦਿੰਦਾ ਹੈ, ਸਾਡਾ ਇਹ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਗੱਲ ਕਰਦੇ ਸਾਂ ਕਿ ਮਹਾਰਾਜ ਜੀ ਦੇ ਗੁਰਪੁਰਬ ਤੱਕ ਇਹ ਜਿਹੜਾ ਸਟਰਕਚਰ ਹੈ ਤਿਆਰ ਹੋ ਜਾਵੇਗਾ, ਫਿਰ ਸਾਡਾ ਇਹ ਫਰਜ਼ ਬਣਦਾ ਸੀ ਕਿ ਅਸੀਂ ਆਪਣੀਆਂ ਸੰਗਤਾਂ ਦੇ ਨਾਲ ਉੱਥੋਂ ਕਿਸ ਤਰ੍ਹਾਂ ਦਰਬਾਰ ਹਾਲ ਤਿਆਰ ਕੀਤਾ ਗਿਆ ਹੈ, ਕਿਵੇਂ ਉੱਥੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉਹ ਦਿਖਾਉਣਾ ਵੀ ਸਾਡਾ ਹੀ ਇੱਕ ਫਰਜ਼ ਬਣਦਾ ਸੀ। ਸੋ ਇਸ ਕਰਕੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ, ਵਿਸ਼ੇਸ਼ ਪ੍ਰੋਗਰਾਮ ਉਚੇਚੇ ਤੌਰ ਤੇ ਉਡੀਕਿਆ ਗਿਆ ਸੀ। ਭਾਵੇਂ ਇਸ ਵੇਲੇ ਸਾਰੇ ਪ੍ਰੋਗਰਾਮ ਤਕਰੀਬਨ ਕਿਸਾਨੀ ਮੋਰਚੇ ਨੂੰ ਡੈਡੀਕੇਟ ਕੀਤੇ ਗਏ ਨੇ, ਲੇਕਿਨ ਇਹ ਵੀ ਆਪਾਂ ਕਲਗੀਆਂ ਵਾਲੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ ਹੈ, ਉਹਨਾਂ ਦੇ ਸਿੱਖਿਆਵਾਂ ਦੇ ਉੱਤੇ ਵੀ ਤੁਰਨਾ ਹੈ, ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਭਾਵੇਂ ਜਿੱਥੇ ਮੋਰਚੇ ਲੱਗੇ ਹੋਏ ਨੇ ਉੱਥੇ ਵੀ ਆਪਾਂ ਸੇਵਾਵਾਂ ਕਰ ਰਹੇ ਹਾਂ, ਲੰਗਰ ਦੀਆਂ ਸੇਵਾਵਾਂ ਸਾਡੀਆਂ ਸੰਗਤਾਂ ਕਰ ਰਹੀਆਂ ਨੇ, ਟੈਂਟਾਂ ਦੀਆਂ ਸੇਵਾਵਾਂ ਕਰ ਰਹੀਆਂ ਨੇ, ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੰਘਰਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਜੋ ਲੱਖ ਲੱਖ ਰੁਪਈਆ ਦਿੱਤਾ ਜਾ ਰਿਹਾ ਹੈ। ਸੋ ਜਿੱਥੇ ਜਿੱਥੇ ਵੀ ਸੰਗਤ ਟੈਲੀਵਿਜ਼ਨ, ਸੰਗਤ ਏਡ ਆਪਣੀ ਸੇਵਾ ਨਿਭਾ ਰਿਹਾ ਹੈ, ਔਰ ਜੋ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਵੀ ਇਹ ਕਾਰ ਸੇਵਾਵਾਂ ਹੋ ਰਹੀਆਂ ਨੇ, ਜਿੱਥੇ ਜਿੱਥੇ ਵੀ ਸੇਵਾ ਹੁੰਦੀ ਹੈ, ਹਮੇਸ਼ਾ ਆਪ ਸਮੂਹ ਸਿੱਖ ਸੰਗਤਾਂ, ਰੱਬ ਵਰਗੀਆਂ ਸੰਗਤਾਂ ਹਮੇਸ਼ਾ ਵੱਧ ਚੜ ਕੇ ਆਪਣਾ ਹਿੱਸਾ ਪਾਉਂਦੀਆਂ ਨੇ, ਦਸਵੰਧ ਪਾਉਂਦੀਆਂ ਨੇ। ਸੋ ਜਦੋਂ ਅਸੀਂ ਇੱਥੇ ਸੱਚਾਈ ਦਾ ਹੋਕਾ ਦਿੰਦੇ ਹਾਂ ਤੇ ਫਿਰ ਸਾਡਾ ਫਰਜ਼ ਹੀ ਬਣਦਾ ਸੀ ਕਿ ਅਸੀਂ ਗੁਰਪੁਰਬ ਤੋਂ ਪਹਿਲਾਂ ਆਪ ਜੀ ਨੂੰ ਦਿਖਾ ਸਕੀਏ ਕਿ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ, ਤਿਆਰੀਆਂ ਹੋ ਰਹੀਆਂ ਨੇ। ਸੋ ਇਹ ਜਿਹੜੀਆਂ ਤਰੀਕਾਂ ਨੇ 18, 19, 20 ਤਰੀਕ ਜੋ ਕਿ ਗੁਰਪੁਰਬ 20 ਤਰੀਕ ਨੂੰ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ, ਆਪਾਂ ਘਰ ਬੈਠ ਕੇ ਹੀ ਆਨੰਦ ਮਾਣਨਾ ਹੈ, ਕਿਉਂਕਿ ਜਿਸ ਤਰ੍ਹਾਂ ਭਾਈ ਖੁਸ਼ਦੇਵ ਸਿੰਘ ਜੀ ਪਹਿਲਾਂ ਵੀ ਜ਼ਿਕਰ ਕਰ ਰਹੇ ਸਨ ਅਤੇ ਆਪਾਂ ਪਿਛਲੇ ਸਾਲਾਂ ਵਿੱਚ ਵੀ ਆਪਣੇ ਘਰ ਬੈਠ ਕੇ ਹੀ ਆਨੰਦ ਮਾਣਿਆ ਹੈ, ਜੋ ਖਾਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਤਕਰੀਬਨ 12 ਵਜੇ ਭੋਗ ਪਾਏ ਜਾਂਦੇ ਨੇ। ਭਾਈ ਖੁਸ਼ਦੇਵ ਸਿੰਘ ਜੀ, ਇੰਗਲੈਂਡ ਦਾ ਉਸ ਸਮੇਂ ਕੀ ਟਾਈਮ ਹੁੰਦਾ ਹੈ? ਸ਼ਾਮ ਦੇ 7 ਵਜੇ ਹੋਣਗੇ। ਸੋ ਤਕਰੀਬਨ ਸ਼ਾਮ ਨੂੰ 7-8 ਵਜੇ ਉੱਥੋਂ ਜੋ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ 20 ਤਰੀਕ ਨੂੰ ਹਾਂਜੀ ਪਾਏ ਜਾਣਗੇ। ਸੋ 20 ਤਰੀਕ ਨੂੰ ਆਪਾਂ ਘਰ ਬੈਠ ਕੇ ਹੀ ਅਰਦਾਸਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ। ਸੋ ਜਿਨ੍ਹਾਂ ਨੇ ਵੀ ਆਪਣੀਆਂ ਸੇਵਾਵਾਂ ਭੇਜੀਆਂ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੈਸੇ ਆਪ ਸਭਨਾਂ ਦੇ ਨਾਮ ਜਾਣਦੇ ਨੇ। ਜਿਹੜੀਆਂ ਵੀ ਸੰਗਤਾਂ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ, ਸਤਿਗੁਰੂ ਜੀ ਆਪ ਸਭਨਾਂ ਦੀਆਂ ਮਨੋਕਾਮਨਾ ਪੂਰਨ ਕਰਨ, ਇਹੀ ਸਾਡੀ ਦਿਲੋਂ ਹੀ ਅਰਦਾਸ ਹੈ ਆਪ ਸਭਨਾਂ ਵਾਸਤੇ। ਔਰ ਅਸੀਂ ਵੀ ਹਮੇਸ਼ਾ ਇੱਥੋਂ ਅਰਦਾਸ ਆਪ ਜੀ ਵਾਸਤੇ ਕਰਦੇ ਹਾਂ, ਕਿਉਂਕਿ ਸਾਡਾ ਇੱਥੇ ਬੈਠਣਾ, ਹੋਕਾ ਦੇਣਾ ਇੱਕ ਅਸੀਂ ਆਪਣੀ ਇਹ ਸੇਵਾ ਸਮਝਦੇ ਹਾਂ, ਕਿਉਂਕਿ ਜੇ ਸਾਡੇ ਕੋਲ ਮੀਡੀਆ ਦਾ ਪਲੇਟਫਾਰਮ ਹੈ, ਇੱਕ ਜ਼ਰੀਆ ਹੈ ਸੰਗਤਾਂ ਨੂੰ ਦੱਸਣ ਦਾ, ਦਿਖਾਉਣ ਦਾ, ਫਿਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਮੀਡੀਆ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਵਰਤੀਏ। ਔਰ ਜਿਹੜੀਆਂ ਵੀ ਚੰਗਿਆਈਆਂ ਨੇ ਸੰਸਾਰ ਭਰ ਦੇ ਵਿੱਚ, ਜਿਹੜੀਆਂ ਵੀ ਸੇਵਾਵਾਂ ਹੁੰਦੀਆਂ ਨੇ, ਆਪਾਂ ਵੱਧ ਚੜ ਕੇ ਹਮੇਸ਼ਾ ਸੇਵਾ ਕਰਨੀ ਚਾਹੀਦੀ ਹੈ ਆਪਾਂ ਨੂੰ, ਕਿਉਂਕਿ ਗੁਰੂ ਸਾਹਿਬ ਜੀ ਦਾ ਹੀ ਇਹ ਉਪਦੇਸ਼ ਹੈ ਸਿੱਖ ਵਾਸਤੇ ਕਿ ਜਿੱਥੇ ਤੁਸੀਂ ਨਾਮ ਜਪਣਾ, ਜਿੱਥੇ ਤੁਸੀਂ ਆਪਣੀ ਧਰਮ ਦੀ ਕਿਰਤ ਕਰਨੀ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਉੱਥੇ ਤੁਸੀਂ ਵੰਡ ਕੇ ਵੀ ਛਕਣਾ। ਸੋ ਘੱਟ ਤੋਂ ਘੱਟ ਸਿੱਖ ਨੂੰ ਇਹ ਹੁਕਮ ਹੈ ਕਿ ਤੁਸੀਂ ਆਪਣਾ 10ਵਾਂ ਹਿੱਸਾ ਕਮਾਈ ਦਾ ਚੰਗੇ ਕਾਰਜਾਂ ਵਿੱਚ ਜ਼ਰੂਰ ਲਾਉਣਾ, ਚਾਹੇ ਪ੍ਰਚਾਰ ਹੋਵੇ, ਚਾਹੇ ਸੇਵਾਵਾਂ ਹੋਣ, ਕਾਰ ਸੇਵਾਵਾਂ ਹੋਣ, ਲੰਗਰ ਹੋਣ, ਜਿੱਥੇ ਵੀ ਸੇਵਾਵਾਂ ਚੱਲਦੀਆਂ ਨੇ ਉੱਥੇ ਜ਼ਰੂਰ ਪਾਉਣੀਆਂ। ਭਾਈ ਖੁਸ਼ਦੇਵ ਸਿੰਘ ਜੀ, ਸਮਾਂ ਵੀ ਬੜੀ ਤੇਜ਼ੀ ਦੇ ਨਾਲ ਤੁਰਿਆ ਜਾਂਦਾ ਹੈ, ਲੇਕਿਨ ਜਿਹੜੀਆਂ ਸੰਗਤਾਂ ਅੱਜ ਘਰ ਬੈਠ ਕੇ ਦਰਸ਼ਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਇਹ ਦੀਵਾਨ ਹਾਲ ਤਿਆਰ ਕੀਤੇ ਗਏ ਨੇ,
ਮੇਰੇ ਮਨ ਦੇ ਵਿੱਚ ਇਹ ਜ਼ਰੂਰ ਇੱਕ ਕਿਸਮ ਦੀ ਖੁਸ਼ੀ ਹੈ ਕਿ ਅਸੀਂ ਸੰਗਤਾਂ ਨੂੰ ਦਿਖਾ ਸਕੇ ਹਾਂ। ਭਾਵੇਂ ਆਪਾਂ ਨੂੰ ਇਹ ਲੋਕਡਾਊਨ, ਆਪਾਂ ਵੀ ਇਸ ਵੇਲੇ ਲੋਕਡਾਊਨ ਦੇ ਵਿੱਚ ਹਾਂ, ਲੇਕਿਨ ਆਪਾਂ ਉਨੀ ਦੂਰੀ ਰੱਖ ਕੇ ਜਿੰਨੀ ਆਪਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਉਸ ਦੂਰੀ ਨੂੰ ਰੱਖਦੇ ਹੋਏ ਆਪਾਂ ਅੱਜ ਜਿਹੜਾ ਪ੍ਰੋਗਰਾਮ ਇਹ ਪੇਸ਼ ਕਰ ਰਹੇ ਹਾਂ। ਔਰ ਜਿਹੜੀਆਂ ਸੰਗਤਾਂ ਖਾਸ ਕਰਕੇ ਨਹੀਂ ਨਤਮਸਤਕ ਹੋ ਸਕੀਆਂ ਉਹਨਾਂ ਵਾਸਤੇ ਆਪਾਂ ਗੁਰੂ ਸਾਹਿਬ ਜੀ ਦੇ ਹਮੇਸ਼ਾ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਅਗਲੇ ਸਾਲ ਆਪਾਂ ਜ਼ਰੂਰ ਉੱਥੇ ਨਤਮਸਤਕ ਹੋ ਸਕੀਏ। ਤੁਸੀਂ ਕੁਝ ਹੋਰ ਇਹ ਜਿਹੜੀਆਂ ਸੇਵਾਵਾਂ ਹੋ ਰਹੀਆਂ ਨੇ ਇਹਦੇ ਬਾਬਤ ਆਪ ਜੀ ਕੁਝ ਕਹਿਣਾ ਚਾਹੋ ਤੇ ਸਾਡੀਆਂ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਉਣੀ ਜੀ। ਦੀਪ ਜੀ, ਬਿਲਕੁਲ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਕਿ ਜੋ ਮਹਾਰਾਜ ਦੇ ਗੁਰਪੁਰ 18, 19, 20 ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਨੇ। ਆਪਾਂ ਕਿਉਂਕਿ ਸਮਾਂ ਐਸਾ ਹੈ, ਹਰ ਕੋਈ ਘਰੇ ਬੈਠਾ ਹੈ, ਲੋਕਡਾਊਨ ਹੈ, ਆਪਾਂ ਹਾਜ਼ਰੀਆਂ ਇਸ ਪਲੇਟਫਾਰਮ ਰਾਹੀਂ ਜੋ ਕੋਸ਼ਿਸ਼ ਟੀਮ ਹੋਏਗੀ, ਜੋ ਕਵਰੇਜ ਕਰ ਸਕਾਂਗੇ ਉਸ ਵਿੱਚ ਜ਼ਰੂਰ ਲਾਈਏ ਜੀ। ਜ਼ਰੂਰ ਲਾ ਕੇ ਹੱਥ ਬੰਨ੍ਹ ਕੇ ਬੇਨਤੀ ਹੈ ਸਮੂਹ ਸਿੱਖ ਸੰਗਤ ਨੂੰ, ਸਮੂਹ ਜੋ ਦੇਖਦੇ ਨੇ ਕਿ ਭਾਈ ਆਪਾਂ ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਜੋਦਰੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਆਪਣਾ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖੋ ਤੇ ਸਮਾਂ ਲਿਆਓ ਕਿ ਸਿੱਖ ਸੰਗਤਾਂ ਆਪਣੀ ਮਨ ਦੀ ਭਾਵਨਾ ਨਾਲ ਜਿੱਥੇ ਜਿੱਥੇ ਸੇਵਾ ਨਕਮਸਤਕ ਹੋਣ ਲਈ, ਸੇਵਾ ਕਰਨ ਲਈ ਉਹਨਾਂ ਦੀ ਆਪਣੀ ਮਨ ਦੀ ਇੱਛਾ, ਮਨ ਦੀ ਭਾਵਨਾ ਹੋਵੇ, ਮਹਾਰਾਜ ਉਹਨਾਂ ਨੂੰ ਸਮਾਂ ਬਖਸ਼ੋ ਕਿ ਉਹ ਕਰ ਸਕਣ ਜੀ। ਉਹ ਫਿਰ ਤੋਂ ਉਹ ਰੰਗ ਬਰਸੇ ਕਿ ਸਿੱਖ ਸੰਗਤਾਂ ਲਾਹੇ ਲੈਣ ਜੀ। ਜਿੱਦਾਂ ਹੁਣ ਇਸ ਵਕਤ ਆਪਾਂ ਸਾਰੇ ਘਰ ਬੈਠੇ ਹਾਂ, ਕਿਹਦਾ ਦਿਲ ਕਰਦਾ ਹੈ ਕਿ ਮਹਾਰਾਜ ਦਾ ਗੁਰਪੁਰ ਹੋਵੇ ਜੀ ਤੇ ਅਸੀਂ ਨਾ ਗੁਰੂ ਘਰ ਜਾ ਸਕੀਏ, ਅਸੀਂ ਨਾ ਸੇਵਾ ਕਰ ਸਕੀਏ। ਜੀ। ਪਰ ਐਸਾ ਸਮਾਂ ਜਿਹਦੇ ਵਿੱਚੋਂ ਆਪਾਂ ਸਾਰੇ ਗੁਜ਼ਰ ਰਹੇ ਹਾਂ, ਇਹ ਮਾਲਕ ਦੀ ਰਜ਼ਾ ਹੈ। ਪਰ ਮਾਲਕ ਨੇ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਸੀ, ਦਿਨ ਤੋਂ ਬਾਅਦ ਰਾਤ ਹੁੰਦੀ, ਰਾਤ ਤੋਂ ਬਾਅਦ ਦਿਨ ਵੀ ਹੁੰਦਾ ਹੈ। ਸੋ ਸਮਾਂ ਬਦਲਦਾ ਹੈ, ਸਮੇਂ ਨੇ ਬਦਲਣਾ ਹੈ। ਸੋ ਜਿੱਥੇ ਆਪ ਸਭ ਦਾ, ਜਿਨ੍ਹਾਂ ਨੇ ਵੀ, ਕਿਉਂਕਿ ਸੇਵਕ ਇਹ ਪ੍ਰੋਗਰਾਮ ਦੀ ਸੇਵਾ ਨਿਭਾਉਂਦੇ ਨੇ, ਆਪ ਜੀ ਆਪਣਾ ਹਿੱਸਾ ਪਾਉਂਦੇ ਹੋ। ਆਪ ਜੀ ਦਾ ਹਿੱਸਾ ਆਪ ਜੀ ਨੇ ਦੇਖਿਆ ਹੈ ਕਿ ਕਿੱਥੇ ਲੱਗਿਆ ਹੈ। ਇਸ ਪਲੇਟਫਾਰਮ ਰਾਹੀਂ, ਸੰਗਤ ਟੀਵੀ ਦੇ ਇਸ ਮੀਡੀਆ ਦੇ ਪਲੇਟਫਾਰਮ ਰਾਹੀਂ ਆਪਾਂ ਵਡਭਾਗੇ ਹਾਂ ਕਿ ਸਾਨੂੰ ਮਹਾਰਾਜ ਘਰ ਬੈਠਿਆਂ ਨੂੰ ਸਾਡੀ ਤਿਲ ਫੁੱਲ ਜਿੱਥੇ ਵੀ ਆਪਾਂ ਚਾਹੁੰਦੇ ਹਾਂ ਉੱਥੇ ਪੈਂਦੀ ਹੈ। ਕਿਉਂ? ਕਾਰਨ ਅੱਜ ਆਪਾਂ ਜੇ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ, ਆਪਾਂ ਪੰਜਾਬ ਦੇ ਫਲੱਡਸ ਦੀ ਗੱਲ ਕਰਦੇ, ਜੋ ਆਪਾਂ ਚੀਜ਼ਾਂ, ਅੱਖਾਂ ਦੇ ਕੈਂਪਾਂ ਦੀ ਗੱਲ ਕਰਦੇ ਹਾਂ, ਕਿਸੇ ਪਾਸੇ ਵੀ ਆਪਾਂ ਚਲ ਜਾਈਏ ਸਾਡਾ ਹਿੱਸਾ ਪੈਂਦਾ ਹੈ ਤੇ ਉੱਥੇ ਲੱਗਦੇ ਨੇ, ਭਲਾ ਹੁੰਦਾ ਹੈ। ਮਨੁੱਖਤਾ ਦੀ ਭਲਾਈ ਵਾਸਤੇ ਇਹ ਚੈਨਲ ਮਹਾਰਾਜ ਦੀ ਕਿਰਪਾ ਨਾਲ, ਕਿਉਂਕਿ ਸੰਗਤ ਟੀਵੀ ਹੋਣ ਕਰਕੇ ਸੰਗਤਾਂ ਦੇ ਲਈ ਇਹ ਆਪਣਾ ਹਰ ਵਕਤ ਪਹਿਰਾ ਦਿੰਦਾ ਹੈ। ਸਿੱਧੂ ਫੈਮਿਲੀ ਵੱਲੋਂ 251 ਪਾਉਂਡ, ਸੁਰਿੰਦਰ ਕੌਰ ਜੀ ਬਸਰਾ 50 ਪਾਉਂਡ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਇਹਨਾਂ ਕਾਰ ਸੇਵਾਵਾਂ ਵਿੱਚ ਹਿੱਸਾ ਪਾਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ, ਆਪ ਜੀ ਨੂੰ ਇਸੇ ਤਰ੍ਹਾਂ ਬਲ ਅਤੇ ਬੁੱਧੀ ਬਖਸ਼ਣ। ਆਪ ਜੀ ਇਸੇ ਤਰ੍ਹਾਂ ਆਪਣੀਆਂ ਕਿਰਤ ਕਮਾਈਆਂ ਸਫਲ ਕਰਕੇ ਗੁਰੂ ਮਹਾਰਾਜ ਦੀ ਖੁਸ਼ੀ ਤੁਹਾਡੀ ਝੋਲੀ ਵਿੱਚ ਪਵੇ। ਸੋ ਸਮਾਂ ਫਲਦੀਪ ਜੀ ਲਾਗੇ ਹੋ ਚੱਲਿਆ, ਪਰ ਹਰ ਇੱਕ ਨੂੰ ਇਹੀ ਬੇਨਤੀ ਹੈ ਕਿ ਮਹਾਰਾਜ ਜਿੱਥੇ ਆਪਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਦੇ ਰੋਗਤਾ ਬਖਸ਼ਣ ਤੇ ਆਪਾਂ ਨੂੰ ਸਮਾਂ ਬਖਸ਼ਣ ਕਿ ਹੋਰ ਜੋ ਸੇਵਾਵਾਂ ਕਰਨ ਦਾ ਸਾਨੂੰ ਜਦੋਂ ਸੁਣ ਕਦੀ ਮੌਕਾ ਮਿਲੇ, ਅਸੀਂ ਉਹਨਾਂ ਵਿੱਚ ਵੀ ਹਿੱਸਾ ਪਾ ਕੇ ਆਪਣੀ ਕਿਰਤ ਕਮਾਈ, ਆਪਣਾ ਜਨਮ ਸਫਲ ਕਰ ਸਕੀਏ। ਸੋ ਸਾਧ ਸੰਗਤ ਜੀ, ਉਹ ਸਤਿਗੁਰ ਜੀ ਦੇ ਫਰਮਾਨ ਨੇ, ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਕਰਾਏ। ਆਪਣੀ ਸੇਵਾ ਸਤਿਗੁਰ ਜੀ ਆਪ ਲੈਂਦੇ ਨੇ, ਆਪਣੇ ਸੇਵਕਾਂ ਪਾਸੋਂ ਲੈਂਦੇ ਨੇ। ਜਿਹਦੇ ਹਿਰਦੇ ਦੇ ਵਿੱਚ ਸਤਿਗੁਰ ਜੀ ਵਸਦਾ ਹੈ, ਜਿਹਦੇ ਮਨ ਦੇ ਵਿੱਚ ਵਿਚਾਰ ਉੱਠਦਾ ਹੈ, ਭਾਵਨਾ ਉੱਠਦੀ ਹੈ ਕਿ ਮੈਂ ਵੀ ਸੇਵਾ ਕਰਨੀ ਹੈ, ਭਾਵੇਂ ਸਰੀਰਕ ਤੌਰ ਤੇ ਇਸ ਵੇਲੇ ਆਪਾਂ ਧਨ ਦੇਹੀ ਦੇ ਨਾਲ ਇਸ ਵੇਲੇ ਨਹੀਂ ਕਿਤੇ ਵੀ ਸੇਵਾ ਉਸ ਤਰ੍ਹਾਂ ਕਰ ਸਕਦੇ, ਲੇਕਿਨ ਸਤਿਗੁਰ ਜੀ ਨੇ ਐਸੀਆਂ ਬਖਸ਼ਿਸ਼ਾਂ ਸਿੱਖ ਦੇ ਉੱਤੇ ਕੀਤੀਆਂ ਨੇ ਕਿ ਧਨ ਮਨ ਧਨ ਦੇ ਨਾਲ ਸਿੱਖ ਸੇਵਾ ਕਰ ਸਕਦਾ ਹੈ। ਸੋ ਆਪਾਂ ਜਿੱਥੇ ਧਨ ਕਰਕੇ ਆਪਣੇ ਸਰੀਰਕ ਤੌਰ ਤੇ ਨਹੀਂ ਉੱਥੇ ਜਾ ਕੇ ਸੇਵਾ ਕਰ ਸਕਦੇ, ਆਪਾਂ ਮਾਇਕ ਤੌਰ ਤੇ ਜਿੱਥੇ ਵੀ ਕਿਤੇ ਸੇਵਾ ਹੁੰਦੀ ਹੈ, ਇਹ ਸਤਿਗੁਰ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਆਪਾਂ ਘਰ ਬੈਠ ਕੇ ਜਿਹੜੀ ਆਪਾਂ ਧਨ ਦੌਲਤ ਇਕੱਠੀ ਕੀਤੀ ਹੁੰਦੀ ਹੈ, ਆਪਾਂ ਆਪਣੀ ਧਨ ਦੇਹੀ ਦੇ ਨਾਲ ਮਿਹਨਤ ਕਰਕੇ ਕਮਾਈਆਂ ਕੀਤੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਵੀ ਅਸੀਂ ਆਪਣਾ ਦਸਵੰਧ ਪਾ ਕੇ ਗੁਰੂ ਦੇ ਘਰ ਵਿੱਚ, ਗੁਰੂ ਦੇ ਦਰ ਤੇ ਜਾ ਕੇ ਕਬੂਲ ਹੋ ਸਕਦੇ ਹਾਂ।
ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਨਾਲ ਭਾਈ ਜਗਦੀਸ਼ ਸਿੰਘ ਜੀ ਜਿਨ੍ਹਾਂ ਨੇ 21 ਪਾਉਂਡ ਦੀ ਸੇਵਾ ਭੇਜੀ ਹੈ, ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇਹ ਨਜ਼ਾਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਪਿਛਲੇ ਸਾਲ ਕਿ ਕਿਸ ਤਰ੍ਹਾਂ ਦੀ ਗਹਿਮਾ ਗਹਿਮ ਆਪਾਂ ਦੇਖਦੇ ਹਾਂ, ਇਸ ਸਾਲ ਵੀ ਸਤਿਗੁਰੂ ਜੀ ਬਖਸ਼ਿਸ਼ ਕਰਨ ਕਿ ਘਰ ਬੈਠ ਕੇ ਆਪਾਂ ਇਹੋ ਜਿਹਾ ਆਨੰਦ ਆਪਣੇ ਘਰਾਂ ਦੇ ਵਿੱਚ ਬੈਠ ਕੇ ਮਨਾ ਸਕੀਏ। ਕਿਉਂਕਿ ਅੱਗੇ ਸ਼ਾਇਦ ਭਾਵੇਂ ਸਤਿਗੁਰੂ ਜੀ ਦੇ ਭਾਣੇ ਦੇ ਵਿੱਚ ਸਭ ਕੁਝ ਹੋ ਰਿਹਾ ਹੈ, ਸ਼ਾਇਦ ਪਿਛਲੇ ਸਾਲਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਬੈਠਣ ਦਾ ਇੰਨਾ ਸਮਾਂ ਨਹੀਂ ਮਿਲਿਆ ਜਿੰਨਾ ਇਸ ਸਾਲ ਦੇ ਵਿੱਚ ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ ਪਰਿਵਾਰਾਂ ਦੇ ਵਿੱਚ ਬੈਠਣ ਦਾ। ਭਾਵੇਂ ਕਈਆਂ ਪਰਿਵਾਰਾਂ ਦੇ ਵਿੱਚ ਬੜੀਆਂ ਦੂਰੀਆਂ ਸਨ, ਲੇਕਿਨ ਫਿਰ ਮਹਾਰਾਜ ਜੀ ਨੇ ਇੱਕ ਕਿਸਮ ਦਾ ਇਹ ਕੌਤਕ ਇੱਕ ਕਹਿ ਸਕਦੇ ਹਾਂ, ਭਾਵੇਂ ਬਿਮਾਰੀ ਜ਼ਰੂਰ ਆਈ ਹੈ ਪਰ ਇਹ ਚੰਗਿਆਈ ਵੀ ਕੁਝ ਸਾਨੂੰ ਚੰਗੇ ਗੁਣ ਵੀ ਸਿਖਾ ਕੇ ਜਾ ਰਹੀ ਹੈ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਭਾਈ ਭਾਈ ਬਣ ਕੇ ਰਹੋ ਸੰਸਾਰ ਦੇ ਵਿੱਚ, ਇੱਕ ਦੂਸਰੇ ਦਾ ਦੁੱਖ ਵੰਡਾਓ, ਇੱਕ ਦੂਸਰੇ ਦੀਆਂ ਖੁਸ਼ੀਆਂ ਦੇ ਵਿੱਚ ਸਾਂਝ ਪਾਓ, ਹਰ ਇੱਕ ਦੇ ਨਾਲ ਪਿਆਰ ਕਰੋ। ਕਿਉਂਕਿ ਸੰਸਾਰ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕਿਹਨੇ ਚਲੇ ਜਾਣਾ ਹੈ। ਕਈ ਵਾਰੀ ਆਪਾਂ ਨੂੰ ਮਨਾਂ ਦੇ ਵਿੱਚ ਆਪਾਂ ਕਿਉਂਕਿ ਕਲਯੁਗੀ ਸੰਸਾਰੀ ਜੀਵ ਹਾਂ, ਗੁੱਸੇ ਗਿਲੇ ਕਈ ਵਾਰੀ ਆਪਣੇ ਮਨਾਂ ਦੇ ਵਿੱਚ ਹੁੰਦੇ ਨੇ, ਪਰ ਉਹਨਾਂ ਨੂੰ ਮਿਟਾ ਕੇ ਜੇ ਆਪਾਂ ਉਸ ਰਾਹੇ ਪੈ ਜਾਈਏ ਕਿ ਹਰ ਇੱਕ ਨੂੰ ਆਪਣਾ ਭਾਈ ਭਾਈ ਸਮਝ ਕੇ ਉਸ ਦਾ ਸਤਿਕਾਰ ਕਰੀਏ, ਉਸ ਦੇ ਨਾਲ ਪਿਆਰ ਵਧਾਈਏ, ਕਿਸੇ ਦਾ ਬੁਰਾ ਨਾ ਤੱਕੀਏ, ਹਰ ਇੱਕ ਦਾ ਭਲਾ ਤੱਕੀਏ। ਜਿਹੜਾ ਕੋਈ ਬੁਰਾ ਸਾਡੇ ਵਾਸਤੇ ਵੀ ਤੱਕਦਾ ਹੈ ਉਹਦੇ ਵਾਸਤੇ ਵੀ ਅਰਦਾਸ ਕਰੀਏ ਕਿ ਉਹਦੇ ਮਨ ਸਮੱਤਿਆ ਵੀ ਪੈ ਜਾਵੇ, ਉਹ ਵੀ ਚੰਗਾ ਇਨਸਾਨ ਬਣ ਜਾਵੇ। ਕਿਉਂਕਿ ਚੰਗਾ ਇਨਸਾਨ ਮਾੜਾ ਵੀ ਬਣ ਸਕਦਾ ਹੈ, ਮਾੜਾ ਇਨਸਾਨ ਚੰਗਾ ਵੀ ਬਣ ਸਕਦਾ ਹੈ। ਇਹ ਤਾਂ ਉਹ ਕੁਦਰਤੀ ਖੇਲ ਹੋਇਆ ਕਰਦੀ ਹੈ, ਲੇਕਿਨ ਆਪਾਂ ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਹੈ ਕਿ ਆਪਾਂ ਚੰਗੇ ਇਨਸਾਨ ਬਣ ਸਕੀਏ। ਆਪਾਂ ਬੱਚਿਆਂ ਵਾਸਤੇ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਚੰਗੇ ਰਸਤੇ ਉਹ ਤੁਰਨ। ਜਿੱਥੇ ਅਰਦਾਸ ਕਰਦੇ ਹਾਂ ਆਪਾਂ ਆਪ ਬੱਚਿਆਂ ਵਾਸਤੇ ਰੋਲ ਮਾਡਲ ਬਣੀਏ। ਜੇ ਅਸੀਂ ਆਪ ਹੀ ਆਪਣੇ ਘਰ ਦੇ ਵਿੱਚ ਸ਼ਰਾਬ ਪੀਂਦੇ ਹਾਂ, ਮਾਂਸ ਖਾਂਦੇ ਹਾਂ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ, ਗਾਲਾਂ ਕੱਢਦੇ ਹਾਂ, ਹੋਰ ਕਈ ਲਾਮਤਾਂ ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਕੁਛ ਕਰਦੇ ਹਾਂ, ਤੇ ਫਿਰ ਆਪਾਂ ਨੂੰ ਪਹਿਲਾਂ ਰੋਲ ਮਾਡਲ ਬਣਨਾ ਪਵੇਗਾ। ਕਿਉਂਕਿ ਬੱਚੇ ਆਪਾਂ ਨੂੰ ਹਰ ਇੱਕ ਨੂੰ ਪਤਾ ਹੈ, ਬੱਚੇ ਆਪਣੇ ਵੱਲ ਦੇਖਦੇ ਨੇ ਕਿ ਪਰਿਵਾਰਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਕਰਦਾ ਹੈ। ਜਿੰਨਾ ਪਿਆਰ ਤੁਸੀਂ ਬੱਚਿਆਂ ਦੇ ਵਿੱਚ ਵਧਾਓਗੇ ਉਨੇ ਹੀ ਸ਼ਾਇਦ ਬੱਚੇ ਉਸ ਧਰਮ ਦੇ ਰਾਹ ਤੇ ਤੁਰਨਗੇ। ਲੇਕਿਨ ਆਪਾਂ ਨੂੰ ਰੋਲ ਮਾਡਲ ਬਣਨ ਦੀ ਬੜੀ ਜ਼ਰੂਰਤ ਹੈ, ਔਰ ਆਪਾਂ ਅਰਦਾਸਾਂ ਜਿੱਥੇ ਕਰਦੇ ਹਾਂ ਉੱਥੇ ਬੱਚਿਆਂ ਦੇ ਨਾਲ, ਹੁਣ ਜੇ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ, ਸਮਾਂ ਹੈ ਲੋਕਡਾਊਨ ਦਾ, ਆਪਾਂ ਬੱਚਿਆਂ ਦੇ ਵਿੱਚ ਬੈਠ ਕੇ ਹੀ ਘਰ ਦੇ ਵਿੱਚ ਕੀਰਤਨ ਸਰਵਣ ਕਰੀਏ, ਇਕੱਠੇ ਬੈਠ ਕੇ ਪਾਠ ਕਰੀਏ। ਔਰ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ, ਇੱਕ ਚੌਪਈ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਪਾਂ ਜ਼ਰੂਰ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਕਰੀਏ, ਤਾਂ ਕਿ ਸਤਿਗੁਰੂ ਜੀ ਆਪਣੀਆਂ ਵੀ ਘਰ ਬੈਠਿਆਂ ਦੀਆਂ ਹੀ ਹਾਜ਼ਰੀਆਂ ਲਵਾ ਸਕੀਏ ਆਪਾਂ। ਸੋ ਭਾਈ ਖੁਸ਼ਦੇਵ ਸਿੰਘ ਜੀ ਅਖੀਰ ਵਿੱਚ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਸੀਂ ਧੰਨਵਾਦ ਕਰਦੇ ਹਾਂ ਜੋ ਆਪ ਜੀ ਸਮਾਂ ਕੱਢ ਕੇ ਇੱਥੇ ਆਏ ਹੋ, ਸੰਗਤਾਂ ਦੇ ਨਾਲ ਰੂਬਰੂ ਹੋਏ ਹੋ, ਸੰਗਤਾਂ ਨੂੰ ਦੇ ਨਾਲ ਸਾਂਝ ਪਾਈ ਹੈ ਕਿ ਕਿਸ ਤਰ੍ਹਾਂ ਉੱਥੇ ਸੇਵਾ ਚੱਲ ਰਹੀ ਹੈ। ਨਾਲ ਨਾਲ ਉਚੇਚੇ ਤੌਰ ਤੇ ਭਾਈ ਇੰਦਰਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਸਾਡਾ ਬਣਦਾ ਹੈ, ਕਿਉਂਕਿ ਉਹ ਹਮੇਸ਼ਾ ਹੀ ਸਾਡੇ ਤੱਕ ਇਹ ਪਹੁੰਚਾਉਂਦੇ ਨੇ ਔਰ ਆਪ ਤਤਪਰ ਨੇ, ਸੇਵਾ ਵਿੱਚ ਹਮੇਸ਼ਾ ਡਟੇ ਰਹਿੰਦੇ ਨੇ 24 ਘੰਟੇ। ਆਪਾਂ ਨੂੰ ਕਈ ਵਾਰੀ ਇੱਥੇ ਬੈਠਿਆਂ ਨੂੰ ਪਤਾ ਨਹੀਂ ਵੀ ਕਿੰਨਾ ਸਮਾਂ ਉਹ ਡੈਡੀਕੇਟ ਇਸ ਵੇਲੇ ਕਰ ਰਹੇ ਨੇ। ਉਹ ਵੀ ਇੰਨੀ ਮੁਸ਼ਕਲ ਦੀ ਘੜੀ ਉੱਥੇ ਵੀ ਇਸ ਵੇਲੇ ਕੋਵਿਡ ਦੀ ਜੋ ਮਹਾਮਾਰੀ ਉੱਥੇ ਵੀ ਬੜੀ ਫੈਲੀ ਹੋਈ ਸੀ, ਲੇਕਿਨ ਸਤਿਗੁਰੂ ਜੀ ਆਪਣੇ ਸੇਵਕਾਂ ਪਾਸੋਂ ਜਿਹਨਾਂ ਤੋਂ ਸੇਵਾ ਲੈਣੀ ਹੈ ਲਈ ਜਾ ਰਹੇ ਨੇ। ਹੋਰ ਵੀ ਜਿਹੜੇ ਉੱਥੇ ਸੇਵਾਦਾਰ ਲੱਗੇ ਹੋਏ ਨੇ, ਹਰ ਇੱਕ ਦੀ ਦੇਹ ਰੋਗਤਾ ਵਾਸਤੇ, ਤੰਦਰੁਸਤੀ ਵਾਸਤੇ ਆਪਾਂ ਹਮੇਸ਼ਾ ਅਰਦਾਸ ਕਰਦੇ ਹਾਂ। ਸੋ ਅਖੀਰ ਵਿੱਚ ਦਾਸ ਵੱਲੋਂ ਬੋਲਦੇ ਆ, ਭਾਈ ਖੁਸ਼ਦੇਵ ਸਿੰਘ ਜੀ ਹੁਣਾਂ ਵੱਲੋਂ ਬੋਲਦੇ ਆ, ਕੋਈ ਵੱਧ ਘੱਟ ਦਾਸ ਵੱਲੋਂ ਕਿਹਾ ਗਿਆ ਹੋਵੇ ਉਸ ਦੀ ਦਾਸ ਆਪ ਜੀ ਵੱਲੋਂ ਖੇਮਾ ਮੰਗਦਾ ਹੈ। ਆਪ ਜੀ ਤੋਂ ਅਸੀਂ ਖੇਮਾ ਮੰਗਦੇ ਹਾਂ। ਜਾਣ ਬੱਚੇ ਹਾਂ, ਕੋਈ ਸੋਝੀ ਨਹੀਂ, ਕੋਈ ਸਮੱਤ ਨਹੀਂ, ਬੋਲਣ ਦਾ ਕੋਈ ਚੱਜ ਢੰਗ ਤਰੀਕਾ ਨਹੀਂ, ਲੇਕਿਨ ਜਿਵੇਂ ਸਤਿਗੁਰੂ ਜੀ ਬੁਲਾਉਂਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਸੇਵਕਾਂ ਪਾਸੋਂ ਸੇਵਾ ਲੈਂਦੇ ਰਹਿਣ। ਅਰਦਾਸ ਕਰਨੀ ਕਿ ਇਸ ਤੋਂ ਵੱਧ ਚੜ ਕੇ ਹੋਰ ਵੀ ਆਪ ਜੀ ਦੀ ਅਸੀਂ ਸੁਚੱਜੇ ਢੰਗ ਦੇ ਨਾਲ ਸੇਵਾ ਕਰ ਸਕੀਏ। ਸੋ ਅਖੀਰ ਵਿੱਚ ਆਪ ਜੀ ਤੋਂ ਇਜਾਜ਼ਤ ਮੰਗਦੇ ਹਾਂ। ਸਤਿਗੁਰੂ ਜੀ ਨੇ ਚਾਹਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਫਿਰ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਸੋ ਉਨੀ ਦੇਰ ਤੱਕ ਜਿੱਥੋਂ ਆਪ ਜੀ ਤੋਂ ਇਜਾਜ਼ਤ ਮੰਗਦੇ ਹਾਂ, ਨਾਲ ਨਾਲ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਲੱਖ 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 ਵਧਾਈਆਂ ਪੇਸ਼ ਕਰਦੇ ਹਾਂ। ਅਖੀਰ ਵਿੱਚ ਸਮੂਹ ਸਿੱਖ ਸੰਗਤਾਂ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।